ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਟੁਣੀਆਂ ਪੇਖੀਆਂ, ਸੇ ਫਿਰ ਗੁਰ ਬਾਤ ਨ ਪਰਿਆ ਰੇ। जन्म तुम्हारे लेखे माधो, जन्म तुम्हारे लेखे, जन्म तुम्हारे लेखे माधो, जन्म तुम्हारे लेखे। जन्म तुम्हारे लेके माधो, जन्म तुम्हारे लेके, जन्म तुम्हारे लेके माधो, जन्म तुम्हारे लेके। जन्म तुम्हारे लेके माधो, जन्म तुम्हारे, जन्म तुम्हारे लेके माधो, जन्म तुम्हारे लेके। हम सर दीन दयाल न तुम सर, आप त्यार क्या कीजै। बचनी तोर मोर मन मन, जन को पूरन दीजै। हो बल बल जाऊं रमैया कारण, कारण कवन अबोल। बहुत जन्म बिसरत माधो, बहुत जन्म बिसरत माधो। जन्म तुम्हारे लेखे, करबदास आत लग जीवो। चिर पयो दर्शन देखे, दर्शन प्यासी दिन रात। चितवो अंदन नीत, खोल कपट गुरु मेलिया। नानक हर संग मीत। आसा करते नूं बहुते जुग बीत गए, हुण ना विछोड़ी वाहे गुरु। करते नूं बहुते है जुग, हुण ना विछोड़ी वाहे गुरु। आसा करते नूं बहुते जुग, आसा करते नूं बहुते जुग, बहुते जुग बीत गए, हुण ना विछोड़ी वाहे गुरु। करते नूं बहुते जुग बीत गए,
ਹੁਣ ਨਾ ਵਿਛੋੜੀ ਵਾਹਿਗੁਰੂ। ਮੇਰੇ ਪਿਆਰੇ ਹੁਣ ਨਾ ਵਿਛੋੜੀ ਵਾਹਿਗੁਰੂ ਜੀ ਵਾਹ 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 ਵਾਹ। ਹੁਣ ਨਾ ਵਿਛੋੜੀ ਵਾਹਿਗੁਰੂ। ਵਾਹ ਵਾਹ ਵਾਹ। ਹੁਣ ਨਾ ਵਿਛੋੜੀ ਵਾਹਿਗੁਰੂ ਜੀ ਵਾਹ 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 ਵਾਹ। ਹੁਣ ਨਾ ਵਿਛੋੜੀ ਵਾਹਿਗੁਰੂ। ਆਪਾਂ ਕਰਦੇ ਬਹੁਤੇ ਜੁਗ, ਬਹੁਤੇ ਜੁਗ ਬੀਤ ਗਏ। ਹੁਣ ਨਾ ਵਿਛੋੜੀ ਵਾਹਿਗੁਰੂ। ਆਸਾਂ ਕਰਦੇ ਨੂੰ ਬਹੁਤੇ ਜੁਗ ਬੀਤ ਗਏ। ਹੁਣ ਨਾ ਵਿਛੋੜੀ ਵਾਹਿਗੁਰੂ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ। ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੀ ਦੁਨੀਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਤੇ ਨਿੱਘੀ ਗੋਦ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ। ਅਸੀਂ ਸਤਸੰਗ ਜਿਤਨੇ ਵੀ ਬੈਠੇ ਹਾਂ, ਆਇਆ ਕੋਈ ਬਿਜ਼ਨਸਮੈਨ ਹੈ, ਕੋਈ ਸਰਵਿਸਮੈਨ ਹੈ, ਕੋਈ ਜ਼ਿਮੀਂਦਾਰ ਹੈ। ਸਾਡੀ ਸਾਰਿਆਂ ਦੀ ਦਿਨ ਰਾਤ ਦੀ ਇੱਕੋ ਕੋਸ਼ਿਸ਼ ਤੁਰੀ ਆ ਰਹੀ ਕਿ ਅਸੀਂ ਸੁਖੀ ਹੋ ਜਾਈਏ। ਸਤ ਸੰਗਤ ਸੁਖ ਉੱਥੋਂ ਮਿਲਦਾ ਜਿੱਥੇ ਸੁਖ ਪਿਆ। ਜਿੱਥੇ ਅਸੀਂ ਸੁਖ ਭਾਲਦੇ ਹਾਂ ਉੱਥੇ ਸੁਖ ਹੈ ਨਹੀਂ। ਜਿਹੜੀ ਚੀਜ਼ ਝੂਠ ਹੈ ਉਹ ਸੱਚ ਨਹੀਂ ਹੋ ਸਕਦੀ, ਜਿਹੜੀ ਸੱਚ ਹੈ ਉਹ ਝੂਠ ਨਹੀਂ ਹੋ ਸਕਦੀ। ਸਾਰਾ ਸੰਸਾਰ ਹੀ ਝੂਠ ਹੈ। ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤ, ਕਹੋ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਬਾਲੂ ਨਾ ਰੇਤ ਦਾ, ਰੇਤ ਦੀਆਂ ਕੰਧਾਂ ਸਦਾ ਸਥਿਰ ਨਹੀਂ ਰਹਿ ਸਕਦੀਆਂ, ਖੜੀਆਂ ਨਹੀਂ ਹੋ ਸਕਦੀਆਂ, ਸਥਿਰ ਕੀ ਰਹਿਣਾ ਹੈ। ਗੁਰੂ ਕੀ ਸੰਗਤ ਝੂਠ ਦਾ ਨਾਮ ਹੀ ਸੰਸਾਰ ਹੈ।
ਬਾਰੂ ਭੀਤ ਬਨਾਈ ਰਚ ਪਚ ਬਿੰਸਤ ਨਾ ਲਾਗਤ ਬਾਰ। ਇਹ ਰੇਤ ਦੀਆਂ ਕੰਧਾਂ ਨੇ, ਗੁਰੂ ਕੀ ਸੰਗਤ, ਇਹਨਾਂ ਰੇਤ ਦੀਆਂ ਕੰਧਾਂ ਨੇ ਇੱਕ ਦਿਨ ਟਹਿ ਜਾਣਾ ਹੈ। ਸਦਾ ਰਹਿਣ ਵਾਲੀ ਵਸਤੂ ਇੱਕ ਪਰਮੇਸ਼ਰ ਦਾ ਨਾਮ ਹੈ। ਜਿਹੜੀ ਵਸਤੂ ਸਦਾ ਰਹਿੰਦੀ, ਉਹਦੇ ਵਿੱਚ ਆਨੰਦ ਹੈ, ਉਹਦੇ ਵਿੱਚ ਸੁੱਖ ਹੈ। ਉਸ ਆਨੰਦ ਦੀ ਪ੍ਰਾਪਤੀ ਵਾਸਤੇ ਸਾਨੂੰ ਇਹ ਸਾਰਿਆਂ ਨੂੰ ਮਨੁੱਖਾ ਜਨਮ ਮਿਲਿਆ ਹੈ। ਕਿਸੇ ਮੌਕੇ ਕਿਸੇ ਬਾਦਸ਼ਾਹ ਦਾ ਦਰਬਾਰ ਲੱਗਾ। ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਗੁਰੂ ਕੀ ਸਮਝਦਾਰੀ ਪੁੱਜਦਾ। ਕਬੀਰ ਜੀ ਫਰਮਾਉਂਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਬਾਜੀਗਰ ਜੈਸੇ ਬਾਜੀ ਪਾਈ, ਨਾ ਪੇ ਕਰੇ ਦਿਖਲਾਈ। ਬਾਜੀ ਪਾਉਣ ਤੋਂ ਪਹਿਲਾਂ ਵੀ ਇਕੱਲਾ ਹੀ ਹੁੰਦਾ, ਜਦੋਂ ਬਾਜੀ ਨੂੰ ਖਤਮ ਕਰਦਾ ਉਦੋਂ ਵੀ ਇਕੱਲਾ ਹੀ ਹੁੰਦਾ, ਜਦੋਂ ਬਾਜੀ ਨੂੰ ਖਤਮ ਕਰਦਾ ਉਦੋਂ ਵੀ ਇਕੱਲਾ ਹੁੰਦਾ। ਵੈਰੂ ਪਰਮੇਸ਼ਰ ਨੇ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਬਣਾਈ, ਉਦੋਂ ਵੀ ਇਕੱਲਾ ਹੀ ਸੀ, ਔਰ ਕੁਝ ਸਮੇਂ ਦੇ ਬਾਅਦ ਇਸ ਸ੍ਰਿਸ਼ਟੀ ਨੂੰ ਲੈ ਕਰੇਗਾ। ਵੈਰੂ ਅੰਤਰਯਮੀ ਅੱਖ ਦੇ ਫੰਕਾਰੇ ਵਿੱਚ ਕਰੋੜਾਂ ਸ੍ਰਿਸ਼ਟੀਆਂ ਪੈਦਾ ਕਰ ਸਕਦਾ, ਕਰੋੜਾਂ ਸ੍ਰਿਸ਼ਟੀਆਂ ਨੂੰ ਲੈ ਵੀ ਕਰ ਸਕਦਾ ਹੈ। ਉਸ ਤੋਂ ਪਰੇ ਕੁਛ ਨਹੀਂ ਹੈ। ਸਾਡਾ ਸਾਰਿਆਂ ਦਾ ਆਦ ਮੱਧ ਅੰਤ ਗੁਰੂ ਕੀ ਸੰਗਤ ਇੱਕ ਵਹਿਰੂ ਅੰਤਰਯਮੀ। ਸਰੀਰ ਕਰਕੇ ਸਾਡੇ ਸੰਬੰਧ ਨੂੰ ਭੈਣ ਭਰਾਵਾਂ ਨਾਲ, ਮਾਤਾ ਪਿਤਾ ਨਾਲ, ਰਿਸ਼ਤੇਦਾਰਾਂ ਨਾਲ, ਸਾਕ ਸੰਬੰਧੀਆਂ ਨਾਲ, ਮਿੱਤਰਾਂ ਪਿਆਰਿਆਂ ਨਾਲ, ਸਰੀਰ ਕਰਕੇ ਜਦੋਂ ਸਾਡੇ ਤੋਂ ਕੋਈ ਵਿਛੜ ਜਾਂਦਾ ਸੀ ਰੋਂਦੇ ਹਾਂ। ਮਰ ਗਿਆ ਤਾਂ ਮਰ ਮਰ ਕੇ ਰੋਂਦੇ ਹਾਂ, ਕਿਉਂਕਿ ਸਰੀਰ ਕਰਕੇ ਸੰਬੰਧ ਸੀ, ਰਿਸ਼ਤਾ ਸੀ। ਉਹ ਜਿਹੜਾ ਮਰ ਗਿਆ ਮੁੜ ਕੇ ਨਹੀਂ ਆਉਣਾ। ਆਤਮਾ ਕਰਕੇ ਸਾਡਾ ਸੰਬੰਧ ਹੈ ਵਹਿਰੂ ਨਾਲ। ਜਿਹੜੀ ਸਾਡੀ ਆਤਮਾ ਨਾਲ 24 ਘੰਟੇ ਕਲਪਦੀ ਰਹਿੰਦੀ ਹੈ। ਕੱਪੜੇ ਭਾਵੇਂ ਸਾਡੇ ਸਾਰਿਆਂ ਦੇ ਬੜੇ ਖੂਬਸੂਰਤ ਨੇ, ਘਰ ਚੰਗੇ ਨੇ, ਕੋਠੀਆਂ ਚੰਗੀਆਂ ਨੇ, ਖਾਣਾ ਚੰਗਾ, ਪਾਣਾ ਚੰਗਾ, ਰਹਿਣਾ ਚੰਗਾ, ਇਹਦਾ ਸੰਬੰਧ ਸਿਰਫ ਸਰੀਰ ਨਾਲ। ਸਰੀਰਕ ਸੁੱਖ ਤਾਂ ਅਸੀਂ ਸਾਰਿਆਂ ਨੂੰ ਦੇ ਰਹੇ, ਸਾਰੇ ਹੀ ਦੇ ਰਹੇ। ਕੱਪੜੇ ਚੰਗੇ ਪਾ ਰਹੇ ਹਾਂ, ਖਾ ਚੰਗਾ ਰਹੇ ਹਾਂ, ਪਾ ਚੰਗਾ ਰਹੇ ਹਾਂ, ਚੰਗੀ ਥਾਂ 'ਤੇ ਰਹਿ ਰਹੇ। ਸਰੀਰਕ ਸੁੱਖ ਤਾਂ ਅਸੀਂ ਇਸ ਸਰੀਰ ਨੂੰ ਦੇ ਰਹੇ। ਮਾਫ ਕਰਨਾ, ਸਰੀਰ ਨੂੰ ਚੰਗਾ ਭੋਜਨ ਦੇ ਰਹੇ, ਨਹੀਂ ਦਿੰਦੇ ਕਮਜ਼ੋਰ ਹੋ ਜਾਂਦਾ। ਖਾਣਾ ਬੰਦ ਕਰ ਦਿਓ। ਸਾਧ ਸੰਗਤ ਜੀ, ਕੀ ਹੁੰਦਾ? ਸਰੀਰ ਕਮਜ਼ੋਰ ਹੋ ਜਾਂਦਾ। ਇੱਕ ਦਿਨ ਪੱਕਾ ਹੀ ਖਾਣਾ ਬੰਦ ਕਰ ਦਿਓ, ਕੀ ਹੋ ਜਾਊਗਾ? ਭੁੱਖੇ ਮਰ ਜਾਓਗੇ। ਸਾਧ ਸੰਗਤ, ਜਿਹੜਾ ਸਰੀਰ ਨੂੰ ਖਾਣਾ ਨਾ ਮਿਲੇ, ਸਰੀਰ ਹੈ ਇੱਕਦਮ ਮੁਰਦਾ ਹੋ ਜਾਂਦਾ। ਜਿਹੜੀ ਸਾਡੀ ਆਤਮਾ, ਉਹਦੀ ਖੁਰਾਕ ਕੀ ਹੈ? ਵਹਿਰੂ ਦਾ ਨਾਮ। ਉਹਦੀ ਨਾਮ ਹੈ। ਭੁੱਖ ਤੋਂ ਬਿਨਾਂ ਭੁੱਖਾ ਬੰਦਾ ਹੋਵੇ, ਘਰ ਆਵੇ ਕੰਮ ਕਰ ਕਰਕੇ, ਸਤਸੰਗ ਘਰ ਆਉਂਦੇ ਇਹਨੂੰ ਘਰ ਦੇ ਕੰਮ ਕਹਿ ਦੇਣ, ਜਾਂ ਸਰਦਾਰ ਜੀ ਫਲਾਣਾ ਕੰਮ ਕਰਕੇ ਆਓ। ਉਹ ਕੀ ਕਹਿੰਦਾ? ਅੱਗ ਲੱਗੇ ਤੁਹਾਡੇ ਕੰਮਾਂ ਨੂੰ, ਤੁਹਾਡਾ ਤਾਂ ਸਿਆਪਾ ਹੀ ਨਹੀਂ ਮੁੱਕਦਾ। ਮੇਰੀ ਤਾਂ ਭੁੱਖ ਨਾਲ ਜਾਨ ਨਿਕਲਦੀ ਪਈ, ਮੈਂ ਤਾਂ ਭੁੱਖਾ ਮਰਦਾ ਪਿਆ। ਪਰ ਮਾਫ ਕਰਨਾ, ਕੋਈ ਰੋਟੀ ਨਹੀਂ, ਕੋਈ ਪ੍ਰਸ਼ਾਦਾ ਨਹੀਂ, ਕੋਈ ਚਾਹ ਨਹੀਂ, ਕੋਈ ਪਾਣੀ ਨਹੀਂ, ਤੈਨੂੰ ਆਉਂਦੇ ਕੰਮਾਂ ਦੀ ਪੈ ਗਈ। ਜਿਵੇਂ ਸਰੀਰ ਦੀ ਖੁਰਾਕ ਹੈ ਚੰਗਾ ਭੋਜਨ, ਇਸ ਤਰ੍ਹਾਂ ਆਤਮਾ ਦੀ ਖੁਰਾਕ ਹੈ ਵਹਿਰੂ ਦਾ ਨਾਮ, ਵਹਿਰੂ ਦਾ ਭਜਨ, ਵਹਿਰੂ ਦਾ ਸਿਮਰਨ। ਔਰ ਬਿਨਾਂ ਸਿਮਰਨ ਤੋਂ ਕਿਤੇ ਵੀ ਸੁੱਖ ਨਹੀਂ ਹੈ। ਪੁੱਛਿਆ ਸੀ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਦੁਨੀਆ ਖੁਆਰ ਕਿਉਂ ਹੋ ਰਹੀ ਹੈ, ਦੁਨੀਆ ਦੁਖੀ ਕਿਉਂ ਹੋ ਰਹੀ ਹੈ? ਹਜ਼ੂਰ ਨੇ ਸ਼ਬਦ ਉਚਾਰਨ ਕਰਦੇ ਸਮਝਾਇਆ ਸੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ओट तुम्हारी। बिन सिमरन जैसे जीवन बढ़ना, बिन सिमरन जैसे जीवन बढ़ना, सर्प जैसे अरजारी। जिमें सप अपनी यहर च आप सड़ता रहिंदा, इस तरह बिना सिमरन तो सारी दुनिया ही दुखी है। किसी नूं पुछ के देख लो तो किन्ना क सुखी है। संसार दी हालत ਉਹ ਸੋਟੀ ਵਾਲੀ, ਉਸ ਛਟੀ ਵਾਲੀ, ਬਾਹਰੋਂ ਪੇਂਟ ਕੀਤੀ ਹੋਵੇ, ਅੰਦਰੋਂ ਘੁਣ ਖਾਧੀ ਹੋਵੇ। ਬਾਹਰੋਂ ਅਸੀਂ ਵੇਖਣ ਨੂੰ ਬੜੇ ਚੰਗੇ ਲੱਗਦੇ ਹਾਂ, ਪਰ ਕਿਸੇ ਦੇ ਨੇੜੇ ਹੋ ਕੇ ਦੇਖੋ, ਤੁਹਾਨੂੰ ਐਸਾ ਕੋਈ ਨਹੀਂ ਮਿਲੇਗਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਮੈਂ ਬੜਾ ਸੁਖੀ ਹਾਂ। ਮਨ ਪਰਦੇਸੀ ਜੇਥੀ ਹੈ, ਸਾਰੇ ਪੜੋ ਮਨ ਪਰਦੇਸੀ, ਮਨ ਪਰਦੇਸੀ ਜੇਥੀ ਹੈ, ਸਭ ਦੇਸ ਪਰਾਇਆ। किस पा खोला गांठड़ी, किस पा खोला गांठड़ी, सब दुखी पराया। किदे कोल दुखां वाली गठड़ी खोला,
ਜਿਹੜੇ ਮਿਲਦੇ ਨੇ ਦੁਖੀ ਹੀ ਮਿਲਦੇ ਹਨ। ਗੁਰੂ ਕੀ ਸੰਗਤ ਇਸ ਰਾਜਾ ਨੇ, ਜਿਸ ਦੇ ਦਰਬਾਰ ਵਿੱਚ ਮਦਾਰੀ ਪੁੱਜਦਾ, ਰਾਜਾ ਨੇ ਮਦਾਰੀ ਨੇ ਜਾ ਕੇ ਰਾਜੇ ਨੂੰ ਲੱਖ ਜਗਾਈ ਦੇ ਦਰਬਾਰ ਦੇ ਵਿੱਚ ਸਤਿਕਾਰ ਕਰਨਾ ਜੋ ਰਾਜਿਆਂ ਲੋਕਾਂ ਦਾ ਹੁੰਦਾ ਕੀਤਾ। ਰਾਜਾ ਲੱਗਾ ਕਹਿਣ ਵੀ ਆਓ, ਕੈਸੇ ਆਉਣਾ ਹੋਇਆ। ਮਦਾਰੀ ਨੇ ਆਖਿਆ ਜੀ ਸਰਕਾਰ ਮੈਂ ਮਦਾਰੀ ਹਾਂ, ਮਾਫ ਕਰਨਾ, ਬੜੇ ਬੜੇ ਅੱਛੇ ਤਮਾਸ਼ੇ ਕਰਦਾ, ਬੜੇ ਬੜੇ ਅੱਛੇ ਨਾਟਕ ਦਿਖਾਉਂਦਾ, ਤਮਾਸ਼ੇ ਦਿਖਾਉਂਦਾ, ਖੇਡਾਂ ਵਿਖਾਉਂਦਾ, ਖੇਡਾਂ ਕਰਦਾ। ਮੈਂ ਹਜ਼ੂਰ ਦੇ ਦਰਬਾਰ ਵਿੱਚ ਪੁੱਜਾ, ਪਤਾ ਲੱਗਾ ਕਿ ਸਰਕਾਰ ਨੂੰ ਬੜੇ ਬੜੇ ਤਮਾਸ਼ੇ ਦੇਖਣ ਦੀ ਸ਼ੌਂਕ ਹੈ। ਦੇਖਣ ਦਾ ਕੋਈ ਸ਼ੌਂਕ, ਕੋਈ ਹੁਕਮ ਹੋਵੇ ਤਾਂ ਸਰਕਾਰ ਦੇ ਮਨਪਸੰਦ ਕੋਈ ਜੋ ਸਰਕਾਰ ਚਾਹੁੰਦੀ ਆ ਉਹ ਤਮਾਸ਼ਾ ਵਿਖਾਵਾਂ, ਖੇਡ ਵਿਖਾਵਾਂ। ਇਹ ਸੰਸਾਰ ਵੀ ਇੱਕ ਤਮਾਸ਼ਾ ਹੀ ਦੱਸਿਆ ਗੁਰੂ ਸਾਹਿਬ ਨੇ। ਅਸੀਂ ਤਾਂ ਅੱਜ ਸਾਨੂੰ ਸਭਨਾਂ ਨੂੰ ਪਤਾ ਅਸੀਂ ਇੱਥੋਂ ਮਰ ਜਾਣਾ, ਇੱਥੇ ਤੁਰ ਜਾਣਾ। ਜੇ ਅਸੀਂ ਇੱਥੋਂ ਜਾਣਾ ਨਾ ਹੁੰਦਾ, ਪਤਾ ਨਹੀਂ ਅਸੀਂ ਇੱਥੇ ਕਿਹੋ ਜਿਹੇ ਘਰ ਬਣਾ ਲੈਂਦੇ। ਇੱਕ ਵਾਰੀ ਕਹਿ ਦਿਓ ਵੈਰ। ਹਾਲਾਂਕਿ ਸਾਨੂੰ ਸਭਨਾਂ ਨੂੰ ਪਤਾ ਇੱਥੇ ਜੋ ਆਇਆ ਉਹਨੇ ਰਹਿਣਾ ਨਹੀਂ, ਉਹਨੇ ਚਲਿਆ ਜਾਣਾ। ਹਜ਼ੂਰ ਨੇ ਤਦੇ ਆਖਿਆ ਸੀ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਆਮਣ ਜਾਣ ਇੱਕ ਖੇਲ ਬਣਾਇਆ। ਆਮਣ ਜਾਣ ਇੱਕ ਖੇਲ ਬਣਾਇਆ। ਆਗਿਆਕਾਰੀ ਕੀ ਨਹੀਂ ਮਾਇਆ। ਮਾਇਆ ਦਾ ਰਚਿਆ ਸੰਸਾਰ ਹੈ। ਮਾਇਆ ਕੀ ਜਿਹੜੀ ਇਹਨੂੰ ਭੁਲਾ ਕੇ ਰੱਖ ਦੇਵੇ, ਉਹ ਵਸਤੂ ਜਿਹੜੀ ਇਹਨੂੰ ਭੁਲਾ ਕੇ ਰੱਖਦੇ ਉਹਦਾ ਨਾਮ ਮਾਇਆ। ਦੁਨੀਆ ਭੁੱਲੀ ਫਿਰਦੀ, ਚਾਰ ਪੈਸਿਆਂ 'ਚ ਭੁੱਲੀ ਫਿਰਦੀ, ਜਿਹੜੀ ਹੋਵੇ ਕੁਛ ਨਾ ਅਨਹੋਂਦੇ ਨੂੰ ਹੁੰਦਾ ਦਿਖਾ ਦੇਵੇ। ਆ ਪੈਸੇ ਨੇ, ਅੱਜ ਕਰੰਸੀ ਬਦਲ ਜਾਏ, ਸਰਕਾਰ ਕਹਿ ਦੇਵੇ ਕਿ ਇਹ ਪੈਸੇ ਨਹੀਂ ਚੱਲਣਗੇ, ਇਹਨਾਂ ਪੈਸਿਆਂ ਦੀ ਥਾਂ 'ਤੇ ਨੋਟ ਹੋਰ ਨੋਟ ਚੱਲਣਗੇ, ਨਵੀਂ ਕਰੰਸੀ ਬਣਾਈ ਜਾਏਗੀ। ਲੋਕ ਇਹਨਾਂ ਪੈਸਿਆਂ ਨੂੰ ਚੱਕ ਕੇ ਗੁਰੂ ਕੀ ਸੰਗਤ ਰੂੜੀਆਂ 'ਤੇ ਸੱਟ ਦੇਣਗੇ। ਹੈ ਤਾਂ ਕਾਗਜ਼ ਹੀ, ਇੱਕ ਵਾਰੀ ਕਹਿ ਦਿਓ ਹੈ ਤਾਂ ਕਾਗਜ਼ ਹੀ, ਜਿੰਨੇ ਨੋਟ ਨੇ ਹੈ ਤਾਂ ਕਾਗਜ਼ ਹੀ, ਪਰ ਉਹਦੀ ਉਹ ਮਾਫ ਕਰਨਾ ਗੁਰੂ ਕੀ ਸੰਗਤ ਉਹਦੀ ਵੈਲਿਊ ਰੱਖ ਦਿੱਤੀ। ਇਸੀ ਤਰ੍ਹਾਂ ਸਰੀਰ ਵੀ ਕੁਛ ਨਹੀਂ ਹੈ, ਇੱਕ ਵਾਰੀ ਕਹਿ ਦਿਓ ਹੈ ਇਹ ਵੀ ਕੁਛ ਨਹੀਂ ਹੈ, ਪਰ ਇਸ ਦੀ ਵੈਲਿਊ ਰੱਖ ਦਿੱਤੀ, ਇਹਦੀ ਕੀਮਤ ਰੱਖ ਦਿੱਤੀ ਕਿ ਇਸ ਜਨਮ ਵਿੱਚ ਆ ਕੇ ਬੰਦਾ ਵਾਹਿਗੁਰੂ ਦਾ ਭਜਨ ਕਰ ਸਕਦਾ, ਸਿਮਰਨ ਕਰ ਸਕਦਾ, ਉਹਨੂੰ ਉਹਦਾ ਨਾਮ ਜਪ ਸਕਦਾ। ਉਹ ਆਨੰਦ ਦੀ ਦੁਨੀਆ ਹਰ ਬੰਦੇ ਦੇ ਅੰਦਰ ਹੈ, ਪਰ ਇਸ ਮੂਰਖ ਨੂੰ ਕੌਣ ਕਹੇ। ਇੱਕ ਵਾਰੀ ਕਹਿ ਦਿਓ ਇਹਨੂੰ ਕੌਣ ਸਮਝਾਵੇ, ਇਹਨੂੰ ਕੌਣ ਇਸ ਪਾਸੇ ਲਾਵੇ। ਹਾਂ ਮੂਰਖ ਮਗਤ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ, ਹਾਂ ਮੰਗੂ ਸਰਨ ਹਰ ਨਾਮ ਕੀ ਕਰ ਰਹੋ ਵਿਚਾਰ ਜੀ। ਇਹਨੂੰ ਕੌਣ ਸਮਝਾਵੇ, ਇਹਨੂੰ ਕਿਵੇਂ ਵਿਸ਼ਵਾਸ ਆਵੇ। ਗੁਰੂ ਕੀ ਸੰਗਤ ਪਰ ਮਾਫ ਕਰਨਾ ਤਤ ਬੇਤਿਆਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ, ਬ੍ਰਹਮ ਗਿਆਨੀਆਂ ਨੇ, ਰੱਬ ਦੇ ਆਸ਼ਿਕਾਂ ਨੇ, ਵਾਹਿਗੁਰੂ ਦੇ ਮਰੀਦਾਂ ਨੇ, ਵਾਹਿਗੁਰੂ ਦੇ ਭਗਤਾਂ ਨੇ, ਵਾਹਿਗੁਰੂ ਦੇ ਸੰਤਾਂ ਨੇ। ਸਿਮਰਨ ਕਰਦੇ ਕਰਦੇ ਕਿੱਥੇ ਪਹੁੰਚ ਗਏ, ਬਸ ਜਿੱਥੇ ਜਾ ਕੇ ਜੀਵਨ ਦੀ ਇੱਛਾ ਵੀ ਨਹੀਂ ਰਹਿੰਦੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਵੈਸੇ ਹਰ ਬੰਦਾ ਜੀਵਨ ਪਾਲਦਾ ਹੈ, ਜ਼ਿੰਦਗੀ ਪਾਲਦਾ ਹੈ। ਜਿੱਥੇ ਰੱਬ ਦੇ ਆਸ਼ਿਕਾਂ ਨੇ ਕਿਹਾ ਬਸ ਹੁਣ ਇੱਥੇ ਹੀ ਮਰ ਜਾਈਏ, ਚੰਗੀ ਗੱਲ ਹੈ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਹਰ। ਜਿੱਥੇ ਜਾ ਕੇ ਇਹ ਵੀ ਨਹੀਂ ਰਹਿੰਦਾ, ਜਿੱਥੇ ਜਾ ਕੇ ਇਹ ਵੀ ਨਹੀਂ ਰਹਿੰਦਾ, ਉਹਦੇ ਵਿੱਚ ਮਿਲ ਕੇ ਉਹਦਾ ਰੂਪ ਬਣ ਜਾਂਦਾ। ਇੱਕ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਮਿਲ ਗਈ, ਉਸ ਪਾਣੀ ਦੀ ਬੂੰਦ ਨੂੰ ਕੋਈ ਸਮੁੰਦਰ ਤੋਂ ਵੱਖਰੇ ਕਰ ਸਕਦਾ, ਵੱਖ ਕਰ ਸਕਦਾ? ਹੋ ਹੀ ਨਹੀਂ ਸਕਦਾ। ਇਸੀ ਤਰ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ, ਭਜਨ ਕੀਤਾ, ਉਹ ਸਿਮਰਨ ਕਰਦੇ ਕਰਦੇ ਵਾਹਿਗੁਰੂ ਦੇ ਵਿੱਚ ਹੀ ਲੈ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਸਾਰੇ ਪੜੋ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਗੋਬਿੰਦ ਭਗਤ ਕਹਿ ਮਨ ਬਿਸ। ਐਸਾ ਦੱਸਣਾ ਕੀਤਾ ਗੁਰੂ ਕੀ ਸੰਖਿਆ ਰਹੋ ਵਿਚਾਰ, ਉਹਦੇ ਵਿੱਚ ਮਿਲ ਗਏ ਗੁਰ ਕਿਰਪਾ ਜੀ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ। 6 ਕਿਸਮ ਮਾਫ ਕਰਨਾ ਗੁਰੂ ਕੀ ਸੰਗਤ 'ਚ ਵਿਚਾਰ ਕਰਕੇ ਵੇਖਿਆ ਜਾਵੇ। ਮਾਫ ਕਰਨਾ ਗੁਰੂ ਕੀ ਸੰਗਤ ਇੱਕ ਦੇਹ ਮੁਕਤ ਹੁੰਦਾ, ਇੱਕ ਵਧੇ ਮੁਕਤ ਹੁੰਦਾ। ਦੇਹ ਮੁਕਤ ਕਿਹਨੂੰ ਕਹਿੰਦਾ? ਸਰੀਰ ਦੇ ਵਿੱਚ ਰਹਿੰਦੇ ਹੋਏ ਨਾਮ ਜਪੋ ਜੀ, ਭਜਨ ਕਰੋ ਜੀ, ਹੋਰਨਾਂ ਨੂੰ ਕਹਿੰਦਾ ਆਪ ਵੀ ਕਰਦਾ, ਇਸ਼ਨਾਨ ਕਰੋ ਜੀ, ਸਿਮਰਨ ਕਰੋ ਜੀ। ਪਰ ਅਵਸਥਾ ਇਹਦੀ ਅੰਦਰੋਂ ਉਹੀ ਹੁੰਦੀ ਹੈ ਜਿਵੇਂ ਦੱਸਣਾ ਕੀਤਾ ਜਲ ਮੈਂ ਕੁੰਭ। ਕਿਸੇ ਦਰਿਆ ਦੇ ਵਿੱਚ ਕੋਈ ਘੜਾ ਹੋਵੇ, ਘੜੇ ਦੇ ਵਿੱਚ ਪਾਣੀ ਹੋਵੇ, ਘੜਾ ਪਾਣੀ ਦੇ ਉੱਤੇ ਤੈਰਦਾ ਫਿਰਦਾ, ਪਰ ਉਹ ਘੜੇ ਦੇ ਪ੍ਰਭਾਵ ਕਰਕੇ, ਘੜੇ ਕਰਕੇ ਪਾਣੀ ਹੈ ਜਿਹੜਾ ਦਰਿਆ ਤੋਂ ਜੁਦਾ ਹੈ। ਘੜੇ ਦੇ ਅੰਦਰ ਵੀ ਪਾਣੀ ਹੈ, ਘੜੇ ਤੋਂ ਬਾਹਰ ਵੀ ਪਾਣੀ ਹੈ। ਜਲ ਮੈਂ ਕੁੰਭ, ਕੁੰਭ ਮੈਂ ਪਾਣੀ। ਸਾਰੇ ਪੜੋ। ਜਲ ਮੈਂ ਕੁੰਭ, ਕੁੰਭ ਮੈਂ ਪਾਣੀ।
माफ करना जल में कुंभ कुंभ में पानी फूटा कुंभ फूटा कुंभ फिर भयो पानी का पानी। घड़ा फुट गया, पानी च पानी मिल गया। इनू कहते हैं दिन जब तक शरीर च रहिंदा नाम जपो, भजन करो, सेवा करो, सिमरन करो, सब वो करता और कार विहार करता। इनू कहते हैं देह मुक्त। तो जदों शरीर छड्ड के वैरू च मिल जाता, जो तक शरीर च उदों इशनान भी करना पैंदा, माफ करना होर भी कम करता। पर जदों शरीर ही ना रहा, एक बारी कहते वैरू ਉਹਦੇ ਵਿੱਚ ਮਿਲ ਹੀ ਗਿਆ, ਸਰੀਰ ਹੀ ਨਾ ਰਿਹਾ, ਫਿਰ ਇਸ਼ਨਾਨ ਕਿਹੜਾ ਕਰੂਗਾ? ਕਹਿੰਦੇ ਵੈਰੂ ਇਸ਼ਨਾਨ ਕਿਹੜਾ ਕਰੂਗਾ? ਕਿਹੜਾ ਇਸ਼ਨਾਨ ਕਰੇਗਾ? ਉੱਥੇ ਅੰਮ੍ਰਿਤ ਵੇਲੇ ਕਿਹੜਾ ਜਾਗੇਗਾ? ਉੱਥੇ ਨਾਮ ਕਿਹਦਾ ਜਪੇਗਾ, ਨਿਤਨੇਮ ਕਿਹਦਾ ਕਰੇਗਾ, ਸਿਮਰਨ ਕਿਹਦਾ ਕਰੇਗਾ? ਉਹਦੇ ਵਿੱਚ ਮਿਲ ਕੇ ਉਹੀ ਬਣ ਗਿਆ। ਮਾਫ ਕਰਨਾ ਪੀਪੇ ਭਗਤ ਵਰਗਿਆਂ ਨੇ ਗਗਨੌਰ ਦਾ ਬਾਦਸ਼ਾਹ ਹੋਇਆ। ਕਹਿੰਦਾ ਰਾਮ ਕੀ ਦੁਹਾਈ, ਰਾਮ ਕੀ? ਉਹ ਕਹਿੰਦਾ ਮੈਂ ਰੱਬ ਦੀ ਸਹੁੰ ਖਾ ਕੇ ਕਹਿਣਾ, ਮੈਂ ਰੱਬ ਦੀ ਸਹੁੰ ਖਾ ਕੇ ਕਹਿਣਾ ਦੁਹਾਈ। ਦੁਹਾਈ ਲੋਕਾ ਕੀ ਕਹਿੰਦਾ? ਦੁਹਾਈ ਲੋਕਾ। ਪੀਪਾ ਭਗਤ ਕਹਿੰਦਾ ਰਾਮ ਕੀ ਦੁਹਾਈ, ਨਾ ਕੋ ਆਇਬੋ ਨਾ ਕੋ ਜੈਬੋ। ਕਹਿੰਦਾ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ, ਮੈਂ ਰੱਬ ਦੀ ਸਹੁੰ ਖਾ ਕੇ ਇਹ ਗੱਲ ਕਹਿਣਾ। ਹਾਂ ਮੈਂ ਜੇ ਆਪਾਂ ਥੋੜ੍ਹਾ ਜਿਹਾ ਵਿਚਾਰ ਕੇ ਦੇਖ ਲਈਏ, ਕਹਿੰਦੇ ਵਾਹਿਗੁਰੂ ਮਾਫ ਕਰਨਾ ਗੁਰੂ ਕੀ ਸੰਗਤ ਜੋ ਸੌਂ ਜਾਂਦੇ ਕਿੱਥੇ ਹੁੰਦੇ? ਘਰ ਕਿੱਥੇ ਹੁੰਦਾ? ਬੋਲਦੇ ਨਹੀਂ। ਬੱਚੇ ਕਿੱਥੇ ਹੁੰਦੇ ਨੇ? ਕਾਰੋਬਾਰ ਕਿੱਥੇ ਹੁੰਦਾ? ਬਿਜ਼ਨਸ ਕਿੱਥੇ ਹੁੰਦਾ? ਮਾਫ ਕਰਨਾ ਗੁਰੂ ਕੀ ਸੰਗਤ ਕਿੱਥੇ ਹੁੰਦਾ? ਤੁਸੀਂ ਮਾਫ ਕਰਨ ਤਦੇ ਕਹਿ ਜਦ ਮਾਫ ਕਰਨਾ ਗੁਰੂ ਕੀ ਸੰਗਤ ਅੱਖ ਖੁੱਲ੍ਹਦੀ ਹੈ, ਫਿਰ ਕਹਿੰਦੇ ਹੋ ਕੀ ਕਹਿੰਦੇ? ਮਾਫ ਕਰਨਾ ਗੁਰੂ ਕੀ ਸੰਗਤ ਸੁੱਤੇ ਉੱਠਦੇ ਹਾਂ, ਫਿਰ ਇਹਦਾ ਆਹ ਕੰਮ ਕਰ ਲਓ, ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ। ਤਾਂ ਜਦੋਂ ਜਾਗਦੇ ਹਾਂ ਉਦੋਂ ਕੀ ਸੰਸਾਰ ਦੇ ਵਿੱਚ ਵਿਚਰਦੇ ਹਾਂ, ਆਹ ਘਰ ਹੈ, ਬਾਹਰ ਹੈ, ਪਰਿਵਾਰ ਜੇ ਤਦੇ ਗੁਰੂ ਜੀ ਕਹਿੰਦੇ ਹਨ, ਗੁਰਬਾਣੀ 'ਚ ਮਹਾਰਾਜ ਨੇ ਦੱਸਣਾ ਕੀਤਾ ਹੈ, ਗੁਰਬਾਣੀ 'ਚ ਜਾਗਤ ਕੋ ਵਿਵਹਾਰ ਹੈ, ਜਾਗਤ ਕੋ ਵਿਵਹਾਰ ਹੈ, ਤੁਮ ਜਾਗ ਕੋ ਜਾਣਾ। ਜਿੰਨੇ ਚਿਰ ਜਾਗਦੇ ਹਾਂ ਉਹਨੇ ਚਿਰ ਕਾਰ ਵਿਹਾਰ ਨੇ, ਉਹਨੇ ਚਿਰ ਸੰਸਾਰ ਹੈ। ਸੌਂ ਜਾਂਦਾ ਅੱਖ ਲੱਗੀ ਕੁਛ ਵੀ ਨਹੀਂ। ਉਹ ਰਾਜਾ ਨੇ ਜਦੋਂ ਮਦਾਰੀ ਦੀ ਗੱਲ ਸੁਣੀ, ਸਤਸੰਗ ਜੀ ਕਈ ਵਾਰੀ ਤਾਂ ਇਹੋ ਜਿਹਾ ਮਨ ਬਣਦਾ ਹੁਣ ਚੁੱਪ ਕਰ ਜਾਈਏ, ਖਾਲਸਾ ਜੀ ਉਸੇ ਦੁਨੀਆ 'ਚ ਰਹੀਏ। ਰੱਬ ਦੇ ਪਿਆਰੇ ਜਿਨ੍ਹਾਂ ਨੇ ਸਿਮਰਨ ਕੀਤਾ, ਭਜਨ ਕੀਤਾ, ਆਪਣੇ ਆਪ ਨੂੰ ਉਹਦੇ ਵਿੱਚ ਮਿਲਾ ਦਿੱਤਾ, ਉਹ ਕਿੱਥੇ ਚਾਹੁੰਦੇ ਨੇ? ਜਿਵੇਂ ਜੇਠ ਹਾੜ ਦੇ ਮਹੀਨੇ ਦੀ ਕੜਕ ਦੀ ਧੁੱਪ ਵਿੱਚ ਜ਼ਿੰਦਗੀ ਦਾ ਗਿਆਨੀ ਮੰਗਦਾ, ਗਿਆਨਵੰਤ ਤਾਂ ਜ਼ਿੰਦਗੀ ਨਹੀਂ ਮੰਗਦਾ। ਇੱਕ ਵਾਰੀ ਕਹਿੰਦੇ ਵਾਹਿਗੁਰੂ ਅਗਿਆਨੀ ਜ਼ਿੰਦਗੀ ਮੰਗਦਾ, ਮੈਂ ਹੋਰ ਜੀ ਲਾਂ, ਹੋਰ ਜੀ ਲਾਂ, ਹੋਰ ਜੀ ਲਾਂ। ਜਿਹੜਾ ਗਿਆਨਵਾਨ ਹੈ, ਮਾਫ ਕਰਨਾ ਗੁਰੂ ਕੀ ਸੰਗਤ, ਜਿਹੜਾ ਗਿਆਨਵਾਨ ਹੈ ਉਹ ਕੀ ਚਾਹੁੰਦਾ? ਉਹ ਤਾਂ ਉਸ ਸਮੇਂ ਦੀ ਉਡੀਕ ਕਰਦਾ। ਜਿਵੇਂ ਜੇਠ ਹਾੜ ਦਾ ਮਹੀਨਾ ਹੋਵੇ, ਜੇਠ ਹਾੜ ਦੇ ਮਹੀਨੇ ਦੀਆਂ ਕੜਕਦੀਆਂ ਧੁੱਪਾਂ, ਜਿਵੇਂ ਕੋਈ ਸਿਰ ਦੇ ਉੱਤੇ 2.5-3 ਮਣ ਦੀ ਪੰਡ ਚੁੱਕੀ ਹੋਵੇ, ਭਾਰ ਚੱਕਿਆ ਹੋਵੇ 2.5-3 ਮਣ, ਔਰ ਕੜਕਦੀ ਧੁੱਪ ਦੇ ਵਿੱਚ ਤੁਰਿਆ ਜਾਂਦਾ ਹੋਵੇ, ਉਸ ਰਾਹੀ ਦਾ ਚਿੱਤ ਕਦੋਂ ਨਹੀਂ ਕਰਦਾ? ਉਹ ਚਾਹੁੰਦਾ ਉਸ ਪੰਡ ਨੂੰ ਇੱਕ ਪਾਸੇ ਸੱਟ ਕੇ ਰੱਖ ਕੇ ਕਿ 2 ਘੜੀਆਂ ਕਿਸੇ ਠੰਡੇ ਦਰਖਤ ਦੀ ਛਾਂ ਥੱਲੇ ਆਰਾਮ ਕਰ ਲਵਾਂ। ਇੱਕ ਵਾਰੀ ਕਹਦੇ ਵਾਹਿਗੁਰੂ ਚਾਹੁੰਦਾ ਨਹੀਂ? ਸਿਰ ਤੇ 2.5-3 ਮਣ ਦੀ ਪੰਡ ਚੱਕੀ ਹੋਵੇ, ਭਾਰ ਚੱਕਿਆ ਹੋਵੇ, ਕੜਕਦੀ ਧੁੱਪ ਹੋਵੇ, ਮਾਫ ਕਰਨਾ ਤੁਰਿਆ ਜਾਂਦਾ ਹੋਵੇ ਕੜਕਦੀ ਧੁੱਪ ਦੇ ਵਿੱਚ, ਕਦੋਂ ਨਹੀਂ ਚਾਹੁੰਦਾ ਮੁਸਾਫਿਰ, ਕਦੋਂ ਨਹੀਂ ਚਾਹੁੰਦਾ ਰਾਹੀ ਇਸ ਪੰਡ ਨੂੰ ਸਿੱਟ ਕੇ 2 ਘੜੀਆਂ ਕਿਸੇ ਦਰਖਤ ਦੀ ਛਾਂ ਦੇ ਥੱਲੇ ਬਹਿ ਕੇ ਆਨੰਦ ਲੈ ਲਵਾਂ। ਇਵੇਂ ਸਤਿਪੁਰਸ਼ ਰੱਬ ਦੇ ਪਿਆਰੇ ਉਹ ਚਾਹੁੰਦੇ ਨੇ ਇਸ ਸਰੀਰ ਰੂਪੀ ਪੰਡ ਨੂੰ ਛੱਡ ਕੇ ਵਾਹਿਗੁਰੂ ਦੇ ਵਿੱਚ ਮਿਲ ਕੇ ਸਦਾ ਲਈ ਵਾਹਿਗੁਰੂ ਦਾ ਰੂਪ ਹੀ ਹੋ ਜਾਈਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਕਬੀਰ ਤੂੰ ਤੂੰ ਕਰਤਾ तू हुआ मुझ में रहा ना हूँ, मुझ में रहा ना हूँ, जब आपा पर का मिट गया जत देखूँ तत। तो जिथे भी झाती मारदा नूं मच्छी पानी च रहिंदी है, पानी पींदी है, पानी च रहिंदी है, पानी ही उसका जीवन है। मच्छी पानी तो जुदा हुंदे सारी प्राण त्याग दिंदी, मच्छी दे पेट च भी पानी, मच्छी दे शरीर तो बाहर भी पानी। इस तरह ਇਹਦੀ दृष्टि बदल जाती, जिमें भाई कन्हैये ਦੀ बदली सी। ਉਹਨੂੰ अंदर भी झाती मारदा सी, गुरु गोबिंद सिंह नज़र आउंदे सी,
ਜਦ ਉਹ ਤੁਰਕਾਂ ਵੱਲ ਤੱਕਦਾ ਸੀ, ਜੰਗ ਦੇ ਮੈਦਾਨ 'ਚ ਜ਼ਖਮੀ ਹੋਏ, ਤੁਰਕਾਂ ਵੱਲ ਤੱਕਦਾ ਸੀ, ਉਹਨੂੰ ਕੋਈ ਤੁਰਕ ਨਹੀਂ ਸੀ ਨਜ਼ਰ ਆਉਂਦਾ, ਆਪਣਾ ਨਜ਼ਰ ਨਹੀਂ ਸੀ ਆਉਂਦਾ, ਬੇਗਾਨਾ ਨਜ਼ਰ ਨਹੀਂ ਸੀ ਆਉਂਦਾ। ਜਿਸ ਪਾਸੇ ਵੀ ਉਹ ਤੱਕਦਾ ਸੀ ਉਹਨੂੰ ਇੱਕ ਪਰਮੇਸ਼ਰ ਹੀ ਨਜ਼ਰ ਆਉਂਦਾ ਸੀ। ਬ੍ਰਹਮ ਗਿਆਨੀ 'ਚ 3 ਗੁਣ ਹੁੰਦੇ ਨੇ। ਬ੍ਰਹਮ ਨੇਸ਼ਟੀ ਕਹਿੰਦੇ ਨੇਤਰਾਂ ਰਾਹੀਂ ਤੱਕਣਾ। ਬ੍ਰਹਮ ਨੇਸ਼ਟੀ ਬਾਬਾ ਫਰੀਦ ਜੀ ਦੀ ਸਮਾਧੀ ਲੱਗੀ ਹੈ ਕਿਸੇ ਜੰਗਲ ਦੇ ਵਿੱਚ, ਬੈਠੇ ਨੇ ਜੰਗਲ ਦੇ ਵਿੱਚ ਜਾਨਵਰ, ਚਿੜੀਆਂ, ਕਾਂ, ਤੋਤੇ ਇਤਿਆਦਿ ਪੰਛੀ ਚੀਂ ਚੀਂ ਕਰਦੇ ਨੇ, ਕਾਂ ਕਾਂ ਕਰਦੇ ਨੇ। ਮਰੀਜ਼ ਜਿਹੜੇ ਨੇ ਕਦੀ ਅੱਖਾਂ ਖੋਲ੍ਹਦੇ ਨੇ, ਕਹਿੰਦੇ ਬਿਰਤੀ ਖੰਡਾਓ 'ਚ ਤੁਰੀ ਜਾਂਦੀ ਆ, ਦੇਖੋ ਜੀ ਆ ਕਿੰਨਾ ਪੰਛੀਆਂ ਨੇ ਰੌਲਾ ਪਾਇਆ। ਉਸ ਮੌਕੇ ਗੁਰੂ ਕਿਸਮ ਬਾਬਾ ਫਰੀਦ ਜੀ ਨੂੰ ਬੇਨਤੀ ਕੀਤੀ, ਆਪ ਜੀ ਦੇ ਮਰੀਦਾਂ ਨੇ। ਫਰੀਦ ਜੀ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਭਜਨ ਕਰੋ, ਪੰਛੀ ਚਿੜੀਆਂ ਚੀਂ ਚੀਂ ਕਰ ਰਹੀਆਂ ਨੇ, ਕਾਂ 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 ਕਰ ਰਹੇ ਨੇ, ਤੋਤੇ ਬੋਲਦੇ ਆ, ਪੰਛੀ ਬੋਲਦੇ ਆ। ਫਰੀਦ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਬਿਰਤੀ ਖੰਡਾਓ 'ਚ ਜਾਂਦੀ ਆ। ਫਰੀਦ ਜੀ ਨੇ ਆਖਿਆ ਕਾਹਨੂੰ ਰੌਲਾ ਪਾਉਂਦੇ ਨੇ, ਕਾਹਨੂੰ ਰੌਲਾ ਪਾਉਂਦੇ ਨੇ? ਜਿਵੇਂ ਤੁਸੀਂ ਭਜਨ ਕਰਦੇ ਹੋ, ਇਹ ਵੀ ਕਿਸੇ ਦੀ ਯਾਦ ਵਿੱਚ ਜੁੜੇ ਹੋਏ ਨੇ। ਉਹ ਅਵਸਥਾ ਆ ਜਾਂਦੀ ਭਜਨ ਕਰਦੇ ਕਰਦੇ। ਬਾਣੀ ਉਚਾਰਨ ਕੀਤੀ, ਬਲਿਹਾਰੀ 3 ਪੰਛੀਆਂ, ਬਲਿਹਾਰੀ 3 ਪੰਛੀਆਂ, ਜੰਗਲ ਜਿੰਨਾ ਵਾਸ। ਜੰਗਲ ਜਿੰਨਾ ਵਸਦੇ ਕਿੱਥੇ ਨੇ? ਕਹਿੰਦੇ ਜੰਗਲਾਂ ਦੇ ਵਿੱਚ ਵਸਦੇ ਨੇ। ਕੱਕਰ ਚੁਗਣ, ਚੁਗਦੇ ਕੀ ਨੇ? ਮਾੜਾ ਚੰਗਾ ਚੋਗਾ, ਜੋ ਖਾਣ ਨੂੰ ਮਿਲਦਾ ਉਹ ਚੁਗਦੇ ਨੇ। ਬਲਿਹਾਰੀ 3 ਪੰਛੀਆਂ, ਜੰਗਲ ਜਿੰਨਾ ਵਾਸ। ਕਹਿੰਦੇ ਕੱਕਰ ਚੁਗਣ ਥਲ ਵਸਣ, ਕੱਕਰ ਚੁਗਣ ਥਲ ਵਸਣ। ਥਲ ਨਾਲ ਧਰਤੀ ਦਾ, ਧਰਤੀ ਤੋਂ ਚੋਗਾ ਚੁਗਦੇ ਨੇ ਕਾਂ ਪੰਛੀ ਸਾਰੇ ਜਾਂਦੇ ਆ। ਕਹਿੰਦੇ ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਸੰਤ ਜੀ ਮਹਾਰਾਜ ਮੇਰੇ ਅੱਖੀ ਦੇਖੀ ਗੱਲ ਹੈ, ਜ਼ਮਾਨਾ ਦੇਖਣ ਵਾਲਾ ਸੀ। ਜਦੋਂ ਮਹਾਂਪੁਰਸ਼ ਸੱਚਖੰਡ ਗਏ, ਇਹ ਗੱਲਾਂ ਜੇ ਜੀਵਨ 'ਚ ਨਹੀਂ ਸੁਣ ਆਈਆਂ। ਜਿਵੇਂ ਕਿਸੇ ਕਲਾਸ ਦਾ ਕੋਈ ਟੀਚਰ ਬਦਲ ਜਾਏ, ਬੱਚੇ ਕੰਧਾਂ ਨਾਲ ਲੱਗ ਲੱਗ ਕੇ ਰੋਂਦੇ ਹਨ। ਸੰਤ ਜੀ ਨੂੰ ਬੇਨਤੀ ਕੀਤੀ, ਕੁਝ ਐਸੇ ਬਚਨ ਨੇ ਜਿਹੜੇ ਦੱਸਣ ਵਾਲੇ ਨਹੀਂ। ਮਹਾਂਪੁਰਖਾਂ ਨੇ ਬੜਾ ਸਮਾਂ ਖੁੱਲ੍ਹਾ ਦਿੱਤਾ। ਕੋਈ ਪਿਛਲੇ ਚੰਗੇ ਕਰਮ ਸੀ, ਕਹੋ ਨਾਨਕ ਮੇਰਾ ਭਲਾ ਕਰਮ, ਕਹੋ ਨਾਨਕ ਮੇਰਾ। ਇਹ ਵਸਤੂ ਬੜੀ ਮਹਿੰਗੀ ਹੈ ਜੀ, ਇਹ ਸੋਨੇ ਨਾਲ ਨਹੀਂ ਮਿਲਦੀ। ਮਹਾਤਮਾ ਕਿਤੇ ਮੌਤ 'ਚ ਆ ਕੇ ਦੇਖਦੇ ਆ, ਕੋਈ ਜਗਿਆਸੂ ਖੜਾ ਕਿੱਥੇ ਹੈ? ਇੱਕ ਵਾਰੀ ਕਹਿ ਦੇ ਬਾਹਰ ਮਾਫ ਕਰਨਾ। ਗੁਰੂ ਕੀ ਸੰਗਤ ਬੜੀ ਸ਼ਰਧਾ, ਬੜੀ ਭਾਵਨਾ, ਬੜਾ ਭਰੋਸਾ, ਬੜਾ ਯਕੀਨ ਹੋਵੇ, ਫਿਰ ਜਾ ਕੇ ਵਸਤੂ ਮਿਲਦੀ। ਕਬੀਰ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਰਾਮ ਪਦਾਰਥ ਪਾਏ ਕੇ, ਨਾਮ ਵਰਗੀ ਵਸਤੂ ਨੂੰ ਪਾ ਕੇ, ਕਬੀਰਾ ਗਾਂਠ ਨਾ ਖੋਲ। ਨਹਿ ਪੱਟਣ ਨਹਿ ਪਾਰਖੂ, ਨਹੀਂ ਗਾਕ ਨਹੀਂ ਮੋਲ। ਬਿਨ ਗੁਣ ਗਾਹਕ ਜੇ ਵੇਚੀਏ। ਕਈ ਕਹਿੰਦੇ ਕਿਰਪਾ ਕਰੋ ਜੀ, ਨਾਮ ਦੀ ਕਿਰਪਾ ਕਰੋ, ਨਾਮ ਜਪ ਲਓ ਜੀ। ਪਰ ਜੇ ਰੱਜੇ ਬੰਦੇ ਨੂੰ ਰੋਟੀ ਦੇ ਦਈਏ, ਉਹ ਕੀ ਕਰੂਗਾ? ਕੀ ਕਰੂਗਾ? ਤੁਸੀਂ ਬੋਲਦੇ ਨਹੀਂ। ਰੱਜੇ ਬੰਦੇ ਨੂੰ ਰੋਟੀ ਦੇ ਦਈਏ, ਉਹ ਕੀ ਕਰੂਗਾ? ਰੱਜਾ ਬੰਦਾ ਰੋਟੀ ਨੂੰ ਸੱਟੂਗਾ, ਔਰ ਕੀ ਕਰੂਗਾ? ਸੱਟੂਗਾ ਨਹੀਂ, ਬੋਲਦੇ ਨਹੀਂ, ਉਹ ਸੱਟੂਗਾ ਨਹੀਂ। ਇਸ ਤਰ੍ਹਾਂ ਜੇ ਬਿਨਾਂ ਜ਼ਰੂਰਤ ਤੋਂ ਕਿਸੇ ਤੇ ਕਿਰਪਾ ਵੀ ਹੋ ਜੇ, ਜਾਂ ਕਿਰਪਾ ਕਰ ਦੇਵੇ ਕੋਈ ਕਿਤੇ, ਉਹ ਕੀ ਕਰੂਗਾ? ਉਹਨੇ ਕਿਰਪਾ ਦੀ ਕਦਰ ਹੀ ਨਹੀਂ ਕਰਨੀ। ਮਹਾਰਾਜ ਗੁਰੂ ਨਾਨਕ ਜੀ ਕਹਿੰਦੇ, ਫਰਮਾਉਂਦੇ, ਬਿਨ ਗੁਣ ਗਾਹਕ ਜੇ ਵੇਚੀਏ, ਤੋ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੇ, ਗੁਣ ਕਾ ਗਾਹਕ ਜੇ ਮਿਲੇ। ਕੋਈ ਗੁਣਾਂ ਨੂੰ ਖਰੀਦਣ ਵਾਲਾ ਮਿਲ ਜੇ, ਕਹਿੰਦੇ ਤੋ ਗੁਣ ਲੱਖ ਬਕਾਏ, ਤੋ ਗੁਣ ਲੱਖ। ਫਿਰ ਭਾਵੇਂ ਕਹਿੰਦੇ ਲੱਖਾਂ ਗੁਣ ਵੇਚਦੇ। ਮਹਾਂਪੁਰਖਾਂ ਨੂੰ ਬੇਨਤੀ ਕੀਤੀ ਗਈ, ਕਿ ਬੜੀ ਕਿਰਪਾ ਸੀ ਵੱਡੇ ਮਹਾਰਾਜ ਦੀ, ਵੱਡੀ ਸਰਕਾਰ ਦੀ। ਜਦ ਬੇਨਤੀ ਕੀਤੀ ਗਈ, ਸਤਿਪੁਰਸ਼ ਕਹਿਣ ਲੱਗੇ ਕੋਈ ਨਹੀਂ, ਫਿਕਰ ਨਾ ਕਰ। ਕਈ ਗੱਲਾਂ ਕੀਰਤਨ ਫਿਰ ਵਿਚਾਰ ਚੱਲ ਪਈ। ਕਰਦੇ ਕਰਦੇ ਮਹਾਂਪੁਰਖਾਂ ਨੇ ਇੱਕ ਗ੍ਰੰਥ ਦਿੱਤਾ, ਕਹਿੰਦੇ ਇਹਨੂੰ ਪੜ੍ਹ ਲਈ, ਪੜ੍ਹ ਲਈ। ਬਾਬਾ ਜੀ ਨੇ ਬੇਨਤੀ ਕੀਤੀ, ਜੀ ਆਹ ਗੱਲਾਂ ਕੋਈ ਸਮਝ ਤੋਂ ਪਰੇ ਨੇ,
ਕਹਿੰਦੇ ਅਜੇ ਸਮਾਂ ਨਹੀਂ ਆਇਆ, ਅਜੇ ਸਮਾਂ ਨਹੀਂ ਆਇਆ। ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾਂ ਕੋਈ ਵਸਤੂ ਨਹੀਂ ਮਿਲ ਸਕਦੀ। ਕਾਰ ਮਹਾਂਪੁਰਖਾਂ ਦੀ ਬੜੀ ਕਿਰਪਾ ਸੀ। ਇੱਕ ਵਾਰੀ ਬੇਨਤੀ ਕੀਤੀ, ਬਾਬਾ ਜੀ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ। ਸੰਤ ਕਹਿੰਦੇ ਸੌਣਾ ਹੀ ਕਾਹਨੂੰ ਆ, ਸੰਤ ਕਹਿੰਦੇ ਸੌਣਾ ਹੀ ਕਾਹਨੂੰ ਆ, ਸੌਣਾ ਹੀ ਕਾਹਨੂੰ ਆ। ਸੌਣਾ ਜੇ ਆਰਾਮ ਵੀ ਕਿਤੇ ਕਰਨਾ ਤਾਂ ਆਪਣਾ ਨਿਤਨ ਪੂਰਾ ਕਰਕੇ ਫਿਰ ਆਰਾਮ ਕਰਿਓ ਜੀ। ਖੈਰ ਰਹੋ ਵਿਚਾਰ। ਜ਼ਿੰਦਗੀ ਦੇ 32 ਤੇ 33 ਸਾਲ ਮਹਾਂਪੁਰਖਾਂ ਦੇ ਬਾਅਦ ਵੀ ਇਸੇ ਤਰ੍ਹਾਂ ਗੁਜ਼ਰ ਗਏ ਨੇ। ਸਤ ਸੰਗਤ ਜੀ, ਰਾਤ ਦੇ 4 ਵਜੇ ਜਾਂ 5 ਵਜੇ ਤੋਂ ਪਹਿਲਾਂ ਕਦੇ ਅੱਖ ਹੀ ਨਹੀਂ ਲੱਗੀ ਖਾਲਸਾ ਜੀ ਸਵੇਰੇ। ਪਰ ਜਿਨ੍ਹਾਂ ਦੀਆਂ ਰਾਤਾਂ ਬਣ ਗਈਆਂ, ਉਹਨਾਂ ਦਾ ਸਭ ਕੁਝ ਬਣ ਗਿਆ, ਉਹਨਾਂ ਦਾ ਸਭ ਕੁਝ ਬਣ ਗਿਆ। ਜਿਨ੍ਹਾਂ ਦੀਆਂ ਰਾਤਾਂ ਬਣ ਗਈਆਂ, ਭਿੰਨੀ ਰਹਿੰਦੜੀਏ ਚਮਕਣ ਤਾਰੇ ਰਾਤੀ ਜਾਗੇ, ਸੰਤ ਜਣਾ ਮੇਰੇ ਰਾਮ ਪਿਆਰੇ। ਇਹ ਵਸਤੂ ਬੜੀ ਅਮੋਲਕ ਹੈ। ਭਗਤ ਜੀ ਕਹਿੰਦੇ ਕੰਚਨ ਸਿਉ ਪਾਈਏ ਨਹੀਂ, ਕੰਚਨ ਸਿਉ ਪਾਈਏ ਨਹੀਂ ਤੋਲ। ਕੰਚਨ ਸਿਉ, ਕੰਚਨ ਸਿਉ, ਕੰਚਨ ਹੈ ਸੋਨੇ ਦਾ। ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਓ ਹੈ ਮੋਲ। ਮਨ ਦੇ ਰਾਮ ਲਿਓ ਹੈ ਮੋਲ। ਮਨ ਦੇ ਕੇ ਰੱਬ ਨੂੰ ਮੁੱਲ ਚਲਿਆ, ਰੱਬ ਨੂੰ ਮੁੱਲ ਖਰੀਦਿਆ। ਕਹਿੰਦੇ ਕਿਹਦੇ ਬਦਲੇ? ਮਨ ਦੇ ਬਦਲੇ। ਮਨ ਵੇਚੈ ਸਤਿਗੁਰ ਕੇ ਪਾਸ ਤੇ ਸਿਵ ਕੈ ਕਾਰਜ ਰਾਸ। ਨਾਮਦੇਵ ਨੂੰ ਕਿਸ ਨੇ ਆਖਿਆ ਜੀ ਮਹਾਰਾਜ ਸਾਡੇ ਤੇ ਵੀ ਕੋਈ ਕਿਰਪਾ ਕਰ ਦਿਓ। ਨਾਮਦੇਵ ਜੀ ਕਹਿੰਦੇ ਕਿਰਪਾ ਕਾਹਦੀ ਕਰਾਂ? ਕਹਿੰਦੇ ਨਾਮ ਦੀ। ਕਹਿੰਦੇ ਮੈਂ ਤੋਂ ਮਹਿੰਗੀ ਲਈ। ਸਾਰੇ ਪੜੋ, ਮੈਂ ਤੋਂ ਕਹਿੰਦੇ ਮੈਂ ਤਾਂ ਬੜੀ ਮਹਿੰਗੀ ਵਸਤੂ ਲਈ। ਜਦੋਂ ਨਾਮਦੇਵ ਨੂੰ ਨਾ 72 ਵਾਰੀ ਰੱਬ ਦੇ ਦਰਸ਼ਨ ਹੋਏ। ਅੱਜ ਕੱਲ੍ਹ ਤਾਂ ਨਿੰਦਾ ਹੀ ਕਰੀ ਜਾਂਦੇ ਨੇ, ਉਹ ਮਾੜਾ ਫਲਾਣਾ ਮੁਕਾ ਟਿਮਕਾ। ਇਸ ਤੋਂ ਬਗੈਰ ਕੋਈ ਗੱਲ ਹੀ ਨਹੀਂ। ਇਹਨੂੰ 72 ਵਾਰੀ ਪਰਮੇਸ਼ਰ ਦੇ ਦਰਸ਼ਨ ਹੋਏ, 72 ਵਾਰੀ ਪ੍ਰਤੱਖ ਪਰਮੇਸ਼ਰ ਦੇ ਦਰਸ਼ਨ ਹੋਏ। ਮਾਫ ਕਰਨਾ ਗੁਰੂ ਕੀ ਸੰਗਤ ਤੇ ਨਾਮਦੇਵ ਮਨ 'ਚ ਖਿਆਲ ਆਇਆ ਤੇਰੇ ਵਰਗਾ ਵੀ ਕੋਈ ਭਗਤ ਹੋਊਗਾ ਜਿਹਨੂੰ 72 ਵਾਰੀ ਦਰਸ਼ਨ ਹੋਏ ਨੇ। ਉਹ ਸਰਗੁਣ ਸਰੂਪ ਨੂੰ ਸਭ ਕੁਝ ਸਮਝੀ ਜਾਂਦਾ ਸੀ, ਸਰਗੁਣ ਨੂੰ ਸਮਝੀ ਜਾਂਦਾ। ਸਰਗੁਣ ਉਹਨੂੰ ਕਹਿੰਦੇ ਨੇ ਜਿਹੜਾ ਇਹਨਾਂ ਅੱਖਾਂ ਨੂੰ ਨਜ਼ਰ ਆਉਂਦਾ ਸੀ। ਸਾਰੇ ਸਰਗੁਣ 'ਚ ਹੀ ਬੈਠੇ ਹਾਂ। ਸਾਡਾ ਸਰੀਰ ਸਰਗੁਣ, ਜਦ ਅਸੀਂ ਮਰ ਜਾਣਾ ਸਰੀਰ ਖਤਮ ਹੋ ਜਾਣਾ, ਨਿਰਗੁਣ ਰਹਿ ਜਾਣਾ। ਮਾਫ ਕਰਨਾ ਗੁਰੂ ਕੀ ਸੰਗਤ ਜਰਾ ਧਿਆਨ ਦੇਣਾ ਪਵੇਗਾ। ਸਰਗੁਣ ਉਹਨੂੰ ਕਹਿੰਦੇ ਜਿਹੜਾ ਇਹਨਾਂ ਅੱਖਾਂ ਨੂੰ ਦਿਖਦਾ। ਪਰਮੇਸ਼ਰ ਨੇ ਦੇਖਿਆ ਗੁਰੂ ਕੀ ਸੰਗਤ, ਮਾਫ ਕਰਨਾ ਬਈ, ਉਹ ਐਸੀ ਅਵਸਥਾ ਜਿੱਥੇ ਇੱਕ ਰੱਬ ਹੀ ਰਹਿ ਜਾਂਦਾ। ਕੀੜੀ ਤੋਂ ਲਾ ਕੇ ਬਰਮਾ ਤੱਕ ਸਾਰਿਆਂ 'ਚ ਰੱਬ ਹੀ ਦਿਖਦਾ ਖਾਲਸਾ ਜੀ। ਇਹਨੂੰ ਦਿਸਦਾ ਹੀ ਰੱਬ। ਕਹੋ ਕਬੀਰ ਮਨ ਭਇਆ ਆਨੰਦਾ, ਕਹੋ ਕਬੀਰ ਮਨ ਭਇਆ ਆਨੰਦਾ। ਗਿਆ ਭਰਮ ਰਿਹਾ ਪਰਮਾਨੰਦਾ, ਗਿਆ ਭਰਮ ਰਿਹਾ ਪਰਮਾਨੰਦਾ, ਗਿਆ ਭਰਮ ਰਿਹਾ ਪਰਮਾਨੰਦਾ। ਉਹ ਕਹਿੰਦੇ ਨੇ ਪਰਮੇਸ਼ਰ ਨੇ ਨਾ ਕੋਈ ਸਭਾ ਲੱਗੀ ਮਹਾਂਪੁਰਖਾਂ ਦੀ, ਤੇ ਨਾਮਦੇਵ ਦੇ ਮਨ 'ਚ ਖਿਆਲ ਆਇਆ ਵੀ ਮੈਨੂੰ 72 ਵਾਰੀ ਦਰਸ਼ਨ ਹੋਏ ਨੇ। ਜਦੋਂ ਗੁਰੂ ਕੀ ਸੰਗਤ ਕਹਿੰਦੇ ਨੇ ਜਿੱਥੇ ਸਭਾ ਲੱਗੀ ਪਰਮੇਸ਼ਰ ਨਾ, ਕਹਿੰਦਾ ਇੱਕ ਸੰਤ ਦਾ ਰੂਪ ਧਾਰਨ ਕਰਕੇ ਤੁਰ ਗਿਆ, ਤੇ ਹੱਥ 'ਚ ਸੀ ਇੱਕ 2 ਫੁੱਟ ਦਾ ਡੰਡਾ। ਪਰਮੇਸ਼ਰ ਨੇ ਨਾ ਸਾਰੇ ਸੰਤਾਂ ਦੇ ਸਿਰ ਤੇ ਠੋਲਾ ਮਾਰਨਾ ਸ਼ੁਰੂ ਕੀਤਾ ਜਿੰਨੇ ਭਗਤ ਬੈਠੇ ਨੇ। ਪਰਮੇਸ਼ਰ ਕਹਿੰਦਾ ਆ ਵੀ ਪੱਕਾ, ਆ ਵੀ ਪੱਕਾ, ਆ ਵੀ ਪੱਕਾ, ਆ ਵੀ ਪੱਕਾ, ਆ ਵੀ ਪੱਕਾ। ਤੇ ਜਦੋਂ ਨਾਮਦੇਵ ਦੀ ਵਾਰੀ ਆਈ ਕਹਿੰਦਾ ਆ ਕੱਚਾ। ਉਹ ਕਹਿੰਦਾ ਵੀ ਆ ਕੱਚਾ, ਉਹ ਕਹਿੰਦਾ ਆ ਕੱਚਾ। ਨਾਮਦੇਵ ਕਹਿੰਦਾ ਉਹ ਮੈਂ ਕੱਚਾ? ਉਹਨੇ ਕਿਹਾ ਬਿਲਕੁਲ ਕੱਚਾ। ਉਹਨੇ ਕਿਹਾ ਕੀ ਗੱਲ? ਕਹਿੰਦਾ ਤੂੰ ਨਗੁਰਾ, ਕਹਿੰਦਾ ਤੂੰ ਨਗੁਰਾ। ਕਹਿੰਦਾ ਮੈਨੂੰ 72 ਵਾਰੀ ਪਰਮੇਸ਼ਰ ਦੇ ਦਰਸ਼ਨ ਹੋਏ ਨੇ। ਨਾਮਦੇਵ ਜੀ ਨੂੰ ਆਖਿਆ ਸੀਦਾ ਭਗਵਾਨ ਹੀ ਆਖਿਆ ਸਭ ਕੁਝ ਠੀਕ ਹੈ, ਦਰਸ਼ਨ ਤਾਂ ਤੈਨੂੰ 72 ਵਾਰੀ ਹੋਏ ਨੇ, ਪਰ ਤੂੰ ਨਗੁਰਾ। ਨਗੁਰੇ ਬੰਦੇ ਦੀ ਰੱਬ ਦੇ ਘਰ 'ਚ ਬੰਦਗੀ ਜਿਹੜੀ ਪ੍ਰਵਾਨ ਨਹੀਂ ਹੈਗੀ। ਕਹਿੰਦਾ ਦਰਸ਼ਨ ਹੋਏ ਨੇ। ਫਿਰ ਕਹਿੰਦਾ ਵੀ ਮੈਂ ਗੁਰੂ ਕਿਹਨੂੰ ਧਾਰਨ ਕਰਾਂ? ਆਖਿਆ ਚਲਾ ਜਾ ਫਲਾਣੇ ਤਾਂ ਚਲਾ ਜਾ। ਉਹ ਗਿਆਨੇਸ਼ਵਰ ਨਾ ਕਰਕੇ ਮਹਾਂਪੁਰਖ ਹੋਏ ਨੇ। ਮਾਫ ਕਰਨਾ ਇੱਕ ਵਾਰੀ ਕਹਿ ਦੇ ਵਾਹਿਗੁਰੂ। ਹੁਣ ਨਾਮਦੇਵ ਕੀ ਸੀ? ਕਦੀ ਬੀਠਲ ਦੀ ਪੂਜਾ ਕਰਦਾ ਸੀ, ਕਦੀ ਕੁਝ ਕਰਦਾ ਸੀ। ਸਾਲਗ੍ਰਾਮ ਜਿਹਨੂੰ ਕਹਿੰਦੇ ਅਸੀਂ ਹਿੰਦੂ ਮੱਤ ਦੇ ਸਾਡੇ ਵੀਰ ਕਹਿੰਦੇ ਨੇ, ਮੰਦਰਾਂ ਦੇ ਵਿੱਚ ਸਾਲਗ੍ਰਾਮ ਹੈ ਨਾ।
ਉਹ ਹੁਣ ਜਦੋਂ ਜਾਂਦਾ ਮਾਫ ਕਰਨਾ ਗੁਰੂ ਕੀ ਸੋ ਭਗਤ ਨਾਮਦੇਵ, ਤੇ ਅੱਗੇ ਨਾ ਗਿਆਨੇਸ਼ਵਰ ਦਾਸ ਜਿਹੜੇ ਭਗਤ ਨਾਮਦੇਵ ਦੇ ਮਾਫ ਕਰਨਾ ਗੁਰੂ ਮੰਨੇ ਜਾਂਦੇ ਨੇ, ਤੇ ਉਹ ਜਦੋਂ ਨਾਮਦੇਵ ਗਿਆ ਨਾ ਤੇ ਗਿਆਨੇਸ਼ਵਰ ਨੇ ਨਾ ਗਿਆਨੇਸ਼ਵਰ ਦਾਸ ਨੇ 2 ਪੱਥਰ ਨਾਲ ਸਿਰ ਥੱਲੇ ਰੱਖੇ, 2 ਕੰਧਿਆਂ ਥੱਲੇ, 2 ਲੱਕ ਦੇ ਥੱਲੇ, 2 ਪੈਰਾਂ ਥੱਲੇ। ਉਹ ਨਾਮਦੇਵ ਕਹਿੰਦਾ ਦੱਸ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਉਹ ਕਹਿੰਦਾ ਦੱਸ, ਮੈਨੂੰ ਕਿਹਾ ਤੂੰ ਕੱਚਿਆਂ ਤੇ ਘੱਲਿਆ ਕਿਹਦੇ ਕੋਲ, ਦੱਸ। ਜਿਹੜਾ ਜਿਹਨੂੰ ਬੀਠਲਾਂ ਦੇ ਸਤਿਕਾਰ ਦਾ ਪਤਾ ਹੀ ਨਹੀਂ, ਜਿਹਨੂੰ ਬੀਠਲਾਂ ਦੇ ਸਤਿਕਾਰ ਦਾ ਆ ਦੱਸ, ਇਹ ਬੀਠਲਾਂ ਦੇ ਪੈਰ ਰੱਖੀ ਲੇਟੇ ਆ। ਆ ਮਾਫ ਕਰਨਾ ਆਪਣੇ ਲੱਕ ਥੱਲੇ ਬੀਠ ਰੱਖੇ ਨੇ, ਸਿਰ ਥੱਲੇ ਬੀਠ ਰੱਖੇ, ਕੰਧਿਆਂ ਥੱਲੇ। ਉਹ ਜੋਰੂ ਵੇਖ ਕੇ ਕਹਿੰਦਾ ਜਾ ਆ ਕੀ ਆ, ਤੂੰ ਮੈਨੂੰ ਗਿਆਨ ਕੀ ਦੇਵੇਂਗਾ, ਤੂੰ ਮੈਨੂੰ ਗਿਆਨ ਕੀ ਦੇਵੇਂਗਾ, ਤੈਨੂੰ ਤਾਂ ਬੀਠਲਾਂ ਦੇ ਸਤਿਕਾਰ ਦਾ ਵੀ ਪਤਾ ਨਹੀਂ। ਜਦੋਂ ਨਾਮਦੇਵ ਲੱਗਾ ਨਾ ਪਿੱਛੇ ਮੁੜਨਾ, ਜਦੋਂ ਪਿੱਛੇ ਨਾਮਦੇਵ ਲੱਗਾ ਮੁੜਨ, ਸ਼ਰਧਾ ਟੁੱਟ ਗਈ ਉਹਦੀ, ਕਿਉਂਕਿ ਉਹ ਬੀਠਲ ਦੀ ਪੂਜਾ ਕਰਦਾ ਸੀ। ਆਵਾਜ਼ ਦਿੱਤੀ ਗਿਆਨੇਸ਼ਵਰ ਦਾਸ ਨੇ, ਆਖਿਆ ਬਈ ਨਾਮਦੇਵ ਗੱਲ ਸੁਣ ਜਾ। ਕਹਿੰਦਾ ਕੀ ਗੱਲ, ਗੱਲ ਤੁਹਾਡੀ ਮੈਂ ਕੀ ਸੁਣਾ, ਗੱਲ ਸੁਣਨ ਵਾਲੀ ਹੋਵੇ ਤੇ ਮੈਂ ਸੁਣਾ, ਗੱਲ ਸੁਣਨ ਵਾਲੀ ਹੋਵੇ ਤੇ ਮੈਂ ਸੁਣਾ। ਹੁਣ ਗੱਲ ਇਸ ਤਰ੍ਹਾਂ ਬਈ ਤੁਸੀਂ ਤੇ ਆ ਬੀਠਲਾਂ ਦੇ ਉੱਤੇ ਚੜ੍ਹ ਕੇ ਬੈਠੇ ਹੋ ਤੇ ਤੁਸੀਂ ਮੈਨੂੰ ਗਿਆਨ ਕੀ ਦੇਣਾ। ਗਿਆਨੇਸ਼ਵਰ ਦਾਸ ਨੇ ਆਖਿਆ ਤੂੰ ਗਰਮ ਨਾ ਹੋ, ਗੱਲ ਸੁਣ। ਆਖਿਆ ਜੀ ਦੱਸੋ। ਉਹਨੇ ਆਖਿਆ ਤੂੰ ਇੰਜ ਕਰ, ਜਿੱਧਰ ਬੀਠਲ ਨਹੀਂ ਹੈਗੇ ਮੇਰੇ ਪੈਰ ਉਧਰ ਕਰ ਦੇ, ਜਿੱਧਰ ਬੀਠਲ ਨਹੀਂ ਹੈਗੇ ਮੇਰੇ ਪੈਰ ਉਧਰ ਕਰਦੇ। ਹੁਣ ਨਾਮਦੇਵ ਨੂੰ ਗੁੱਸਾ ਤੇ ਹੈ ਹੀ ਸੀ, ਉਹਨੇ ਗੁੱਸੇ ਨਾਲ ਫੜ ਕੇ ਨਾ ਪੈਰ, ਤੇ ਜਦੋਂ ਨਾ ਬੀਠਲਾਂ ਦੇ ਉੱਤੋਂ ਚੁੱਕ ਕੇ ਦੂਜੇ ਪਾਸੇ ਲੱਗਾ ਕਰਨ, ਉਹ ਜਿੱਧਰ ਵੀ ਗਿਆਨੇਸ਼ਵਰ ਦਾਸ ਦੇ ਭਗਤ ਨਾਮ ਦੇ ਪੈਰ ਕਰਦਾ, ਬੀਠਲ ਗਿਆਨੇਸ਼ਵਰ ਦਾਸ ਦੇ ਪੈਰਾਂ ਥੱਲੇ ਘੁੰਮੀ ਜਾਂਦੇ ਨੇ। ਉਹ ਮਾਫ ਕਰਨਾ ਗੁਰੂ ਕੀ ਸੰਗਤ, ਉਹ ਕਦੀ ਖੱਬੇ ਕਰਦਾ, ਕਦੀ ਸੱਜੇ, ਕਦੀ ਖੱਬੇ, ਕਦੀ ਸੱਜੇ, ਕਦੀ ਖੱਬੇ। ਉਹ ਜਿੱਧਰ ਕਰਦਾ, ਜਿੱਧਰ ਗਿਆਨੇਸ਼ਵਰ ਦਾਸ ਦੇ ਪੈਰ ਕਰਦਾ, ਬੀਠਲ ਉੱਥੇ ਘੁੰਮੀ ਜਾਂਦੇ ਨੇ। ਭਗਤ ਨਾਮਦੇਵ ਦੀ ਧਾ ਨਿਕਲ ਗਈ ਤੇ ਗਿਆਨੇਸ਼ਵਰ ਦਾਸ ਦੇ ਫੜ ਲਏ ਪੈਰ। ਕਹਿੰਦਾ ਸੱਚਮੁੱਚ ਮੈਂ ਕੱਚਾ ਹਾਂ, ਸੱਚਮੁੱਚ ਮੈਂ ਕੱਚਾ। ਕਹਿੰਦਾ ਮੈਂ ਤਾਂ ਇੰਨੇ ਕੁ ਪੱਥਰ 'ਚ ਉਹਨੂੰ ਰੱਬ ਨੂੰ ਸਮਝੀ ਬੈਠਾ ਸੀ। ਜਿਵੇਂ ਗੁਰੂ ਨਾਨਕ ਜੀ ਮੱਕੇ ਗਏ ਨੇ, ਅਸੀਂ ਛੋਟੇ ਹੁੰਦੇ ਨਾ, ਸਾਡੇ ਪ੍ਰਚਾਰ ਹੀ ਸਾਡਾ ਇਹੋ ਜਿਹਾ, ਅਸੀਂ ਬੜੇ ਖੁਸ਼ ਹੋਣਾ ਜੀ ਗੁਰੂ ਨਾਨਕ ਜੀ ਨੇ ਮੱਕੇ ਵੱਲ ਪੈਰ ਕਰ ਲਏ। ਕਹਿ ਦੇ ਵਾਹਿਗੁਰੂ। ਗੁਰੂ ਨਾਨਕ ਜੀ ਨੇ ਮੱਕੇ ਵੱਲ ਪੈਰ ਕਰ ਲਏ, ਅਸੀਂ ਬੜੇ ਖੁਸ਼ ਹੋਣਾ ਜੀ, ਮੱਕਾ ਫੇਰਤਾ, ਇਹ ਕਰਤਾ। ਉਹ ਬਾਬਾ ਜੀ ਨੇ ਮੱਕੇ ਦੀ ਨਰਾਦਰੀ ਨਹੀਂ ਸੀ ਕੀਤੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਬਾਬੇ ਨੇ ਮੱਕੇ ਦੀ ਨਰਾਦਰੀ ਨਹੀਂ ਕੀਤੀ, ਬਾਬੇ ਨੇ ਮੱਕੇ ਦੀ ਤੋਹੀਨ ਨਹੀਂ ਕੀਤੀ, ਨਰਾਦਰ ਨਹੀਂ ਕੀਤਾ। ਸਗੋਂ ਇਹ ਜਿਹੜੇ ਮੁਸਲਮਾਨ ਭਰਾ ਨੇ ਨਾ, ਇਹ ਸ਼ਰ੍ਹਾ ਦੇ ਬੜੇ ਪੱਕੇ ਨੇ, ਇਹ ਸ਼ਰ੍ਹਾ ਦੇ ਬੜੇ ਪੱਕੇ ਨੇ। ਮਾਫ ਕਰਨਾ, ਮੁਸਲਮਾਨ ਦਾ ਯਕੀਨ ਸੀ ਕਿ ਖੁਦਾ ਅੱਲਾਹ ਤਾਲਾ ਰੱਬ ਸਿਰਫ ਮੱਕੇ ਦੇ ਅੰਦਰ ਹੈ, ਇਸ ਤੋਂ ਬਾਹਰ ਨਹੀਂ ਹੈਗਾ। ਰੱਬ ਸਿਰਫ ਮੱਕੇ ਦੇ ਅੰਦਰ ਹੀ ਹੈ, ਇਸ ਤੋਂ ਬਾਹਰ ਨਹੀਂ ਹੈਗਾ। ਤੇ ਜਦੋਂ ਬਾਬਾ ਜੀ ਮੱਕੇ ਵੱਲ ਕਰਕੇ ਪੈਰ ਲੇਟ ਗਏ ਤੇ ਮਾਫ ਕਰਨਾ ਖਾਲਸਾ ਜੀ, ਜੀਵਨ ਦਾਸ ਨਾਂ ਦਾ ਕਾਜੀ ਆਏ ਦੌੜੇ, ਕਾਦੀ ਮਲਾਣੇ ਹੋਏ, ਆ ਕੌਣ ਆ ਗਿਆ ਕਾਫਰ, ਸਾਡੇ ਮੱਕੇ ਵੱਲ ਪੈਰ ਕਰਕੇ, ਸਾਡੇ ਖੁਦਾ ਵੱਲ ਪੈਰ ਕਰਕੇ ਇਹ ਲੇਟ ਗਿਆ, ਇਹ ਹੁੰਦਾ ਕੌਣ ਆ। ਉਹਨਾਂ ਨੇ ਗੁੱਸੇ ਮਾਫ ਕਰਨਾ ਮਰਦਾਨੇ ਪੁੱਛਦੇ ਕੌਣ ਹੈ। ਮਰਦਾਨਾ ਵੀ ਹੁਣ ਡਰ ਗਿਆ। ਮਰਦਾਨੇ ਤੋਂ ਪਹਿਲਾਂ ਆਖਿਆ ਸੀ ਬਾਲਿਆ ਤੇ ਕੋਈ ਨਾ ਕੋਈ ਪੰਗਾ ਪੈਣਾ, ਮੁਸਲਮਾਨ ਬੜੇ ਪੱਕੇ ਨੇ ਸ਼ਰ੍ਹਾ ਦੇ। ਮਾਫ ਕਰਨਾ ਗੁਰੂ ਕੀ ਸੰਗਤ ਲੱਗਾ ਕਹਿਣ ਮਰਦਾਨਾ ਜੀ। ਹੁਣ ਮਰਦਾਨਾ ਚੁੱਪ। ਫਿਰ ਪੁੱਛਿਆ ਨਾ ਕੌਣ ਹੈ, ਜੀਵਨ ਕਾਜੀ ਨੇ ਪੁੱਛਿਆ। ਗੁਰੂ ਨਾਨਕ ਜੀ ਕਹਿੰਦੇ ਦੱਸੋ ਅਸੀਂ ਕੌਣ। ਮਰਦਾਨਾ ਕਹਿੰਦਾ ਇਹ ਖੁਦਾ ਹੈ, ਖੁਦਾ। ਉਹ ਖੁਦਾ, ਉਹਨਾਂ ਕਿਹਾ ਖੁਦਾ ਦੇ ਮੱਕੇ 'ਚ ਹੈ, ਖੁਦਾ ਤਾਂ ਮੱਕੇ ਦੇ ਅੰਦਰ ਬੈਠਾ ਹੈ, ਖੁਦਾ ਕਿੱਧਰੋਂ ਆ ਗਿਆ। ਉਸ ਮੌਕੇ ਗੁਰੂ ਨਾਨਕ ਜੀ ਨੇ ਕਾਜ਼ੀਆਂ ਨੂੰ ਆਖਿਆ ਇੰਝ ਕਰੋ, ਸਾਡੇ ਪੈਰ ਉਧਰ ਕਰ ਦਿਓ ਜਿੱਧਰ ਖੁਦਾ ਨਹੀਂ ਹੈਗਾ, ਜਿੱਧਰ ਖੁਦਾ ਨਹੀਂ ਹੈਗਾ। ਹੁਣ ਜੀਵਨ ਕਾਜੀ ਨੇ ਫੜ ਕੇ ਗੁਰੂ ਨਾਨਕ ਜੀ ਦੇ ਚਰਨ, ਭਾਈ ਗੁਰਦਾਸ ਨੇ ਲਿਖਿਆ ਕਾਜੀ ਟੰਗੋਂ ਪਕੜ ਘਸੀਟਿਆ। ਸਾਰੇ ਪੜੋ, ਕਾਜੀ ਟੰਗੋਂ ਪਕੜ ਘਸੀਟਿਆ, ਮੱਕਾ 4 ਚੁਫੇਰੇ ਫਿਰਿਆ। ਜਦੋਂ ਗੁੱਸੇ ਦੇ ਨਾਲ ਪੈ ਗੁਰੂ ਨਾਨਕ ਸਾਹਿਬ ਚਰਨ ਫੜ ਕੇ ਨਾ, ਹੁਣ ਜਿੱਧਰ ਨੂੰ ਜੀਵਨ ਕਾਜੀ ਗੁਰੂ ਨਾਨਕ ਦੇ ਚਰਨ ਕਰਦਾ, ਉਧਰ ਨੂੰ ਮੱਕਾ ਘੁੰਮੀ ਜਾਂਦਾ।
ਜੀਵਨ ਕਾਜੀ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਢਹਿ ਪਿਆ। ਮਾਫ ਕਰਨਾ ਤੇ ਗੁਰੂ ਕੀ ਸੰਗਤ। ਜੀਵਨ ਕਾਜੀ ਨੇ ਮਾਫ ਕਰਨਾ ਗੁਰੂ ਕੀ ਸੰਗਤ ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਢਹਿ ਪਿਆ ਤੇ ਬੇਨਤੀ ਕੀਤੀ, ਮਹਾਰਾਜ ਆਹ ਕੀ ਖੇਡ। ਗੁਰੂ ਜੀ ਕਹਿੰਦੇ, ਮੂਰਖੋ, ਜਿਸ ਖੁਦਾ ਨੂੰ ਮੱਕੇ ਦੇ ਅੰਦਰ ਸਮਝਦੇ ਹੋ ਨਾ, ਉਹ ਖੁਦਾ ਤਾਂ ਸਾਰੇ ਹੀ ਆ। ਇਹਦਾ ਨਾਮਦੇਵ ਕਹਿੰਦਾ, ਸੱਚਮੁੱਚ ਮੈਂ ਪੱਕਾ, ਮੈਂ ਤਾਂ ਸਮਝਦਾ ਸੀ ਕਿ ਇੰਨਾ ਕੁ ਜਿਹੜਾ ਬੀਠਲ ਰੱਖਿਆ ਨਾ ਘਰ 'ਚ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਉਹ ਜਿਹੜਾ ਇੰਨਾ ਕੁ ਬੀਠਲ ਰੱਖਿਆ ਸ਼ਾਲਗ ਰਾਮ ਜਿਹਨੂੰ ਕਾਲੇ ਰੰਗ ਦਾ ਇੱਕ ਪੱਥਰ ਹੁੰਦਾ, ਕਹਿੰਦਾ ਮੈਂ ਤਾਂ ਸਮਝਦਾ ਸੀ ਵੀ ਜਿਹੜਾ ਰੱਬ ਹੈਗਾ, ਮੇਰਾ ਪਰਮੇਸ਼ਰ ਹੈਗਾ, ਜੋ ਵੀ ਹੈਗਾ ਨਾ, ਮੇਰਾ ਬੀਠਲ ਇੰਨੀ ਕੁ ਥਾਂ 'ਤੇ ਹੈ। ਪਰ ਅੱਜ ਕਹਿੰਦਾ ਪਤਾ ਲੱਗਾ ਈਬੇ ਬੀਠਲ, ਸਾਰੇ ਪੜੋ, ਈਬੇ ਬੀਠਲ ਊਬੇ ਬੀਠਲ। ਉਹ ਕਹਿੰਦਾ ਇੱਧਰ ਵੀ ਬੀਠਲ ਉੱਧਰ ਵੀ ਬੀਠਲ। ਮੈਨੂੰ ਤਾਂ ਅੱਜ ਪਤਾ ਲੱਗਾ ਵੀ ਬੀਠਲ ਨੂੰ ਜਿਹੜਾ ਮੈਂ ਸਮਝਦਾ ਸੀ ਕਿ ਮੈਂ ਬੀਠਲ ਇੰਨਾ ਕਾ, ਕਹਿੰਦਾ ਈਬੇ ਬੀਠਲ ਊਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਬੀਠਲ ਬਿਨ ਸੰਸਾਰ ਨਹੀਂ, ਬਿਨਾ ਬੀਠਲ ਤੋਂ ਸੰਸਾਰ ਹੈ ਹੀ ਨਹੀਂ। ਐਸੀ ਕੋਈ ਥਾਂ ਨਹੀਂ ਜਿੱਥੇ ਪਰਮੇਸ਼ਰ ਹੈ ਹੀ, ਜਿੱਥੇ ਪਰਮੇਸ਼ਰ ਹੈ ਹੀ ਨਹੀਂ। ਮਾਫ ਕਰਨਾ, ਸਾਡੇ ਨੇੜੇ ਕੁਰੂਕਸ਼ੇਤਰ ਪੈਂਦਾ, कुरुक्षेत्र भी देखो भाई, बड़ी हुई थी यहीं लड़ाई, यहीं कृष्ण ने शंख बजाया, गीता का उपदेश सुनाया। जब जंग के मैदान च ना अगे एक राजा सहस बाहू होया, सहस बाहू, राजे का नाम सी सहस बाहू। ये इन्ना धर्मात्मा राजा होया। अगे राजे लोग ना, जिवें असीं कबड्डियां दे मैच देखण जाने आ जां कुश्तियां देखण जाने आ, पहलवानां दी छिंज पैंदी। अगे ना जदों जंग हुंदे सन, राजे धर्मी हुंदे सन ते राजियां ने जंग वेखण वास्ते जाना भी एक राज दा दूजे राजे नाल जंग हो रहा। इहड़ा सहस बाहू सी, एक बारी कह दो बाहर, बड़ा धर्मात्मा राजा होया। जंग दे मैदान च ओहदी मदद करदा सी जिहड़ा पासा हारदा नज़र आउंदा सी। जदों ये जंग वेखण वास्ते आया तो कृष्ण भगवान ने अर्जन नूं आख्या, अर्जन जंग जितना मुश्किल हो जाना। जंग दे विच आ रहा सहस बाहू ना करके राजा, उन्हें आख्या महाराज, वो आख्या ओहदी तीर अंदाजी तेनों की दसी है? कहता महाराज किन्नी का? कहते ने ओहदा तीर एक एक चलिया तीर ना सहस बाहू का, तैनूं दिखाने भी की करता। कृष्ण महाराज पंडित का रूप धारण कर लिया तो अगे ना जिते सहस बाहू आ रहा सी, बहुत वड्डा पिपल का रुख खलोता है। पिपल का रुख, जदों पिपल का रुख खलोता है तो माफ करना, कहते हैं कृष्ण महाराज उत्थे खड़ गए, उधर सहस बाहू आ गया तो कृष्ण महाराज पंडित का रूप धारण करके खड़े ने। कहते हैं बई सहस बाहू कित्थे जा रहे? कहता जंग वेखण चले। वो लगे कहण भी जंग वेखण चले, किहदी मदद करोगे? कहता ओहदी मदद करूँगा जिहड़ा पासा हारदा नजर आऊगा। माफ करना तो वो भगवान लगे कहण, कहते तेरे कोई अपने तीर का जोर दिखा। लगा कहण महाराज जिन्ने इस पिपल के उत्ते पत्ते ने ना, जे मैं एक तीर छड्ड दियां ते मेरा जिहड़ा मेरा एक चलिया तीर ना कमान दे विच सारे पत्तियां नूं इन्हां नूं परो के ना एक तीर दे विच परो के सारे इकट्ठे करके रख देगा। वो माफ करना क्या है पक्की गल? कहता पक्की गल। वो कृष्ण महाराज ने की कीता, एक पत्ता तोड़ के अपने चरण के थले रख लिया, पैर थले रख लिया। इन्हें जो छड्डिया तीर, जिन्ने पत्ते सी सारे परो के तीर ने अपने विच ते आ के कृष्ण महाराज ने चरण के उत्ते तीर ऐ हो गया। कहता धर्मी सीगे, नाम सी, भजन सी पहले। इन्हें आख्या महाराज अपना जरा चरण परा कर लो कि तीर तुहाडे चरण दे विचों ना लंघ जाए। वो जो खैर उन्हें चरण परे किया तो माफ करना तो सीधा भगवान पंडित रूप धारण करके खड़े सी। कहता कित्थे चलिया? कहते जंग देखण चले। कहते यार बड़ा सूरमा तू, बड़ा सूरमा तू। कहने लगा मार मैं सूरमा ही नहीं, मैं दानी भी हाँ। कहते की दान करेंगे? कहता कोई दान मंगे। कृष्ण महाराज कहते अपना सिर दे दान वजों। अब पांडवां दी की मजाल सी कि पांडव जित जांदे, वो पिठ ते खलोता सी इन्हां दी ते। माफ करना कहते जे विचार करके वेखीए तो फिर पता लगता। पर माफ करना कहते ना गुरु के संगत, उन्हें कहा महाराज मैं तो जंग वेखना, मैं तो जंग देखण लई आया, जंग देखण लई आया। तुसीं कहंदे भी अपना सिर दे दे। हाँ उस मौके आख्या जंग तेनू दिखा दिता जाएगा, जंग तेनू
ਜੰਗ ਤੈਨੂੰ ਦਿਖਾਤਾ ਜਾਏਗਾ। ਕਹਿਣ ਲੱਗਾ ਚੰਗਾ ਜੀ ਮੇਰਾ ਸਿਰ ਵੱਢ ਲਓ। ਜਦੋਂ ਸਿਰ ਵੱਢ ਲਿਆ, ਦਿੱਲੀ ਦਾ ਪਹਿਲਾ ਨਾਂ ਹਸਤਨਾਪੁਰ ਸੀ। ਐਵੇਂ ਨਹੀਂ ਕਿਹਾ ਨਾ ਕਿਸੇ ਜਨਮੈ ਨਾ ਕਿਸੇ ਮਰੈ। ਪੜ੍ਹੋ ਹੁਣ ਆਪਾਂ ਕਿਵੇਂ ਮੰਨਾਂਗੇ? ਆਪਾਂ ਤਾਂ ਸਾਰੇ ਆਪਾਂ ਜਿਹੜੇ ਜੰਮਣ ਮਰਨ 'ਚ ਆਪਾਂ ਉਹਨਾਂ ਦੀ ਸੰਗਤ ਕਰ ਰਹੇ। ਆਪਾਂ ਕਹਿੰਦੇ ਜੰਮੇ ਵੀ ਆ, ਆਪਾਂ ਮਰਨਾ ਵੀ ਆ। ਖੈਰ ਗੁਰੂ ਕੀ ਸੰਗਤ ਮਹਾਰਾਜ ਕਹਿੰਦੇ ਨਾ ਕਿਸੇ ਜਨਮੈ ਨਾ ਕੁਛ ਮਰੈ, ਆਪਣ ਚਲਤ ਆਪ ਹੀ ਕਰੈ। ਉਹ ਗੁਰੂ ਕੀ ਸੰਗਤ ਕਹਿੰਦਾ ਨਾ ਕਿ ਦਿੱਲੀ ਦਾ ਪਹਿਲਾ ਨਾਂ ਸੀ ਹਸਤਨਾਪੁਰ। ਤੇ ਕਹਿੰਦਾ ਨਾ ਇੱਕ ਬਹੁਤ ਵੱਡੇ ਦਰਖਤ ਦੇ ਉੱਤੇ ਨਾ ਸਹਿਸ ਬਾਹੂ ਦਾ ਸਿਰ ਬੰਨ੍ਹ ਦਿੱਤਾ ਗਿਆ। ਹੁਣ ਜੰਗ ਹੋ ਰਿਹਾ, ਜੋ ਜੰਗ ਕੁਰੂਕਸ਼ੇਤਰ ਦੀ ਧਰਤੀ ਤੇ ਹੋ ਰਿਹਾ। ਸਹਿਸ ਬਾਹੂ ਗੁਰੂ ਕੀ ਸੰਗਤ ਜੰਗ ਦਾ ਸਾਰਾ ਹਾਲ ਜੋ ਕੁਰੂਕਸ਼ੇਤਰ ਮਰਿਆ, ਉਹ ਦੁਰਯੋਧਨ ਦੇ ਪਿਓ ਧ੍ਰਿਤਰਾਸ਼ਟਰ ਨੂੰ ਦੱਸ ਰਿਹਾ ਕਿ ਤੇਰਾ ਫਲਾਣਾ ਪੁੱਤਰ ਮਾਰਿਆ ਗਿਆ, ਤੇਰੇ ਫਲਾਣੇ ਬੰਦੇ ਮਾਰੇ ਗਏ ਨੇ, ਤੇਰੇ ਫਲਾਣੇ ਬੰਦੇ ਮਾਰੇ ਗਏ ਨੇ। ਉਹ ਜਿਹੜਾ ਸਿਰ ਸੀ ਸਹਿਸ ਬਾਹੂ ਦਾ, ਉਹ ਕਰਦਾ ਸੀ ਮਾੜੇ ਬੰਦੇ ਦੀ ਮਦਦ। ਹੁਣ ਜਦੋਂ ਕਾਰਵ ਹਾਰਦੇ ਨੇ ਤਾਂ ਐ ਸਿਰ ਕਰਦਾ ਵੀ ਤੁਸੀਂ ਅੱਗੇ ਵਧੋ, ਇੱਕ ਵਾਰੀ ਕਹੋ ਵੈਸੇ। ਉਹ ਅੱਗੇ ਰਾਜੇ ਧਰਮਾਤਮਾ ਹੁੰਦੇ ਸਨ। ਖੈਰ ਜਦੋਂ ਪਾਂਡਵ ਕਹਿੰਦੇ ਨੇ ਰਾਜ ਜਿੱਤ ਗਏ ਤੇ ਭੀਮਸੈਨ ਨੂੰ ਮਾਣ ਹੋ ਗਿਆ ਵੀ ਮੈਂ ਨਾ ਹਾਥੀ ਚੱਕ ਕੇ ਮਾਰੇ ਨੇ ਆਕਾਸ਼ 'ਚ। ਅਰਜਨ ਕਹਿੰਦਾ ਮੈਂ ਫੜ ਕੇ ਜੰਗ ਦੇ ਮੈਦਾਨ ਦੇ ਵਿੱਚ ਮੈਂ ਧੱਜੀਆਂ ਉਡਾ ਦਿੱਤੀਆਂ ਨੇ, ਧੱਜੀਆਂ ਉਡਾਤੀਆਂ, ਧੱਜੀਆਂ। ਇੱਕ ਵਾਰੀ ਕਹਿ ਦਿਓ ਪੈਰ। ਮੈਂ ਇੰਨੇ ਮਾਰੇ। ਜਦ ਕ੍ਰਿਸ਼ਨ ਭਗਵਾਨ ਨੂੰ ਬੇਨਤੀ ਕੀਤੀ ਤੇ ਕ੍ਰਿਸ਼ਨ ਭਗਵਾਨ ਕਹਿੰਦੇ ਕੀ ਗੱਲ ਆ? ਭੀਮਸੈਨ ਕਹਿੰਦਾ ਮੈਂ ਇੰਨੇ ਮਾਰੇ ਨੇ। ਅਰਜਨ ਕਹਿੰਦਾ ਮੈਂ ਇੰਨੇ ਮਾਰੇ ਨੇ। ਨਕਲ ਸਹਿਦੇਵ ਤੇ ਧਰਮੀ ਯੁਧਿਸ਼ਟਰ ਸਾਰੇ ਕਹਿੰਦੇ ਨੇ ਜੀ ਅਸੀਂ ਵੀ ਇੰਨੇ ਨੇ ਮਾਰੇ ਨੇ। ਕ੍ਰਿਸ਼ਨ ਭਗਵਾਨ ਕਹਿੰਦਾ ਤੁਸੀਂ ਝੂਠ ਬੋਲਦੇ ਹੋ, ਤੁਸੀਂ ਇੱਕ ਵੀ ਨਹੀਂ ਮਾਰਿਆ, ਤੁਸੀਂ ਇੱਕ ਵੀ ਨਹੀਂ ਮਾਰਿਆ। ਕਹਿੰਦੇ ਕਮਾਲ ਦੀ ਗੱਲ ਹੈ ਮਹਾਰਾਜ, ਤੁਸੀਂ ਕਹਿੰਦੇ ਸਾਨੂੰ ਇੱਕ ਵੀ ਨਹੀਂ ਮਾਰਿਆ, ਮਾਫ ਕਰਨਾ ਇਹ ਕਿੱਦਾਂ ਹੋ ਸਕਦਾ? ਉਸ ਮੌਕੇ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਨਾ, ਚਲੋ ਤੁਹਾਨੂੰ ਉਸ ਬੰਦੇ ਕੋਲ ਲੈ ਚਲੀਏ ਜਿਹਨੇ ਸਾਰਾ ਜੰਗ ਵੇਖਿਆ ਖਾਲਸਾ ਜੀ। ਉਸ ਬੰਦੇ ਕੋਲ ਲੈ ਚਲੀਏ ਜਿਹਨੇ ਸਾਰਾ ਜੰਗ ਵੇਖਿਆ। ਅਰਜਨ ਕਹਿੰਦਾ ਜੀ ਇਹੋ ਜਿਹਾ ਬੰਦਾ ਕਿਹੜਾ ਜਿਹਨੇ ਸਾਰਾ ਜੰਗ ਵੇਖਿਆ? ਕਹਿੰਦੇ ਉਹ ਸਹਿਸ ਬਾਹੂ ਜਿਹਦਾ ਸਿਰ ਵੱਢਿਆ ਸੀ। ਜਦੋਂ ਸਹਿਸ ਬਾਹੂ ਦੇ ਸਿਰ ਦੇ ਕੋਲ ਪੁੱਜੇ ਤੇ ਉਸ ਮੌਕੇ ਭਗਵਾਨ ਕਹਿੰਦੇ ਨੇ ਭੀਮਸੈਨ ਨੂੰ ਪੁੱਛ ਲੈ, ਕਹਿੰਦੇ ਨੇ ਕਿੰਨੇ ਕੁ ਤੀਰ ਚਲਾਏ ਨੇ, ਕਿੰਨੇ ਕੁ ਤੀਰ ਤੂੰ ਚਲਾਏ ਨੇ? ਮਾਫ ਕਰਨਾ ਅਰਜਨ ਨੂੰ ਪੁੱਛ ਲੈ, ਤੂੰ ਕਹਿੰਦੇ ਤੂੰ ਪੁੱਛ ਲੈ ਵੀ ਕਿੰਨੇ ਕੁ ਮਾਰੇ ਨੇ। ਜਦੋਂ ਸਹਿਸ ਬਾਹੂ ਨੂੰ ਪੁੱਛਿਆ ਗਿਆ, ਭੀਮਸੈਨ ਕਹਿੰਦਾ ਮੈਂ ਇੰਨੇ ਮਾਰੇ, ਅਰਜਨ ਕਹਿੰਦਾ ਮੈਂ ਇੰਨੇ ਮਾਰੇ, ਉਹ ਕਹਿੰਦਾ ਮੈਂ ਇੰਨੇ ਮਾਰੇ। ਪੰਜੇ ਭਰਾ ਸਨ, ਵਕਤ ਦੇ ਬਾਦਸ਼ਾਹ ਸਨ। ਖੈਰ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਇਹਨਾਂ ਗੱਲ ਕਿ ਵੀ ਇਹਨੇ ਮਾਰੇ, ਸਹਿਸ ਬਾਹੂ ਕਹਿੰਦਾ ਬਿਲਕੁਲ ਝੂਠ, ਤੁਸੀਂ ਇੱਕ ਬੰਦਾ ਨਹੀਂ ਮਾਰਿਆ, ਤੁਸੀਂ ਇੱਕ ਵੀ ਬੰਦਾ। ਦੂਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਤਿਸ ਭਾਵੈ ਸੋ ਕਾਰ ਕਰਾਵੈ, ਜਨ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਉਹ ਕਹਿੰਦਾ ਤੂੰ ਮਾਰੇ ਕੋਈ ਨਹੀਂ, ਤੁਸੀਂ ਕੋਈ ਨਹੀਂ ਮਾਰੇ। ਉਹਨੇ ਕਿਹਾ ਮਾਰੇ ਫਿਰ ਘੱਟੋ ਘੱਟ ਦੱਸੋ ਤੇ ਸਹੀ ਮਾਰੇ ਕਿੰਨੇ ਨੇ? ਉਹਨਾਂ ਆਖਿਆ ਵੀ ਇੱਕ ਕਾਲੀ ਸੀ, ਇੱਕ ਹੱਥ 'ਚ ਖੰਜਰ ਸੀ ਤੇ ਦੂਜੇ ਹੱਥ 'ਚ ਖੱਪਰ ਸੀ, ਜਿਹਨੂੰ ਕਟੋਰਾ ਕਹਿ ਦਿੰਦੇ। ਇੱਕ ਹੱਥ 'ਚ ਖੱਪਰ ਸੀ, ਦੂਜੇ ਹੱਥ 'ਚ ਖੰਜਰ ਸੀ, ਜਿਹਨੂੰ ਮਾਰਦੀ ਸੀ ਨਾਲੇ ਮਾਰੀ ਜਾਂਦੀ ਸੀ, ਨਾਲੇ ਰੱਤ ਪੀ ਜਾਂਦੀ ਸੀ। ਮੈਂ ਤਾਂ ਆਹ ਦੇਖਿਆ, ਹੋਰ ਮੈਂ ਕੁਝ ਨਹੀਂ ਦੇਖਿਆ। ਗੱਲ ਪਾਂਡਵਾਂ ਨੂੰ ਫਿਰ ਵੀ ਯਕੀਨ ਨਹੀਂ ਆਇਆ, ਪਾਂਡਵਾਂ ਨੂੰ ਫਿਰ ਵੀ। ਪਰ ਇੱਕ ਗੱਲ ਮੇਰੀ ਭੁੱਲਣਾ ਨਾ, ਤੁਸੀਂ ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਤੁਸੀਂ ਜ਼ਿੰਦਗੀ 'ਚ ਸਭ ਕੁਝ ਭੁੱਲ ਜਿਓ ਪਰ ਤੁਸੀਂ ਪਰਮੇਸ਼ਰ ਨੂੰ ਨਾ ਭੁੱਲਿਓ। ਜਿਸ ਦਿਨ ਤੁਸੀਂ ਪਰਮੇਸ਼ਰ ਨੂੰ ਭੁੱਲ ਗਏ ਨਾ, ਅੱਜ ਨਹੀਂ ਕੱਲ ਨਹੀਂ ਪਰਸੋਂ, ਸਾਲ ਨੂੰ 2 ਸਾਲ 10 ਨੂੰ 20 ਸਾਲਾਂ ਨੂੰ ਤੁਸੀਂ ਜੇ ਪਰਮੇਸ਼ਰ ਭੁੱਲ ਗਏ ਨਾ, ਆਪਣੀ ਜ਼ਿੰਦਗੀ 'ਚ ਰੁੜ ਜਾਓਗੇ ਖਾਲਸਾ ਜੀ। ਆਪਣੀ ਜ਼ਿੰਦਗੀ ਦੇ ਵਿੱਚ ਮਾਫ ਕਰਨਾ, ਆਪਣੀ ਜ਼ਿੰਦਗੀ ਦੇ ਵਿੱਚ ਰੁੜ ਜਾਓਗੇ ਜੇ ਪਰਮੇਸ਼ਰ ਨੂੰ ਭੁੱਲ ਗਏ। ਜਿਹਨੂੰ ਪਰਮੇਸ਼ਰ ਯਾਦ ਰਹੂਗਾ ਉਹਦੀ ਕਦੇ ਵੀ ਢਹਿੰਦੀ ਕਲਾ ਨਹੀਂ ਹੋ ਸਕਦੀ। ਮਾਫ ਕਰਨਾ, ਹੁਣ ਕਹਿੰਦੇ ਜਦ ਕਹਿੰਦੇ ਪੰਜੇ ਪਾਂਡਵ, ਹੁਣ ਦਾਅਵੇਦਾਰ ਨੇ ਵੀ ਭਗਵਾਨ ਕੀ ਕਹਿੰਦੇ ਆ, ਮੱਛੀ ਪੱਥਰ ਚੱਟ ਕੇ ਪਿੱਛੇ ਮੁੜਦੀ ਆ, ਮੱਛੀ ਪੱਥਰ ਚੱਟ ਕੇ
ਪਿੱਛੇ ਮੁੜਦੀ ਹੈ। ਪਿੱਛੇ ਇੱਕ ਮਹਾਂਪੁਰਖ ਨੇ ਜਿਨ੍ਹਾਂ ਨੂੰ ਪਤਾ ਹੁੰਦਾ, ਦੁਨੀਆ ਦੇ ਲੋਕਾਂ ਨੂੰ ਹੁੰਦਾ ਮੈਂ ਕੰਮ ਕਰਦਾ ਰੋਟੀ ਮਿਲਦੀ, 4 ਦਿਨ ਬੱਦਲ ਪੈ ਜਾਂਦਾ ਤੇ ਦਾਣਾ ਇੱਕ ਨਹੀਂ ਸੀ ਬਚਣਾ। ਤੁਹਾਡੀ ਮਿਹਨਤ ਕਿੱਥੇ ਗਈ? ਤੁਹਾਡੀ ਮਿਹਨਤ ਕਿੱਥੇ ਗਈ? ਭਾਈ ਸੁਰਜਨ ਸਿੰਘ ਦੱਸ ਕੇ ਹਟਿਆ। ਕੱਲ ਵੀ ਸੀ ਜਦੋਂ ਕੀਰਤਨ ਉੱਥੇ ਹੋ ਰਿਹਾ ਸੀ, ਬੜੀ ਬਾਰਿਸ਼ ਲੱਗੀ ਸੀ। ਮਹਾਤਮਾ ਫਿਰ ਵੀ ਤਰਸ ਕਰਦਾ, ਉਹ ਕਹਿੰਦਾ ਉਹ ਤੇਰੇ ਬੱਚੇ ਨੇ ਮਰ ਜਾਣਗੇ ਭੁੱਖੇ, ਫਿਰ ਤੈਨੂੰ ਦੁੱਖ ਹੋਣਾ। ਖਾਲਸਾ ਜੀ ਇੱਕ ਵਾਰੀ ਕਹਿ ਦਿਓ, ਉਹ ਤੇਰੇ ਬੱਚੇ ਨੇ ਇਹ ਭੁੱਖੇ ਮਰ ਜਾਣਗੇ, ਤੈਨੂੰ ਹੀ ਦੁੱਖ ਹੋਣਾ। ਇੱਕ ਵਾਰੀ ਕਹਿ ਦਿਓ ਮਾਫ ਕਰਨਾ। ਗੁਰੂ ਕੀ ਸੰਗਤ ਬੜੀਆਂ ਮਿਹਨਤਾਂ ਕਰਕੇ ਕੋਠੀਆਂ ਬਣਾਈਆਂ ਨੇ, ਬੜੀਆਂ ਮਿਹਨਤਾਂ ਕਰਕੇ ਕਾਰੋਬਾਰ ਸ਼ੁਰੂ ਕੀਤੇ ਨੇ। ਉਹ ਮਿਹਨਤ ਕੀ ਕਰ ਲੋਗੇ? ਖੋਤੀ ਦਾ ਸਿਰ ਫੜ ਲੋ ਕਰ ਲੋਗੇ। ਆ ਮੈਨੂੰ ਦੱਸ ਰਿਹਾ ਸੀ, ਕਹਿੰਦਾ ਇਟਲੀ ਦੇ ਵਿੱਚ ਰੋਮਾਂ ਦੇ ਨੇੜੇ ਤੂਫਾਨ ਆਇਆ, ਬਿਲਡਿੰਗਾਂ ਦਾ ਹੀ ਨਹੀਂ ਪਤਾ ਲੱਗਾ ਕਿੱਥੇ ਗਈਆਂ ਨੇ। ਖਾਲਸਾ ਜੀ ਇੱਕ ਵਾਰੀ ਕਹਿ ਦਿਓ ਬਾਹਰ। ਮਾਫ ਕਰਨਾ, ਬਿਲਡਿੰਗਾਂ ਦਾ ਹੀ ਨਹੀਂ ਪਤਾ ਲੱਗਾ। ਜੇ ਤੁਸੀਂ ਜਿਉਂਦੇ ਬੈਠੇ ਹੋ ਨਾ, ਉਹਦੀ ਕਿਰਪਾ ਕਰਕੇ ਹੀ ਬੈਠੇ ਹੋ। ਆਪਾਂ ਜੇ ਜਿਉਂਦੇ ਫਿਰਦੇ ਹਾਂ, ਉਹਦੀ ਕਿਰਪਾ ਕਰਕੇ ਫਿਰਦੇ ਹਾਂ, ਨਹੀਂ ਤੇ ਉਹਦੀ ਕਿਰਪਾ ਤੋਂ ਬਿਨਾਂ ਤੇ ਅਸੀਂ ਅਗਲਾ ਸਾਹ ਵੀ ਨਹੀਂ ਲੈ ਸਕਦੇ। ਸਮਾਂ ਇੱਕ ਆਇਆ ਜੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਕੀਰਤਨ ਮੋੜ ਕੁਛ ਹੋਰ ਫੜ ਗਿਆ ਜੀ, ਜਰਾ ਅਸੀਂ ਤੇ ਆਨੰਦ ਹੀ ਲੈਣਾ ਜੀ। ਆਮਣ ਜਾਣ ਇੱਕ ਖੇਲ ਬਣਾਇਆ, ਦੂਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਬਿਕਸੈ ਅੰਤਰ ਜਾਮੀ, ਜੋ ਤਿਸ ਭਾਵੈ ਸੁਕਾਰ ਕਰਾਵੈ, ਜਨ ਨਾਨਕ ਗੁਰਮੁਖ ਦ੍ਰਿਸ਼ਟੀ ਅਵਰ ਨਾ ਆਵੈ, ਜਨ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹਿੰਦਾ ਨਾ ਧਰਮ ਵਿੱਚ ਯੁਧਿਸ਼ਠਰ ਜਿੱਦਾਂ ਰਾਜ ਦੀ ਤਾਜਪੋਸ਼ੀ ਹੋਈ। ਮਾਫ ਕਰਨਾ, ਦਵਾਰਕਾ ਮਹਾਰਾਸ਼ਟਰ 'ਚ ਪੈਂਦੀ। ਭੀਮ ਸੈਨ ਨੇ ਫੌਜਾਂ ਦਾ ਕੰਮ ਸੰਭਾਲਿਆ, ਕਿਸੇ ਭਰਾ ਨੇ ਕੋਈ, ਕਿਸੇ ਨੇ ਕੋਈ। ਸਮਾਂ ਆਇਆ, ਕਹਿੰਦੇ ਨੇ ਦਵਾਰਕਾ ਤੋਂ ਗੁਰੂ ਕੀ ਸੰਗਤ ਚੱਲ ਕੇ ਇੱਕ ਦਰਬਾਨ ਆਇਆ ਕ੍ਰਿਸ਼ਨ ਭਗਵਾਨ ਦਾ। ਉਹਨੇ ਆਉਂਦੇ ਹੀ ਆਖਿਆ ਜੀ ਕ੍ਰਿਸ਼ਨ ਭਗਵਾਨ ਸੱਚਖੰਡ ਚਲੇ ਗਏ ਨੇ। 5 ਪਾਂਡਵਾਂ ਦੀ ਮਾਂ ਕੁੰਤੀ ਸੁਣਦੇ ਸਾਰ ਉੱਥੇ ਢਹਿ ਢੇਰੀ ਹੋ ਗਈ। ਵਕਤ ਦੇ ਬਾਦਸ਼ਾਹ, ਇਤਿਹਾਸ ਦੱਸਦਾ ਉਹ ਅਰਜਨ, ਜਿਨੇ ਨਾ ਬੜੀ ਲੰਬੀ ਚੌੜੀ ਵਿਚਾਰ ਕੇ ਤੇ ਸਮਾਂ ਬਣਿਆ ਤੇ ਫਿਰ ਵਿਚਾਰ ਕਰਾਂਗੇ। ਉਹ ਅਰਜਨ ਜਿਨੇ ਮਾਤ ਲੋਕ ਤੋਂ ਲਾ ਕੇ ਇੰਦਰ ਲੋਕ ਤੱਕ ਨਾ ਬਾਣਾਂ ਦੀ ਸੜਕ ਬੰਨ੍ਹ ਦਿੱਤੀ ਸੀ। ਬਾਣਾਂ ਦੀ ਸੜਕ ਮਾਤ ਲੋਕ ਤੋਂ ਲੈ ਕੇ ਇੰਦਰ ਲੋਕ ਤੱਕ ਬਾਣਾਂ ਦੀ ਸੜਕ ਬੰਨ੍ਹ ਦਿੱਤੀ ਸੀ। ਔਰ ਇੰਦਰ ਲੋਕ ਦੇ ਵਿੱਚ ਜਾ ਕੇ ਸਵਰਗਾਂ ਦੇ ਰਾਜੇ ਇੰਦਰ ਦੇ ਕੋਲੋਂ ਗੰਡੀਵਨਾਂ ਦਾ ਧਨੁੱਖ ਲਿਆ ਸੀ। ਕਹਦੇ ਵਾਹਿਗੁਰੂ, ਜਿਸ ਧਨੁੱਖ ਦੀ, ਜਿਸ ਕਮਾਨ ਦੀ ਵਰਤੋਂ ਮਹਾਂਭਾਰਤ ਦੇ ਜੰਗ ਸਮੇਂ ਕੀਤੀ ਗਈ। ਅੱਜ ਕਹਿੰਦੇ ਨੇ ਵਕਤ ਆਇਆ, ਰਾਣੀਆਂ ਨੇ ਜਿੱਦ ਕੀਤੀ। ਰਾਣੀਆਂ ਨੇ ਜਿੱਦ ਕੀਤੀ ਕਿ ਅਸੀਂ ਸੈਰ ਕਰਨ ਵਾਸਤੇ ਜਾਣਾ। ਬੜਾ ਸਮਝਾਇਆ ਧਰਮ ਵੀ ਯੁਧਿਸ਼ਠਰ ਨੇ, ਕਹਿੰਦੇ ਨਹੀਂ ਜੀ ਅਸੀਂ ਸੈਰ ਕਰਨ ਵਾਸਤੇ ਜਾਣਾ, ਸਾਨੂੰ ਸੈਰ ਕਰਾ ਕੇ ਲਿਆਓ। ਜਿੱਥੇ ਲਿਖਿਆ ਰੋਵੈ ਪਾਂਡੋ ਭਏ ਮਜੂਰ, ਸਾਰੇ ਪੜੋ ਰੋਵੈ ਪਾਂਡੋ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਜੂਰ। ਜਿਨ ਕੇ ਸੁਆਮੀ ਰਹਿਤ ਹਜੂਰ। ਹਜੂਰ ਕਹਿੰਦੇ ਨੇ ਹਾਜ਼ਰਾ ਹਜੂਰ, ਜਿਹੜਾ ਸੰਗੀ ਹੋਵੇ। ਪਰ ਹੁਣ ਵੇਖਣ ਵਾਲੀ ਗੱਲ, ਕਹਿੰਦੇ ਨੇ ਗੁਰੂ ਦੀ ਸੰਗਤ ਤੇ ਜਦੋਂ ਪਾਂਡਵ ਰਾਣੀਆਂ ਨੇ ਜਿੱਦ ਕੀਤੀ ਤੇ ਧਰਮ ਵੀ ਯੁਧਿਸ਼ਠਰ ਦੀ ਡਿਊਟੀ ਨਕਲ ਤੇ ਸਹਿਦੇਵ ਦੀ ਲਾਈ, ਜਾਓ ਰਾਣੀਆਂ ਨੂੰ ਸੈਰ ਕਰਾ ਕੇ ਲਿਆਓ। ਵਕਤ ਦੇ ਬਾਦਸ਼ਾਹ ਨੇ ਹੁਣ ਝਾਤੀ ਮਾਰਨੀ ਪਵੇਗੀ। ਜਦੋਂ ਰਾਣੀਆਂ ਨੂੰ ਸੈਰ ਕਰਾਉਣ ਵਾਸਤੇ ਗਏ ਨਾ, ਜੰਗਲ ਦੇ ਵਿੱਚ ਕਹਿੰਦੇ ਨੇ ਜਾਤ ਦੇ ਭੀਲਾਂ ਨੇ, ਭੀਲ ਜਾਤ ਸੁਣੀ ਹੋਣੀ ਤੁਸੀਂ, ਇੱਕ ਜਾਤ ਦੇ ਭੀਲਾਂ ਨੇ ਨਕਲ ਤੇ ਸਹਿਦੇਵ ਨੂੰ ਮਾਰ ਕੇ ਭਜਾ ਦਿੱਤਾ ਤੇ ਪਾਂਡਵਾਂ ਦੀਆਂ ਰਾਣੀਆਂ ਖੋਹ ਲਈਆਂ। ਪਾਂਡਵਾਂ ਦੀਆਂ ਜਾਤ ਦੇ ਨੀਚਾਂ ਨੇ, ਜਾਤ ਦੇ ਭੀਲਾਂ ਨੇ ਪਾਂਡਵਾਂ ਦੀਆਂ ਰਾਣੀਆਂ, ਰਾਜਿਆਂ ਦੀਆਂ ਰਾਣੀਆਂ ਖੋਹ ਲਈਆਂ। ਨਕਲ ਤੇ ਸਹਿਦੇਵ ਦੇ ਵਾਲ ਖਿੰਡਰੇ, ਰੋਵੈ ਪਾਂਡੋ ਭਏ ਮਜੂਰ। ਰੋਵੈ ਪਾਂਡੋ, ਰੋਂਦੇ ਆਏ ਤੇ ਧਰਮ ਵੀ ਯੁਧਿਸ਼ਠਰ ਪੁੱਛਦਾ ਕੀ ਗੱਲ, ਉਹ ਤੁਹਾਡੇ ਵਾਲ ਖਿੰਡਰੇ ਨੇ, ਤੁਸੀਂ ਰੋਂਦੇ ਆਉਂਦੇ। ਆਖਿਆ ਜੀ ਸਾਡੀਆਂ ਰਾਣੀਆਂ ਭੀਲਾਂ ਨੇ ਖੋਹ ਲਈਆਂ। ਤੇਰਾ ਧਿਆਨ ਦੇਣਾ ਪਵੇਗਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਸਾਡੀਆਂ ਰਾਣੀਆਂ ਭੀਲਾਂ ਨੇ ਖੋਹ ਲਈਆਂ। ਤੇ ਧਰਮ ਵੀ ਯੁਧਿਸ਼ਠਰ ਕਹਿੰਦਾ ਤੁਹਾਡੀ ਮੱਤ ਮਾਰੀ ਗਈ। ਅਸੀਂ ਵਕਤ ਦੇ ਬਾਦਸ਼ਾਹ ਹਾਂ, ਜੇ ਸਾਡੀਆਂ ਰਾਣੀਆਂ ਭੀਲਾਂ ਨੇ ਖੋਹ ਲਈਆਂ ਤੇ ਆਮ ਪਬਲਿਕ ਦਾ ਕੀ ਹਾਲ ਹੋਊਗਾ। ਪਰ ਇਤਿਹਾਸ ਦੱਸਦਾ ਕਿ ਹੁਕਮ
अर्जुन ਨੂੰ ਹੋਇਆ ਜਿਨਨੇ ਮਾਤ ਲੋਕ ਤੋਂ ਲੈ ਕੇ ਇੰਦਰ ਲੋਕ ਤੱਕ ਬਾਣਾਂ ਦੀ ਸੜਕ ਬੰਨ੍ਹ ਦਿੱਤੀ ਸੀ। ਕਮਾਨ ਚੱਕੀ ਅਰਜਨ ਨੇ ਮਾਫ ਕਰਨਾ। ਤੇ ਰਾਣੀਆਂ ਜਦੋਂ ਛਡਾਉਣ ਵਾਸਤੇ ਗਿਆ ਤੇ ਪਾਂਡਵਾਂ ਨੇ ਅਰਜਨ ਨੂੰ ਵੀ ਮਾਰ ਮਾਰ ਕੇ ਭਜਾ ਦਿੱਤਾ। ਅਕਲ ਫੇਰ ਟਿਕਾਣੇ ਆਈ ਵੀ ਵਾਕਿਆ ਸੀ ਕੋਈ ਨਹੀਂ ਸੀ ਮਾਰਿਆ, ਭਗਵਾਨ ਠੀਕ ਕਹਿੰਦੇ ਸਨ ਕਿ ਕਾਲੀ ਨੇ ਮਾਰੇ ਨੇ। ਖਾਲਸਾ ਜੀ ਅਰਜਨ ਦੇ ਵਾਲ ਖਿੰਡਰੇ, ਅਰਜਨ ਵੀ ਰੋਂਦਾ ਆਇਆ। ਕਹਿੰਦਾ ਨੇ ਧਰਮ ਵੀ ਯੁਧਿਸ਼ਠਿਰ ਨੇ ਆਖਿਆ, ਅਰਜਨ ਨੇ ਆਖਿਆ ਪੇਸ਼ ਨਹੀਂ ਜਾਂਦੀ ਪਈ। 100 ਹਾਥੀ ਦਾ ਬਲ ਰੱਖਣ ਵਾਲਾ ਭੀਮ ਸੈਨ, ਜਿਹਨੇ ਮਹਾਂਭਾਰਤ ਦੇ ਜੰਗ ਸਮੇਂ ਹਾਥੀ ਪੂਛ ਤੋਂ ਚੱਕ ਕੇ ਚਲਾ ਕੇ ਕਾਸ਼ ਮਾਰੇ। ਕਹਿੰਦੇ ਨੇ ਜਦੋਂ ਭੀਮ ਸੈਨ ਵਧਿਆ ਅੱਗੇ, ਇਹਨੂੰ ਵੀ ਮਾਰ ਕੇ ਨਾ, ਇਹਨੂੰ ਵੀ ਕਹਿੰਦੇ ਨੇ ਭੀਲਾਂ ਨੇ ਮਾਰ ਕੇ ਭਜਾ ਦਿੱਤਾ। ਤੇ ਧਰਮ ਵੀ ਯੁਧਿਸ਼ਠਿਰ ਗਏ ਤੇ ਧਰਮ ਵੀ ਯੁਧਿਸ਼ਠਿਰ ਵੀ ਮਾਰ ਕੇ, ਕਹਿੰਦੇ ਨੇ ਧਰਮ ਵੀ ਯੁਧਿਸ਼ਠਿਰ ਨੂੰ ਵੀ ਮਾਰ ਕੇ ਭੀਲਾਂ ਨੇ ਭਜਾ ਦਿੱਤਾ। ਉਹ ਮਾਫ ਕਰਨਾ ਗੁਰੂ ਕੀ ਸੰਗਤ ਤੋਂ ਵਕਤ ਦੇ ਬਾਦਸ਼ਾਹ ਤੇ ਮਾਰ ਕੇ ਭੀਲਾਂ ਨੇ ਭਜਾਤਾ। ਮਾਫ ਕਰਨਾ ਤਾਂ ਰਾਣੀਆਂ ਖੋਲੀਆਂ ਵਕਤ ਦੇ ਬਾਦਸ਼ਾਹਾਂ ਦੀਆਂ। ਕਿਹਨਾਂ ਨੇ ਖੋਲੀਆਂ? ਜਾਤ ਦੇ ਭੀਲਾਂ ਨੇ। ਉੱਥੇ ਕ੍ਰਿਸ਼ਨ ਭਗਵਾਨ ਨੇ ਆਖਿਆ, ਓਏ ਅਰਜਨ, ਇਹ ਸਾਰੀ ਕਾਇਆ ਮਾਇਆ ਕ੍ਰਿਸ਼ਨ ਭਗਵਾਨ ਦੀ ਸੀ। ਸਮਿਓ ਸਮਾਂ ਸਮਰੱਥ ਥਾ, ਸਮਿਓ ਸਮਾਂ ਸਮਰੱਥ ਥਾ। ਵही अर्जुन के तीर, वही अर्जुन का रथ था। अर्जुन भी ओह सी, रथ भी ओह सी, तीर भी ओह सन। पर किरपा करने वाला कृष्ण भगवान कोल नहीं सी। खालसा जी माफ करना, समयो समा समरथ था। वही अर्जुन के तीर, वही अर्जुन का रथ था। माफ करना गुरु की संगत, आमन जान एक खेल बनाया। उन्हें आख्या सह सुभाऊ ने दूजा कोई है ही नहीं सी कोई होर। माफ करना एक बस काली सी, एक हत्थ च खंजर सी, दूजे च खप्पर सी, मारी जाती सी ते खून पी जाती सी। इधर राजा ने बंदा मान वडियाई विच आके दुखी होई जांदा, दुखे ते रोंदा, सौखे ते हसदा ते नाल माड़े काम भी करदा। एक बारी कह दिओ वाहिगुरू। दुखे ते दुखां च रोंदा भी, नाले उन्नू याद भी करदा। पर कहंदा जिवें दुखां च याद करदा ना, जे तू तेनू दुख लगदे ही तां ने कि तेनू सुखां च रब विसर जांदा। माफ करन दुख में सिमरन सब करे, सुख में करे न कोए। दुख में सिमरन जो करे, सुख में सिमरन जो करे, दुख काहे को। फिर कहंदा तेनू दुख ही कानू लगन। कहंदे न वडियाई है तो खुश हुंदा, निंदा ते रोंदा। माया आ गई ते हसदा, तुर गई ते रोण लग गया। संसार तो इहो ही है ना। माटी कपूतरा कैसे नचत है, देखै बोले देखै सुनै। माफ करना देखै बोले, रोज पढ़ते हाँ, ये देखता भी है सुनता भी है। माटी को पूतरा कैसे नचत है, देखै सुनै पेखै देखै सुनै। माफ करना दोहरियो फिरत है। माया गई तब हंसने लगत है, माया गई तब रोमन लगत है। राजा ने सवाल किया मंदारी नूं, तमाशे तो बहुत देखे हैं, ऐसा तमाशा कोई दिखाओ, देखने में सब कुछ हो, माफ करना मगर कुछ ना हो। वैसे तो मैंने बहुत अच्छे तमाशे देखे हैं, माफ करना ऐसा तमाशा दिखाओ। मैंने देवता लोगों के दर्शन नहीं किए, मुझे देवताओं के दर्शन करवाओ। माफ करना मुझे देवताओं के दर्शन करने का बहुत ही शौक है। वैसे तो मैंने बड़े आला अच्छे तमाशे देखे हैं। उस मौके मदारी लगा कहन, सरकार मैं आपको वैसा ही तमाशा दिखाऊंगा।
संसार आया, मैं हूं परम पुरख को देखने आयो, देखने आयो जगत तमाशा, बाजी गर डंक बजाई सब खलक तमाशे। डुगडी बजाउंदा ना, बजाउंदा कि नहीं? बाजी गर डंक बजाई सबके आई। कहते हैं कि उस मौके मदारी ने एक जादू की रस्सी खिंची। जादू की रस्सी खिंच के, माफ करना, उन्हें जादू के जरिए एक औरत पैदा की थी। राजन जी मेरी औरत है, इसका ख्याल रखना, देखना, माफ करना, बड़ी खूबसूरत औरत, ध्यान देना पड़ेगा, इसका ख्याल रखना, जरा ख्याल रखना। मैं आपको देवताओं के दर्शन कराने जाऊंगा और कराऊंगा थोड़े ही समय में। मेरी औरत के इज्जत का ख्याल रखना, इसको कोई बुरी निगाह से ना देखे। वो कहता बिल्कुल ठीक है, ऐसा ही होगा। कहता मैं इसे अपनी माँ से, बहन से, बेटी से ज़्यादा प्यारी करके रखूंगा, प्यारी जान के रखूंगा। ਉਹ राजा इस गल ਨੂੰ भुल गया कि ये तमाशा है। एक बारी कहते वैर वो टीवी के अगे बैठे असीं रोने होने असीं कहते ये भुल जाने भी कि झूठी जी पिक्चर चलती पई है। एक बारी कहते वैर ठीक है कि गलत है, और तुसीं बोलते क्यों नहीं? हाँ जी, वो राजा, वो मदारी, जो राजे ने मदारी रस्सी खिंची, उन्हें जादू की औरत पैदा की। कहता मेरी मां, कहता ठीक है। उन्हें उन्होंने महल च लै गया, अपनी रानी नूं, अपनी गोली नूं, रानी ने हुक्म दे दिता, महारानी राजे ने भी इसका पूरा ख्याल रखना। हुण मदारी ने पूरी रस्सी खिंची, रस्सी खिंच के मदारी आकाश दे चला गया। राजा देखता भी आकाश चला गया। आकाश दे जाके मदारी ने एक गर्ज पैदा की थी। उतों मदारी बोलिया, देखो राजन, अब मेरी जंग देवताओं से शुरू हो चुकी है। अब मेरा मुकाबला मेघ देवता से हो रहा है। मेघ देवता कहते हैं जिन्होंने असी बादल बिन बरखा हुई, जो तत्त बेचारे कोई, जरा पानियां दा देवता, बदल देवता, जिन बदल भी कहते हैं। मेरा जंग अब मेघ देवता के साथ हो रहा है। देखो कितना मुकाबला, उतों और लहू डिगदी है, रत डिगदी है। और राजा कहता वाकई जंग हो रहा है। वो करते 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 देखो राजन, मैंने मेघ देवता को मार गिराया है। वो मेघ देवता एक पासे सिर पिया, एक पासे वो धड़ पिया। उन्होंने यकीन आ गया वाकई ओहो इन्हें मेघ देवते ने मारता। कहता मेघ देवता के दर्शन करो, अब मेरा मुकाबला, कहने लगा, पवन देवते के साथ हो रहा है। करते 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 देखो, अब मैंने देखना, जरा ध्यान से देखना, अच्छी तरह दर्शन कर लेना। मैंने पवन देवता को भी मार गिराया है, बसंतर देवता को मार गिराया है। इतने वो हजारों देवते मार के दिखाते, ये वो देवता है, वो देवता है, वो देवता है। देखो मैंने सारे देवताओं को मार गिराया। जो सारे देवते मर गए, बहुत बेअंत देवते मर गए। तो अभी मेरी जंग हो रही है, वो तू आ जा रही है। वो करते 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 वो वक्त आ गया जदों मदारी का सिर एक पासे है तो वह धड़ एक पासे है। वो राजा लगा कहना हो ये तो मदारी भी मर गया। कहते बहर एक बार फिर कहते बहर ये मदारी भी मर गया। बड़ी माड़ी गल हुई। माफ करना, राजे ने अपने नौकर को आख्या भी जाओ मेरी महारानी के कोल जाओ, उन्हें जाकर कहो भी तेरा तो पति मर गया। वो उच्ची उच्ची रोंदी आ, उच्ची उच्ची रोंदी आ। जब उच्ची उच्ची रोंदी आ, राजा कहता मुझे बहुत दुख है। राजा कहता मुझे बहुत खेद है, तो घबरा ना, मंदारी मर गया है, इसके संस्कार की तैयारी कर। वो कहती मैं तो इसके साथ जल के मरूंगी, मैं तो इसके साथ जल के मरूंगी, मैं इसके साथ जल के मरूंगी, सड़ के मरूंगी। जिन्होंने पति अगे कहते सती प्रथा की मर्यादा होती सी, इसके साथ सड़ के मरूंगी, जल के मरूंगी, ये करूंगी वो करूंगी। वो राजा बतेरा समझाता है कोई बात नहीं, मेरे पास सब कुछ है, मैं तुझे अपनी माँ बहन और बेटी से भी अच्छा सत्कार दूंगा और उनसे भी ज़्यादा तुम्हारी प्रतिपालना करूंगा। वो कहते नहीं मैंने तो जल के मरना है। वो खैर वो की कहते हो तुसी, अंगीठा तैयार हो गया। अंगीठे कहते हो की कहते हो, माफ़ करना, जब संस्कार कर सेवा कर लो,
चिता कह लो, हाँ वो चिता तैयार हो गई, उत्ते मंदारे दा सिर रख दिता, अग लाती। हाँ जी, वो अग लाती, जो अग लाती, अग मची, वो मंदारे दी घर वाली ने छाल मारती, अगे सड़ के मर गई। जो आगे सड़ के मर गई, सारे बड़े उदास ने, संस्कार करके वापस आए, तो उधरों तू मंदारी तले आ गया। उत्तों मंदारी थले आ गया। मंदारी राजे नूं कहंदा भी, कहंदा तमाशा कैसा लगा? कहना मेरा इनाम। वो कहंदा तमाशा कैसा लगा? वो कहंदा तू तो मर गया सी। कहना मेरा इनाम दो। कहना तू तो मर गया सी। वो कहंदा अच्छा। कहना मेरे घर वाली। वो कहना घर वाली तेरे सड़ के मर गई, संस्कार करके आए हैं। कहना मैंने आपको पहले कहा था ना, मेरी घर वाली का ख्याल रखना। तू धर्मात्मा राजा हूँ धर्मी बंदे के उत्ते कोई चक्कर सुट दे जिवें पिछे कुत्ते भौंके ने खालसा जी, एक बार कह दे बाहर, तुहानूं प्रमाण देने वास्ते समझाया जा रहा है। वो धर्मी बंदे के उत्ते कोई चिक्कड़ उछाल दे तो उन्होंने तो धरती वेल नहीं देंदी। माफ करना, वो धरती वेल नहीं देंदी। वो मदारी कहना मेरी औरत, वो कहना वो तो आपके साथ चिता में जल के सड़ गई है, मर गई है। कहता तुमने मेरे साथ झूठा वादा किया था, मैं अपनी माँ से, अपनी बहन से, अपनी बेटी से भी ज़्यादा उसका ख्याल रखूंगा। तुमने मेरे घर वाली को ना जाने कहाँ छिपा दिया। वो कहना मारा वो तो जल के मर गई। कहना झूठ क्यों बोलता है, वो तो अंदर महल में बैठी है। उन्हें आवाज दी, घर वाले आवाज दी। कहना तू कहाँ है, तेरे को कोई मुश्किलात तो पैदा नहीं हुई? हूँ वो अंदरों बोलती है मेरे को तो राज ने बहुत दुख दिया, मेरे साथ तो वो किया जो नहीं करना चाहिए था। मेरे को ये धर्मात्मा राजा नहीं है, ये झूठा राजा। वो राजा सुन के हैरान हुंदा है, ਉਹਦਾ दिल करता कि धरती फट जाए तो मैं गर्क हो जाऊँ, क्योंकि धर्मात्मा राजा एक बार कह दे वाहरू। हुण साध संगत जी दुनिया मान वड़ियाई मान करके मान वड़ियाई च फसी आ। जब निंदा आउंदी लोग रोंदे ने। माफ करना गुरु की संगत वो अंदरों रोंदी आ। जदों वो रोंदी आ, मैनू राजे ने यह किया, मेरे को वो कहा जो नहीं कहना था, वो भी कहा, माफ करना। तो वो मंदारी कहता प्रिया मेरे पास आओ। उन्हें वाल खंडारे ते रोंदी पिटदी लगी आवे। जो रोंदी पिटदी लगी आवे, राज का एक रंग आउंदा है, एक रंग जाता है। माफ करना गुरु की संगत रजत, एक रंग आउंदा एक जाता है। माफ करना। तो उस मौके मंदारी कहता सरकार मेरी वो घर वाली, अब देखो तुमने क्या हालत कर रखा है। वो कहता मैंने कुछ नहीं कहा, मैं आपको बता रहा हूँ मैंने कुछ नहीं कहा। खैर उस मौके माफ करना जो मंदारी ने वेख्या भी हुणे बड़ा दुखी है, एक बार कह दे बाहर। हाँ जी, उन्हें वेख्या भी ये बड़ा दुखी है। दुख का इलाज की है, दुख का इलाज की है माफ करना। गुरु की संगत दुख का इलाज ये है माफ करना। कई बार असीं बड़े दुखी होने हैं। माफ करना जिवें एक ना बीबियां दी आदत आ, वो माफ करना। एक नाल दी गुआंढण ने गहने बनाए ने, ਉਹਦੇ ਕੋਲ पैसे होने को बना ले, तो दूजी कहेगी मैनू भी बना के, तो गुआंढण भी कहोगी मेरे गुआंढण ने। वो घर वाला कहूगा उन्होंने को पैसे है ने, गुंजाइश हैगी, बना ले ने। अपने को तो पैसे दुनिया इस तरह है। कह लगा भी वो कहता भी उन्होंने को तो गुंजाइश है, पैसे है बना ले, अपने को तो पैसे है ही नहीं। वो कहती नहीं मैनू चाहिए ने। वो गुआंढण ने जिद की, कहता कोई नहीं कल नूं मैं तेनों गहने लिया देंगा। खैर वो तो गया सुनहरी दुकान पर गया, जितों कितों भी जिमें कर लो, उन्हें गहने लिया के दिते। जब गहने लिया के दिते बड़ी खुश। हुण गहने मिल गए, नहीं मिलते तद भी दुखी सी भी गुआंढण दे कोल गहने ने मैनू लिया के दिओ, तद भी रोंदी सी कि मैनू गहने लिया दिओ। और करते करते एक दिन गहने चोरी हो गए। वो फिर रोंदी है गहने चोरी हो गए, तां भी दुखी। गहने नहीं सी लै के दिते तां भी उहदे नाल लड़दी सी, घर वाले नाल। गहने नहीं लै के दिते तां भी लड़दी सी। माफ करना गहने लियाते चोरी हो गए। माफ करना नहीं सी लिया के दिते तद भी दुखी सी। खैर नहीं लिया के दिते तद भी रोंदी सी, दुखी सी। खैर गहने हुण गुआच गए तद भी दुखी है। करते करते जी बड़ी रोंदी। खैर उन्हें बड़ा समझाया कोई गल नहीं, गहने होर लैवांगे। नहीं जी वो गहने गुआच के कित्थों आउणगे। वो घर वाला कहंदा तू रो ना, वो तो नकली गहने सन। वो कहंदा तू रो ना, वो नकली गहने सन।
ਉਹ ਮਾਫ ਕਰਨਾ ਗੁਰੂ ਕੀ ਸੰਗਤ, ਤੂੰ ਰੋ ਨਾ, ਇੱਥੇ ਮਾਫ ਕਰਨਾ, ਉਹ ਤਾਂ ਨਕਲੀ ਗਹਿਣੇ ਸਨ। ਤੂੰ ਮੇਰਾ ਜਿੱਦ ਕਰਦੀ ਸੀ, ਤੂੰ ਮੇਰੇ ਨਾਲ ਜਿੱਦ ਕਰਦੀ ਸੀ, ਮੈਂ ਤੈਨੂੰ ਲਿਆ ਕੇ, ਉਹ ਫੇਰ ਲੜਨ ਲੱਗ ਗਈ, ਤੁਸੀਂ ਤਾਂ ਮੇਰੇ ਨਾਲ ਧੋਖਾ ਕੀਤਾ। ਹਾਂਜੀ, ਤਦੇ ਮਹਾਰਾਜ ਨੇ ਕਿਹਾ ਭਾਈ ਰੇ, ਸਾਰੇ ਪੜੋ, ਭਾਈ ਰੇ ਜਗ ਦੁਖੀਗਾ ਦੂਜੇ ਭਾਏ। ਭਾਈ ਰੇ ਜਗ ਦੁਖੀਗਾ ਦੂਜੇ ਭਾਏ। ਭਾਏ ਦਾ ਮਤਲਬ ਹੁੰਦਾ ਪਿਆਰ। ਇਹ ਦੁਨੀਆ ਰੱਬ ਨੂੰ ਛੱਡ ਕੇ ਦੂਜੇ ਇੱਧਰ ਉੱਧਰ ਪਿਆਰ ਪਾ ਬੈਠਾ, ਇਸ ਕਰਕੇ ਦੁਖੀ ਹੈ। ਮਾਫ ਕਰਨਾ। ਹੁਣ ਉਹ ਰਾਜਾ ਜਦੋਂ ਉਹਨੇ ਵੇਖਿਆ ਮੰਦਾਰੀ ਨੇ ਕਿ ਇਹ ਬੜਾ ਦੁਖੀ ਹੈ, ਧਰਮਾਤਮਾ ਬੰਦੇ ਲਈ, ਧਰਮੀ ਬੰਦੇ ਲਈ ਆਪਣੀ ਨਿੰਦਾ ਸੁਣਨੀ ਬੜੀ ਔਖੀ ਹੁੰਦੀ, ਉਹਨੇ ਦੇਖਿਆ ਖੈਰ ਮਾਫ ਕਰਨਾ, ਇਹ ਬੜਾ ਦੁਖੀ ਹੈ। ਉਹਨੂੰ ਫਿਰ ਖੈਰ ਤਮਾਸ਼ਾ ਤਾਂ ਵਿਖਾਈ ਰਿਹਾ ਸੀ, ਉਹਨੇ ਮਾਫ ਕਰਨਾ ਗੁਰੂ ਕੀ ਸੰਗਤ, ਔਰ ਅਸੀਂ ਫਿਰ ਖਿੱਚੀ ਸੀ ਜਿਹੜੀ ਉਹ ਇਕੱਠੀ ਕੀਤੀ। ਉਹਦੀ ਜਾਦੂ ਦੀ ਇਸਤਰੀ ਸੀ, ਉਹ ਲੋਪ ਹੋ ਗਈ। ਰਾਜਾ ਕਹਿੰਦਾ ਇਹ ਕੀ? ਕਹਿੰਦਾ ਮੇਰਾ ਨਾਮ ਦਿਓ। ਕਹਿੰਦਾ ਰਾਜਨ, राजन आपको मेरा तमाशा कैसा लगा? वो कहता तेरा भला हो जे, तेरी औरत कितने जी? कहता तो जादू की खेड़ सी सारी। कहता है तो जादू की खेड़ सी, मैं किसी देवते नहीं मारिया, मैं किते गया नहीं, ये सिर्फ मेरी जादू की करामात सी, ये मैं मर के आ गया, सब कुछ एक खेड़ ही है। ये कहता देख मैं एक छोटा जमादारी हाँ, तो मेरी खेड़ ने तेनू उलझा दिता, ते परमात्मा ते एक एडा वड्डा मदारी है कि उन्हें सारी दुनिया चक्कर च पाई पई है। तदे गुरु साहब कहते ओ कहन लगे देख आ मैं कि नकली जी, मैं एक छोटा जा मदारी जिन्हें इहो जी खेड़ दिखाई तैनू। कहता ना मेरी कोई इस्त्री सीगी, ना मैं किसी मेघ देवते नूं मारिया, ना पौन देवते नूं मारिया, मैं किसी नूं मारिया। देख मैं उत्थे दा उत्थे खलोता, तू मैनूं कहा सी ना देवतियां दे दर्शन करा, ये सब मेरी मदारी दी ही खेड़ है, आ संसार है। तदे पीपा भगत कहता रब दी सौं है, रब दा वास्ता होए, मैं रब दी सौं खा के कहना ना कोई जमदा ते ना कोई मरदा। कहन लगा कि पीपा भगत कहता उन्हें एक तमाशा बनाया जिहड़े उत्थे तक पहुँच गए ने, उन्हें आ गल कहती खालसा दे राम की दुहाई न को आइबो न को जैबो, राम की दुहाई न को आइबो न को जैबो, राम की दुहाई न को आइबो। राम की दुहाई न कोई अबो, राम की दुहाई न कोई अबो न को जबो, राम की दुहाई। ना कोई अबो ना कोई जबो, ना कोई अबो ना कोई जबो, ना कोई अबो ना कोई जबो। ना कोई अबो ना कोई जबो, ना कोई अबो ना कोई जबो, ना कोई अबो। ना कोई अबो ना कोई जबो, ना कोई अबो ना कोई जबो, ना कोई ना कोई अबो ना कोई जबो, ना कोई अबो ना कोई जबो। राम की दुहाई न कोई अबो, राम की दुहाई न कोई अबो न को जबो, राम की ना कोई जमदा ते ना कोई मरदा, ना कोई आउंदा ना कोई जांदा।
ਮਾਫ ਕਰਨਾ, ਜਿਵੇਂ ਆਪਣੇ ਘਰਾਂ ਨੂੰ ਦੇ ਵਿੱਚ ਕੰਮ ਕਰ ਕਰਕੇ ਬੜੇ ਖੁਸ਼ ਹੁੰਦੇ ਹਾਂ। ਮੈਂ ਘਰ ਬਣਾ ਲਿਆ, ਸਾਡਾ ਬੈਡਰੂਮ ਦੇਖੋ ਜੀ, ਸਾਡਾ ਬਾਥਰੂਮ ਦੇਖੋ ਜੀ, ਸਾਡਾ ਫਲਾਣਾ ਘਰ ਦੇਖੋ, ਫਲਾਣਾ ਕੰਮ ਦੇਖੋ ਜੀ, ਕਿੰਨੇ ਖੁਸ਼ ਹੁੰਦੇ ਹਾਂ। ਮੈਂ ਘਰ ਬਣਾਇਆ ਜੀ, ਮੈਂ ਕੰਮ ਕੀਤਾ ਜੀ, ਸਾਡਾ ਕਾਕਾ ਪੜ੍ਹ ਕੇ ਆ ਬਣ ਗਿਆ ਜੀ, ਆਹ ਕਿੰਨੇ ਖੁਸ਼ ਹੁੰਦੇ ਹਾਂ। ਇਸ ਤਰ੍ਹਾਂ ਵਾਹਿਗੁਰੂ ਵੀ ਇਸ ਖੇਡ ਨੂੰ ਬਣਾ ਕੇ ਖੁਸ਼ ਹੋ ਰਿਹਾ। ਕਰ ਕਰ ਵੇਖਿਆ ਕੀਤਾ ਆਪਣਾ, ਕਰ ਵੇ ਗੱਲ ਤਾਂ ਸਾਰੀ ਇੰਨੀ ਕੀ ਸੀ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਉਹ ਭੁੱਖੇ ਥੋੜ੍ਹੇ ਮਾਰੂਗਾ, ਜਿਹਨੇ ਜਨਮ ਦਿੱਤਾ ਟੁੱਕ ਜ਼ਰੂਰ ਦਊਗਾ। ਕੱਲ੍ਹ ਕਿੰਨੀ ਬਾਰਿਸ਼ ਪੈਂਦੀ ਸੀ ਪਈ, ਵਾਹਿਗੁਰੂ ਕਿਰਪਾ ਕਰ, ਵਾਹਿਗੁਰੂ ਬਾਰਿਸ਼ ਬੰਦ ਕਰ, ਕਹਿੰਦੇ ਸੀ ਕਿ ਨਹੀਂ। ਉਹ ਬੋਲਦੇ ਕਿਉਂ ਤੁਸੀਂ? ਹੈਂ, ਉਹ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ, ਜੇ ਪਿਆਰ ਨਾਲ ਨਹੀਂ ਨਾ ਕਰਦੇ ਫਿਰ ਉਹ ਡੰਡੇ ਨਾਲ ਵੀ ਕਰਾ ਲੈਂਦਾ ਹੈ। ਮਾਫ ਕਰਨਾ ਖੈਰ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਨੂੰ ਪ੍ਰਧਾਨਗੀ ਦੇ ਦਿੱਤੀ ਆਗਿਆ। ਸਾਰੇ ਬੰਦੇ ਹੀ ਨੇ ਸਾਰੇ। ਮਾਫ ਕਰਨਾ ਗੁਰੂ ਕੀ ਸੰਗਤ, ਅਮੀਰ ਵੀ ਬੰਦਾ, ਗਰੀਬ ਵੀ ਬੰਦਾ। ਗਰੀਬ ਅਮੀਰ ਅੱਗੇ ਹੱਥ ਜੋੜਦਾ, ਕਹਦੇ ਵਾਹਿਗੁਰੂ ਉਹ ਵਡਿਆਈ ਅਮੀਰ ਕੋਲ ਮਾਇਆ ਚਲੀ ਜਾਏ, ਕਹਦੇ ਵਾਹਿਗੁਰੂ ਅਮੀਰ ਕੋਲ ਮਾਇਆ ਚਲੇ ਜਾਏ, ਗਰੀਬੀ ਆ ਜਾਏ, ਉਹਨੂੰ ਕੋਈ ਸਿਆਣਦਾ ਵੀ ਨਹੀਂ। ਸਿਆਣਦਾ? ਤੁਸੀਂ ਬੋਲਦੇ ਕਿਉਂ ਨਹੀਂ? ਕੋਈ ਸਿਆਣਦਾ? ਮਾਫ ਕਰਨਾ ਗੁਰੂ ਕੀ ਸੰਗਤ, ਇਸੀ ਤਰ੍ਹਾਂ ਇਹ ਮਾਇਆ ਦੀ ਵਡਿਆਈ ਹੈ। ਆਵਣ ਜਾਣੇ ਖੇਲ ਬਣਾਇਆ, ਆਗਿਆ ਕਾਰੀ ਕੀਨੀ ਮਾਇਆ। ਇਹ ਸਾਰਾ ਵਾਹਿਗੁਰੂ ਦਾ ਸਾਰਾ ਸਿਮਰਨ ਕਰਦੇ 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 ਉਹ ਜਿਵੇਂ ਅਸੀਂ ਨਾ ਕਹੋ ਨਾਨਕ ਬਿਨ ਆਪਾ ਚੀਨੇ, ਸਾਰੇ ਪੜ੍ਹੋ, ਕਹੋ ਨਾਨਕ ਬਿਨ ਆਪਾ ਚੀਨੇ, ਕਹੋ ਨਾਨਕ ਬਿਨ ਆਪਾ ਚੀਨੇ, ਮੇਟੇ ਨਾ ਭਰਮ ਕੀ ਕਾਈ। ਸਰਦੀਆਂ ਦੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਗੁਰਬਾਣੀ ਤੋਂ ਕਹਿੰਦੀ ਭੰਬੀਰੀ ਕਿਰੇ ਪਤ ਜੂ, ਕਹਿੰਦੇ ਨੇ ਰੱਬ ਤੇ ਬੰਦੇ ਦੇ ਵਿਚਕਾਰ ਨਾ ਇੰਨੀ ਕੀ ਦੂਰੀ ਆ। ਕਿੰਨੀ ਕੁ? ਵੈਸੇ ਪ੍ਰਮਾਣ ਦੇਣ ਵਾਸਤੇ ਨਹੀਂ ਤੇ ਇਸ ਤੋਂ ਵੀ ਨੇੜੇ ਦੀ ਦੂਰੀ ਆ। ਰੱਬ ਇਸ ਤੋਂ ਵੀ ਨੇੜੇ ਆ। ਮਾਫ ਕਰਨਾ, ਉਹ ਰੱਬ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾਣਾ, ਉਹ ਮਨ ਦੀਆਂ ਸੂਖਸ਼ਮ ਅੱਖਾਂ ਨਾਲ ਦੇਖਿਆ ਜਾਣਾ। ਨਾਨਕ ਸੇ ਅੱਖੀਆਂ ਬਿਆਨ ਜਿਨ੍ਹਾਂ ਦੇ ਸੰਦੋ ਮਾਂ ਫਿਰੀ, ਭੰਬੀਰੀ ਕੇਰੇ ਪਦ ਜਿਹਨੂੰ ਬਿਨ ਪੇਖਿਆ ਦੁਹਰਾਇਓ। ਉਹ ਤੁਸੀਂ ਪਿਆਜ਼ ਦੇਖਿਆ ਹੋਣਾ, ਪਿਆਜ਼ ਦੇ ਉੱਤੇ ਇੱਕ ਬੜੀ ਸੂਖਸ਼ਮ ਜੀ ਨਾ ਜਾਲੀ ਹੁੰਦੀ, ਜਾਲੀ। ਕਹਿੰਦੇ ਰੱਬ ਤੇ ਬੰਦੇ ਦੇ ਵਿਚਕਾਰ ਨਾ ਉਹ ਜਾਲੀ ਨਾਲੋਂ ਵੀ ਇੱਕ ਸੂਖਸ਼ਮ ਪਰਦਾ। ਉਹ ਪਤਾ ਪਰਦਾ ਕਿਹਦਾ? ਉਹ ਹਉਮੈ ਦਾ ਪਰਦਾ, ਹਉਮੈ ਦਾ ਪਰਦਾ। ਉਹ ਹਉਮੈ ਦੇ ਪਰਦੇ ਕਰਕੇ ਇਹਨਾਂ ਨੇੜੇ ਹੁੰਦਾ ਹੋਇਆ ਪਰਮੇਸ਼ਰ ਤੋਂ ਬੰਦਾ ਦੂਰ ਹੈ। ਮਾਰੇ ਨੌਵੇਂ ਪਾਤਸ਼ਾਹ ਫਰਮਾਉਂਦੇ, ਕਹੋ ਨਾਨਕ ਬਿਨ ਆਪਾ ਚੀਨੇ। ਸਾਰੇ ਪੜ੍ਹੋ, ਕਹੋ ਨਾਨਕ ਬਿਨ ਆਪਾ ਚੀਨੇ। ਸਰਦੀਆਂ ਦੇ ਦਿਨਾਂ 'ਚ ਆਪਾਂ ਜਦੋਂ ਕਿਤੇ ਸੈਰ ਕਰਨ ਜਾਂਦੇ ਹਾਂ, ਅੱਜ ਕੱਲ੍ਹ ਤਾਂ ਜ਼ਮਾਨਾ ਬਦਲ ਗਿਆ। ਤੁਸੀਂ ਦੇਖਿਆ ਹੋਣਾ ਦਰਿਆਵਾਂ ਦੇ ਕੰਢਿਆਂ 'ਤੇ, ਦਰਿਆਵਾਂ ਦੇ ਪਾਣੀ ਦੇ ਉੱਤੇ ਇੱਕ ਹਰੇ ਹਰੇ ਰੰਗ ਦੀ ਕਾਈ ਛਾ ਜਾਂਦੀ। ਦੇਖਿਆ ਨਾ, ਜਾਲਾ ਜਿਹਨੂੰ ਕਹਿੰਦੇ ਕਾਈ। ਖਾਸ ਕਰਕੇ ਦਰਿਆਵਾਂ ਦੇ ਪਾਣੀ 'ਤੇ, ਖਾਸ ਕਰਕੇ ਸੰਜੋੜਾਂ ਦੇ ਉੱਤੇ, ਛੱਪੜਾਂ ਦੇ ਉੱਤੇ ਕਾਈ ਆ ਜਾਂਦੀ। ਸਾਨੂੰ ਤੋਂ ਕੀ ਵੇਖਣ ਨੂੰ ਲੱਗਦਾ ਉਹ ਕਾਈ ਨਜ਼ਰ ਆਉਂਦੀ ਹੈ, ਪਰ ਜੇ ਕਾਈ ਨੂੰ ਹੱਥ ਨਾਲ ਇੱਕ ਪਾਸੇ ਕਰ ਦਈਏ ਉਹਦੇ ਥੱਲੇ ਪਾਣੀ ਸਾਫ਼ ਪਿਆ। ਇਸ ਤਰ੍ਹਾਂ ਸਾਡੀ ਆਤਮਾ ਦੇ ਉੱਤੇ ਭਰਮ ਦੀ ਕਾਈ ਛਾਈ ਹੋਈ ਹੈ। ਭਰਮ ਦੀ ਕਾਈ ਛਾਈ ਹੋਈ ਹੈ। ਜਦੋਂ ਭਜਨ ਕਰਦਾ, ਸਿਮਰਨ ਕਰਦਾ, ਸਿਮਰਨ ਦੇ ਪ੍ਰਭਾਵ ਕਰਕੇ ਕਾਈ ਇੱਕ ਪਾਸੇ ਹੋ ਜਾਂਦੀ ਹੈ। ਉਹ ਵਾਹਿਗੁਰੂ ਪਰਿਪੂਰਨ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਉਹ ਨਾਮ ਦੀ ਜੋਤ, ਵਾਹਿਗੁਰੂ ਪਰਮੇਸ਼ਰ ਦੀ ਜੋਤ, ਉਹ ਸਾਰਿਆਂ ਦੇ ਅੰਦਰੇ ਹੀ। ਮਾਫ ਕਰਨਾ ਗੁਰੂ ਕੀ ਸੰਗਤ, ਉਹ ਜਾਰੀ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਹਰੰਗ ਮਾਣੋ ਵਾਹਿਗੁਰੂ ਪਰਿਪੂਰਨ ਪਰਮੇਸ਼ਰ, ਜਿਸ ਦੀ ਪ੍ਰਾਪਤੀ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਨਹੀਂ ਹੁੰਦੀ। ਔਰ ਸਿਮਰਨ ਵੀ ਬਿਨਾਂ ਜੁਗਤੀ ਤੋਂ ਨਹੀਂ ਹੁੰਦਾ। ਜੁਗਤੀ ਵੀ ਕਿਤੇ ਕੋਈ ਖੁਸ਼ ਹੋ ਜਾਏ ਕਿਸੇ ਸਤਿਪੁਰਸ਼ ਦੀ ਸੰਗਤ ਕਰਕੇ, ਫਿਰ ਜਾ ਕੇ ਕਿਰਪਾ ਹੁੰਦੀ ਆ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ। ਸਤਿਪੁਰਸ਼ਾਂ ਦੇ ਬਚਨਾਂ 'ਤੇ ਯਕੀਨ ਲਿਆਵੇ, ਜੋ ਕਹਿੰਦੇ ਉਹ ਕਰੇ, ਔਖਾ ਹੋ ਕੇ ਸੌਖਾ ਹੋ ਕੇ। ਜਿਨ੍ਹਾਂ ਦਿਨਾਂ ਦੇ ਵਿੱਚ ਪਟਿਆਲੇ ਪੜ੍ਹਦੇ ਸੀ, ਤੁਹਾਨੂੰ ਪਤਾ ਹੀ 11ਵੀਂ 12ਵੀਂ ਦੀਆਂ ਪੜ੍ਹਾਈਆਂ, ਅੱਜ ਕੱਲ੍ਹ ਤਾਂ ਕਿਤਾਬਾਂ ਕੁਛ ਵੀ ਨਹੀਂ ਰਹਿ ਗਈਆਂ ਬੱਚਿਆਂ ਦੀਆਂ, ਛੋਟੀਆਂ ਛੋਟੀਆਂ। ਸਾਡੇ ਸਮੇਂ ਬੜੇ ਵੱਡੇ ਸਿਲੇਬਸ ਹੁੰਦੇ ਸਨ। ਨਾਲੇ ਪੜ੍ਹਨਾ, ਨਾਲੇ ਉਹਨਾਂ ਦਿਨਾਂ ਵਿੱਚ 100 ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਕਰਨਾ। ਔਰ ਜੋ ਮਹਾਂਪੁਰਸ਼ਾਂ ਨੇ ਕਹਿ ਦਿੱਤਾ ਉਹ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਕਰਦੇ 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 ਕੈਸਾ ਸਮਾਂ ਆਇਆ, ਅੱਜ ਕੁਛ ਕੱਲ੍ਹ ਕੁਛ। ਖੈਰ ਫਿਰ ਜਿਵੇਂ ਜਿੰਨਾ ਭਜਨ ਕਰਦਾ, ਜਿੰਨਾ ਸਿਮਰਨ ਕਰਦਾ, ਉਹਨਾਂ ਪਰਮੇਸ਼ਰ ਦੇ ਨੇੜੇ ਹੁੰਦਾ ਜਾਂਦਾ। ਔਰ ਜਿੰਨਾ ਜਿਵੇਂ ਗਰਮੀ ਹੋਵੇ
शिमले वाल नूं मूँह करके तुर पो। जिन्ने जिन्ने शिमले के नेड़े जाओगे गर्मी घटती जाएगी, ठंड बढ़ती जाएगी। इसी तरह जेकर किसी मारूथल के रेगिस्तान के इलाके राजस्थान वाल तुर पो, जिन्ने जिन्ने उधर जाओगे गर्मी बढ़ती जाएगी, ठंड घटती जाएगी। इसी तरह ਜਿਹੜੇ ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਗੁਰੂ ਕੀ ਸੰਗਤ ਉਹ ਜਾਣਦੇ ਨੇ। ਇਹ ਗੱਲਾਂ ਭਾਵੇਂ ਦੱਸਣ ਵਾਲੀਆਂ, ਦੱਸਣ ਵਾਲੀ ਚੀਜ਼ ਹੈ ਹੀ ਨਹੀਂ, ਸ਼ਬਦਾਂ ਨਾਲ ਚ ਬਿਆਨ ਹੋ ਹੀ ਨਹੀਂ ਸਕਦੀ। ਕੋਈ ਅੱਖਰ ਇਹੋ ਜਿਹਾ ਬਣਿਆ ਹੀ ਨਹੀਂ ਜਿਹਦੇ ਨਾਲ ਇਹਨੂੰ ਬਿਆਨ ਕੀਤਾ ਜਾਏ। ਪਾਤਸ਼ਾਹ ਕਹਿੰਦੇ ਜਿਨ ਇਹ ਚਾਖੀ ਸੋਈ ਜਾਣੇ, ਜਿਨੇ ਚਾਖੀ ਸੋਈ ਜਾਣੇ। ਗੂੰਗੇ ਕੀ ਮਠਿਆਈ, ਸਾਰੇ ਪੜੋ। गूंगे की मठियाई, गूंगे की मठियाई, गूंगे की मठियाई, गूंगे की मठियाई, ओ गूंगे की मठियाई। गूंग की मठियाई, गूंग की मठियाई, गूंग की मठियाई, गूंग की मठियाई, गूंग की मठियाई। गूंगा स्वाद तो नहीं दस सकता, पर जिन्हें मिठाई खाधी हो बड़ा खुश होंदा। कहते बार वो तो पता लग जाता इन्हें मिठा खाधा, चेहरा दसदा। जिन्हें चाकी सोई जाने, गूंगे की मिठाई, रतन लुकाया लुके नहीं जे कर सके लुकाई। अमृत छको, अमृत वेले जाग्या करो, नेत्रम करया करो, सेवा करया करो। 4 दिन जिंदगी दे कट के चलिया जाना है। तुहाडे सेवा सिमरन ने, तुहाडी भावना ने, तुहाडी शरधा ने तुहाडा अगला जन्म तैयार करना है। अमृत छकोगे, गुरु वाले बनोगे, अगला जन्म तुहाडा चंगे घर होवेगा। करते करते जिवें असीं एक किताब पढ़ते हैं, पढ़ते हुंदे सी स्कूलों दे विच जां कॉलेजां च पढ़ते सी, पढ़ते पढ़ते अख लग जाती सी। कहते वाहिगुरू, जदों अख खुलदी सी, जिथों असीं पढ़ना बंद कीता हुंदा सी, सानूं पता हुंदा सी भी इत्थे अख लगी है। कहते वाहिगुरू, ਇੱਥੇ ਅੱਖ ਲੱਗੀ ਹੈ। ਤੇ ਜਦੋਂ ਅਸੀਂ ਫਿਰ ਸਾਧ ਸੰਗਤ ਦੀ ਅੱਖ ਖੁੱਲਣੀ, ਉੱਥੋਂ ਹੀ ਸ਼ੁਰੂ ਕਰ ਦੇਣਾ। ਅਸੀਂ ਜਦੋਂ ਮਰ ਜਾਣਾ ਹੈ, ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਭਜਨ ਕਰਦੇ ਹਾਂ, ਜਦੋਂ ਮਹਾਂਪੁਰਖਾਂ ਦੇ ਕੋਲ ਜਾਂਦੇ ਹਾਂ, ਮਹਾਂਪੁਰਖਾਂ ਨੂੰ ਪਤਾ ਹੁੰਦਾ ਵੀ ਇਹਨੇ ਇੱਥੋਂ ਛੱਡਿਆ ਸੀ ਪਿਛਲੇ ਜਨਮ 'ਚ। ਕਹਿ ਦਿਓ ਵਾਹਿਗੁਰੂ, ਇਹਨੇ ਇੱਥੋਂ ਛੱਡਿਆ ਸੀ ਪਿਛਲੇ ਜਨਮ 'ਚ। ਉਹ ਫਿਰ ਮਹਾਤਮਾ ਉੱਥੋਂ ਹੀ ਤੋਰ ਦਿੰਦੇ ਹਨ। ਜਿਵੇਂ ਕੋਈ 8ਵੀਂ 'ਚ ਫੇਲ ਹੋ ਜਾਏ तो दूजे स्कूल च जाता, 8वीं का फेल होए सर्टिफिकेट कोल ही होंदा, अगली उत्थों ही एडमिशन मिल जाता। इस तरह अगले जन्म च थोड़े होर वग्गो हो गए, उदों बाद अगला जन्म कुछ होर, 2-3 जन्मां तो बाद तुसीं वहरू दे विच मिल के वहरू दा रूप ही हो जाओगे। जे ना कीता फिर याद रखो, पौड़ी छुटकी हथ न आवे, अगला जन्म गवाया चाती मार लो। फिर 1.84 लाख जूनियां तुरियां फिरदियां ने। आ कुत्ते बिल्ले जानवर जिन्ने भी आप रोज़ देखते तुरे फिरदे, आप जिथों निकल के आए हैं, फिर जड़ियाँ जूनियां जी निकल के आए हैं, असी उत्थे फिर जा डिगना है। समय की ताकत, एक बारी कह दो वाहिगुरू, समय की ताकत, समय की शक्ति उन्ने चिर तुहाडे कोल है जिन्ने चिर तुहाडे कोल ये शरीर है। जदों शरीर चलिया जाना, तुहाडे हथ विच कुछ भी नहीं रह जाना। किसी मुल्क का एक कानून है, समा आग्या नहीं दिंदा, हर बंदे नूं गुरु की संगत एक बहुत बड़ा जंगल पैंदा किसी समुंदर दे विच, किसी समुंदर दे विच बहुत बड़ा जंगल पैंदा। किसी मुल्क का कानून है, हर बंदे नूं 5 साल लई राज दिता जाता। एक बारी कह दो वाहिगुरू, जदों राज दिता जाता, ध्यान देना, जरा ख्याल दे के सुनने वाली विचार है।
ਜਦੋਂ ਰਾਜ ਦਿੱਤਾ ਜਾਂਦਾ 5 ਸਾਲ ਦਾ ਰਾਜ ਭੋਗਣ ਤੋਂ ਬਾਅਦ ਉਸ ਬੰਦੇ ਨੂੰ, ਜਿਹੜਾ 5 ਸਾਲ ਦਾ ਰਾਜ ਭੋਗਦਾ, ਇੱਕ ਬਹੁਤ ਵੱਡਾ ਸਮੁੰਦਰ ਹੈ, ਸਮੁੰਦਰ 'ਚ ਬਹੁਤ ਭਿਆਨਕ ਸੰਘਣਾ ਜੰਗਲ ਹੈ, ਜੰਗਲ 'ਚ ਜਾਨੀ ਨੁਕਸਾਨ ਕਰਨ ਵਾਲੇ ਬੜੇ ਬੜੇ ਸ਼ੇਰ, ਚੀਤੇ, ਬਘਿਆੜ, ਨਾਗ, ਸੱਪ ਇਤਿਆਦਿ ਜਾਨਵਰ ਰਹਿੰਦੇ ਨੇ, ਬਘਿਆੜ ਰਹਿੰਦੇ ਨੇ, ਚੀਤੇ ਰਹਿੰਦੇ ਨੇ। 5 ਸਾਲ ਦਾ ਰਾਜ ਭੋਗਣ ਤੋਂ ਬਾਅਦ ਉਸ ਬੰਦੇ ਨੂੰ ਉਸ ਜੰਗਲ ਦੇ ਵਿੱਚ ਨਾ, ਜਿਹੜਾ ਸਮੁੰਦਰ ਦੇ ਵਿੱਚ ਨਿਕਲ ਵੀ ਨਹੀਂ ਸਕਦਾ, ਉਹਦੇ ਵਿੱਚ ਦੇਸ਼ ਨਿਕਾਲਾ ਦਿੱਤਾ ਜਾਂਦਾ। ਜਦੋਂ ਦੇਸ਼ ਨਿਕਾਲਾ ਦਿੱਤਾ ਜਾਂਦਾ, ਗੁਰੂ ਕੀ ਸੰਗਤ ਹਰ ਬੰਦੇ ਨੂੰ ਜਿਹਨੂੰ ਦੇਸ਼ ਨਿਕਾਲਾ ਮਿਲਦਾ, ਸ਼ੇਰ, ਚੀਤੇ, ਬਘਿਆੜ ਨਹੀਂ, ਜਿਹੜੇ ਉਸ ਜੰਗਲ ਦੇ ਦੁੱਖ ਜਿਹੜੇ ਬੜੇ ਦਰਦਨਾਕ ਹਨ, ਡਰਾਉਣੇ ਹਨ, ਹਰ ਬੰਦੇ ਨੂੰ ਉਹਨਾਂ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੇਰ, ਚੀਤੇ, ਬਘਿਆੜ ਇਤਿਆਦਿ ਕਹਿ ਲਓ ਖਾ ਜਾਂਦੇ ਨੇ। ਕਰਦੇ ਕਰਦੇ ਜਰਾ ਧਿਆਨ ਦੇਣਾ ਪਵੇਗਾ। ਕਰਦੇ ਕਰਦੇ ਇੱਕ ਧਰਮੀ ਪੁਰਸ਼ ਦੀ ਡਿਊਟੀ ਲੱਗੀ, ਜੋ ਪ੍ਰਭੂ ਭਗਤ ਸੀ, ਪ੍ਰਭੂ ਸੇਵਕ ਸੀ। ਜਦੋਂ ਉਹਦੀ ਡਿਊਟੀ ਲੱਗੀ, ਵਾਰੀ ਆਈ, ਵਜ਼ੀਰਾਂ ਨੇ ਆਖਿਆ, ਸਰਕਾਰ ਆਖਿਆ ਜੀ ਹੁਣ ਤੁਹਾਡੀ ਵਾਰੀ ਹੈ। ਪਹਿਲੇ ਰਾਜੇ ਨੂੰ ਉਸ ਜੰਗਲ ਦੇ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ, ਜਿੱਥੇ ਬੜੇ ਬੜੇ ਜਾਨੀ ਨੁਕਸਾਨ ਕਰਨ ਵਾਲੇ, ਮਾਫ ਕਰਨਾ ਗੁਰੂ ਕੀ ਸੰਗਤ, ਮਾਰੂ ਜਾਨਵਰ ਰਹਿੰਦੇ ਹਨ। ਉਹ ਧਰਮੀ ਪੁਰਸ਼ ਕਹਿੰਦਾ ਬਈ ਮੈਨੂੰ ਰਾਜ ਨਹੀਂ ਚਾਹੀਦਾ। ਕਿਹੜਾ 5 ਸਾਲ ਦੇ ਰਾਜ ਬਦਲੇ, ਜਾ ਕੇ ਉਸ ਜੰਗਲ ਦੇ ਵਿੱਚ ਡਿੱਗੇ। ਕਿਹੜਾ 5 ਸਾਲ ਦੇ ਰਾਜ ਬਦਲੇ, ਉਸ ਜੰਗਲ ਵਿੱਚ ਜਾ ਕੇ ਡਿੱਗੇ ਤੇ ਧੱਕੇ ਖਾਵੇ ਤੇ ਜਾਨਵਰਾਂ ਦੇ ਮੂੰਹ 'ਚ ਪਵੇ, ਮੈਨੂੰ ਰਾਜ ਨਹੀਂ ਚਾਹੀਦਾ। ਉਹਨਾਂ ਕਿਹਾ ਤੈਨੂੰ ਰਾਜ ਦੇਣਾ ਹੀ ਦੇਣਾ। ਉਹਨਾਂ ਕਿਹਾ ਰਾਜ ਦੇਣਾ ਹੀ ਦੇਣਾ। ਮਾਰੇ ਕਹਿੰਦੇ ਇਸ ਦੁਨੀਆ ਮੈਂ ਤੇਰੀ ਸਿਕਦਾਰੀ, ਇਸ ਦੁਨੀਆ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਸਿਕਦਾਰੀ ਕਹਿੰਦੇ ਨੇ ਰਾਜ ਨੂੰ, ਸਿਕਦਾਰੀ ਕਹਿੰਦੇ ਨੇ ਚੌਧਰ ਨੂੰ। ਇਸ ਦੁਨੀਆ 'ਚ ਤੇਰੀ ਚੌਧਰ ਹੈ, ਰਾਜਾ ਹੁਣ ਤੂੰ, ਬਾਕੀ ਜੂਨੀਆਂ ਤੇਰਾ ਪਾਣੀ ਭਰਦੀਆਂ ਨੇ। ਇੱਕ ਵਾਰੀ ਕਹਿ ਦਿਓ ਬਾਹਰ। ਇੱਕ ਬਲਦ ਨੂੰ ਨੱਕ 'ਚ ਨੱਥ ਪਾ ਕੇ ਜਿੱਥੇ ਮਰਜ਼ੀ ਲੈ ਜਾਓ, ਇੱਕ ਮਾਫ ਕਰਨਾ ਜਿੰਨੇ ਵੀ ਜਾਨਵਰ ਨੇ ਜਿੱਥੇ ਮਰਜ਼ੀ ਫੜ ਕੇ ਲੈ ਜਾਓ, ਜਿਹੜਾ ਮਰਜ਼ੀ ਤਿੱਤਰ, ਬਟੇਰਾ, ਕਬੂਤਰ ਤੇ ਬੱਕਰਾ ਮਾਰ ਕੇ ਖਾ ਲਓ, ਖਾਂਦੇ ਨੇ ਖਾਣ ਵਾਲੇ। ਇਹਦੀ ਚੌਧਰ ਹੈ ਦੁਨੀਆ ਦੇ ਉੱਤੇ, ਬਾਕੀ ਜੂਨੀਆਂ ਦਾ ਪਾਣੀ ਭਰਦੀਆਂ ਨੇ। ਖਿਆਲ ਦੇਣਾ ਪਵੇਗਾ। ਧਰਮੀ ਪੁਰਸ਼ ਰਾਜ ਤਖਤ ਤੇ ਬੈਠ ਗਿਆ। ਨਾ ਦਿਨ ਨੀਂਦ ਟਿਕਾਈ ਆਉਂਦੀ ਹੈ, ਨਾ ਰਾਤ ਨੂੰ ਨੀਂਦ ਆਉਂਦੀ ਹੈ। ਉਹ ਕਾਹਦਾ ਰਾਜ ਹੈ? ਇੱਕ ਵਾਰੀ ਕਹਿ ਦੇ ਬਾਹਰ। ਆਹ ਕਾਹਦੇ ਸੋਹਣੇ ਦ੍ਰਿਸ਼ਟਾਂਤ ਦੇਖੋ। ਜੇ ਅਸੀਂ ਨਾਮ ਨਾ ਜਪਿਆ, ਝਾਤੀ ਮਾਰੋ, ਇਸ ਜਨਮ ਤੋਂ ਬਾਅਦ 1.84 ਲੱਖ ਜੂਨੀਆਂ 'ਚ ਜਾ ਪੈਣਾ ਸੀ। ਉਹ ਕਹਿੰਦੇ ਜਦ ਰਾਜ ਤਖਤ ਤੇ ਬੈਠਿਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨੇ ਟਿਕਾਈ ਨਹੀਂ ਆਉਂਦੀ, ਚਿੰਤਾ ਖਾਈ ਜਾਂਦੀ। 1 ਦਿਨ ਗੁਜ਼ਰ ਗਿਆ, 2 ਦਿਨ ਗੁਜ਼ਰ ਗਿਆ, 3 ਦਿਨ ਗੁਜ਼ਰ ਗਏ। ਇਹ ਧਰਮੀ ਪੁਰਸ਼ ਕਿਸੇ ਮਹਾਤਮਾ ਦੀ ਸੰਗਤ 'ਚ ਆਇਆ, ਕਿਸੇ ਮਹਾਤਮਾ ਦੀ ਸੰਗਤ ਵਿੱਚ ਆਇਆ। ਮੇਰੇ ਪਾਤਸ਼ਾਹ ਕਹਿੰਦੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ। ਸੰਤ ਦੇ ਚਰਨ ਫੜ ਕੇ ਨਿਰੋਣਾ ਸ਼ੁਰੂ ਕਰ ਦਿੱਤਾ। ਮਹਾਤਮਾ ਕਹਿੰਦੇ ਕੌਣ ਹੈ ਤੂੰ? ਕਹਿੰਦਾ ਵਕਤ ਦਾ ਬਾਦਸ਼ਾਹ ਹਾਂ। ਸੰਤ ਕਹਿੰਦੇ ਕੀ ਚਾਹੀਦਾ? ਕਹਿੰਦਾ ਚਾਹੀਦਾ ਕੀ? ਧੱਕੇ ਨਾਲ ਰਾਜਾ ਬਣਾ ਦਿੱਤਾ। 5 ਸਾਲ ਦਾ ਰਾਜ ਭੋਗਣ ਤੋਂ ਬਾਅਦ ਉਸ ਜੰਗਲ 'ਚ ਸੱਟਿਆ ਜਾਣਾ, ਜਿੱਥੇ ਜਾਨਵਰਾਂ ਨੇ, ਸ਼ੇਰਾਂ, ਚੀਤਿਆਂ ਤੇ ਬਘਿਆੜਾਂ ਨੇ ਮੈਨੂੰ ਪਾੜ ਕੇ ਸੱਟ ਦੇਣਾ, ਖਾ ਜਾਣਾ। 2 ਦਿਨ 3 ਦਿਨ ਗੁਜ਼ਰ ਗਏ ਨੇ। 5 ਸਾਲ ਦੇ ਵਿੱਚੋਂ 3 ਦਿਨ ਘਟ ਗਏ ਨੇ। ਬੇਨਤੀ ਕੀਤੀ, ਮਹਾਰਾਜ ਰਾਜ ਨਹੀਂ ਚਾਹੀਦਾ, ਕੋਈ ਉਪਾਅ ਦੱਸੋ, ਉਸ ਜੰਗਲ ਦੀ ਮਾਰ ਤੋਂ ਬਚ ਜਾਵਾਂ। ਸੰਤ ਸੀ, ਸੰਤ ਨੇ ਆਖਿਆ ਆਪਣੀ ਸ਼ਕਤੀ ਨੂੰ ਪਛਾਣ। ਆ ਤੁਸੀਂ ਜਿੰਨੇ ਆਉਂਦੇ ਹੋ, ਤੁਹਾਨੂੰ ਸਿਰਫ ਇਹ ਜਨਾਇਆ ਜਾਂਦਾ, ਉਹ ਆਪਣੀ ਸ਼ਕਤੀ ਨੂੰ ਪਹਿਚਾਣੋ, ਆਪਣੀ ਸ਼ਕਤੀ ਨੂੰ ਪਹਿਚਾਣੋ। ਮਹਾਤਮਾ ਨੇ ਆਖਿਆ ਰਾਜਨ ਆਪਣੀ ਸ਼ਕਤੀ ਨੂੰ ਪਹਿਚਾਣ। ਕਹਿੰਦਾ ਹੁਕਮ ਕਰੋ ਮਹਾਰਾਜ। ਕਹਿੰਦੇ ਬਚਨ ਮੰਨੇਗਾ? ਹਾਂਜੀ। ਸੰਤੋ ਸਾਗਰ ਪਾਰ ਉਤਰੀਐ, ਜੇ ਕੋਈ ਬਚਨ ਕਮਾਵੈ, ਸੰਤਨ ਕਾ ਸੋ ਗੁਰ ਪ੍ਰਸਾਦੀ। ਆਖਿਆ ਮਹਾਰਾਜ ਕਿਰਪਾ ਕਰੋ। ਸੰਤ ਨੇ ਆਖਿਆ ਪ੍ਰੇਮੀਏ ਸ਼ਕਤੀ ਪਹਿਚਾਣ, ਤੂੰ ਹੁਣ ਰਾਜ ਹੈ, ਤੂੰ ਰਾਜਾ ਹੈ ਨਾ,
ਆਖਿਆ ਜੀ ਮੈਂ ਰਾਜਾ 5 ਸਾਲ ਲਈ ਤੂੰ ਰਾਜਾ ਹੈ। ਹੁਣ 10 20 50 100 ਸਾਲ ਦੀ ਉਮਰ ਤੱਕ ਇਹ ਮਨੁੱਖਾ ਜਨਮ ਦੀ ਸ਼ਕਤੀ ਤੁਹਾਡੇ ਹੱਥ ਵਿੱਚ ਹੈ ਖਾਲਸਾ ਜੀ। ਅੰਮ੍ਰਿਤ ਛਕ ਕੇ ਨਾਮ ਜਪੋ, ਭਜਨ ਕਰੋ, ਸਿਮਰਨ ਕਰੋ, ਤਾਂ ਕਿ ਤੁਹਾਨੂੰ ਮੁੜ ਕੇ 84 ਲੱਖ ਜੂਨੀਆਂ ਦੇ ਵਿੱਚ ਧੱਕੇ ਨਾ ਖਾਣੇ ਪੈ ਜਾਣ। ਖਾਲਸਾ ਜੀ ਇੱਕ ਵਾਰੀ ਕਹਿ ਦਿਓ। ਮਹਾਤਮਾ ਨੇ ਆਖਿਆ ਆਪਣੀ ਸ਼ਕਤੀ ਨੂੰ ਪਹਿਚਾਣ। ਆਖਿਆ ਤੇਰੇ ਵਜ਼ੀਰ ਮੰਤਰੀ ਟਹਿਲ ਕਰ ਤੇਰੇ ਹੁਕਮ ਚ ਨਹੀਂ। ਆਖਿਆ ਮੇਰੇ ਹੁਕਮ ਚ ਨਹੀਂ। 5 ਸਾਲ ਤੂੰ ਜੋ ਹੁਕਮ ਕਰੇਗਾ ਤੇਰਾ ਚੱਲੇਗਾ ਜੀ। ਮਹਾਤਮਾ ਨੇ ਆਖਿਆ ਅਗਲੀ ਗੱਲ ਫੇਰ ਕਰਾਂਗੇ। ਜਾ ਆਪਣੇ ਫੌਜੀ ਜਰਨੈਲਾਂ ਨੂੰ ਹੁਕਮ ਦੇ ਦੇ, ਅਮਕਾ ਸਮੁੰਦਰ, ਅਮਕਾ ਜੰਗਲ ਜੋ ਸਮੁੰਦਰ ਦੇ ਵਿਚਕਾਰ ਪੈਂਦਾ ਹੈ, ਉਸ ਸਮੁੰਦਰ ਦੇ ਉੱਤੇ ਚੜ੍ਹਾਈ ਕਰ ਦਿੱਤੀ ਜਾਵੇ। ਕਿਸ਼ਤੀਆਂ ਰਾਹੀਂ, ਬੇੜੀਆਂ ਰਾਹੀਂ, ਸਮੁੰਦਰੀ ਬੇੜਿਆਂ ਰਾਹੀਂ, ਮਾਫ ਕਰਨਾ ਜੰਗਲ ਦੇ ਵਿੱਚ ਜਿੰਨੇ ਵੀ ਜੰਗਲੀ ਜਾਨਵਰ ਨੇ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤੇ ਜਾਣ। ਖਾਲਸਾ ਜੀ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤੇ ਜਾਣ। ਅਗਲੀ ਗੱਲ ਤੇਰੇ ਨਾਲ ਫੇਰ ਕਰਾਂਗੇ। ਇਹਨੇ ਆਖਿਆ ਮਾਰੇ ਹੋਰ ਹੁਕਮ ਕਰੋ। ਆਖਿਆ ਇੰਜ ਕਰੋ, ਮਾਫ ਕਰਨਾ ਗੁਰੂ ਕੀ ਸੰਗਤ, ਅਗਲੀ ਗੱਲ ਫੇਰ ਕਰਾਂਗੇ। ਖੈਰ ਰਾਜਾ ਘਰ ਆਇਆ, ਰਾਜ ਮਹਿਲਾਂ 'ਚ ਪੁੱਜਿਆ, ਵਜ਼ੀਰ ਮੰਤਰੀ ਟਹਿਲ ਕਰ ਜਰਨੈਲ ਇਕੱਠੇ ਕੀਤੇ। ਕਹਿੰਦਾ ਕੱਲ ਨੂੰ ਸਮੁੰਦਰ ਦੇ ਵਿੱਚ ਜੋ ਜੰਗਲ ਹੈ, ਕਿਸ਼ਤੀਆਂ ਰਾਹੀਂ, ਸਮੁੰਦਰੀ ਬੇੜਿਆਂ ਰਾਹੀਂ ਫੌਜਾਂ ਲਿਜਾ ਕੇ ਜੰਗਲ ਦੇ ਉੱਤੇ ਅਟੈਕ ਕਰ ਦਿੱਤਾ ਜਾਏ। ਜਿੰਨੇ ਵੀ ਜੰਗਲੀ ਜਾਨਵਰ ਨੇ, ਜੰਗਲ ਦੇ ਵਿੱਚ ਵਸਣ ਵਾਲਾ, ਜੰਗਲ ਦੇ ਵਿੱਚ ਰਹਿਣ ਵਾਲਾ ਹਰ ਜੰਗਲੀ ਜਾਨਵਰ, ਮੁੱਕਦੀ ਗੱਲ ਕੀ ਮਾਰੂ ਜਾਨਵਰ, ਜਾਨੀ ਨੁਕਸਾਨ ਕਰਨ ਵਾਲੇ ਜਾਨਵਰ ਮਾਰ ਦਿੱਤੇ ਜਾਣ। ਗੁਰੂ ਕੀ ਸੰਗਤ ਜਰਨੈਲਾਂ ਨੇ ਦੂਜੇ ਦਿਨ ਹੁਕਮ ਮੰਨਦੇ ਅਟੈਕ ਕਰ ਦਿੱਤਾ। ਜੰਗਲ ਦੀ ਸਫਾਈ ਕਰ ਦਿੱਤੀ ਗਈ। ਮਹਾਂਪੁਰਸ਼ਾਂ ਦੇ ਚਰਨਾਂ 'ਚ ਗਿਆ। ਬਾਬਾ ਜੀ ਅੱਜ 15 ਦਿਨ ਹੋ ਗਏ ਨੇ ਉੱਥੇ ਬੰਬਾਰਮੈਂਟ ਹੁੰਦੀ ਨੂੰ, ਜੰਗਲ ਤੇ ਸਾਰਾ ਹੀ ਸਾਫ਼ ਹੋ ਗਿਆ। ਸੰਤਾਂ ਨੇ ਆਖਿਆ ਇੰਜ ਕਰ, ਉੱਥੇ ਮਜ਼ਦੂਰ ਚੱਕ ਕੇ ਸੜ ਦੇ, ਸਾਰੇ ਜੰਗਲ ਨੂੰ ਕੱਟ ਕੇ ਮੈਦਾਨੀ ਇਲਾਕਾ ਬਣਾ ਦਿੱਤਾ ਜਾਵੇ। ਸਮਾਂ ਬੀਤਦਾ ਤੁਰਿਆ ਜਾਂਦਾ, ਵਰਾ ਇੱਕ ਲੱਗਾ, ਇਲਾਕਾ ਮੈਦਾਨੀ ਬਣ ਗਿਆ। ਮਾਫ ਕਰਨਾ, ਆਖਿਆ ਰਾਤ ਨੂੰ ਤੂੰ 5 ਸਾਲਾਂ ਤੋਂ ਬਾਅਦ ਉਸ ਜੰਗਲ 'ਚ ਜਾਣਾ। ਉਹ ਕਦੀ ਸੋਚਿਆ ਆ ਮਨੁੱਖਾ ਜਨਮ ਭੋਗਣ ਤੋਂ ਬਾਅਦ ਅਸੀਂ ਜਿਹੜੀਆਂ 84 ਲੱਖ ਜੂਨੀਆਂ 'ਚੋਂ ਨਿਕਲ ਕੇ ਆਏ, ਜੇ ਨਾਮ ਨਾ ਜਪਿਆ ਅਸੀਂ ਉੱਥੇ ਜਾਣਾ। ਖਾਲਸਾ ਜੀ ਆਖਿਆ ਰਾਤ ਨੂੰ ਤੂੰ ਉੱਥੇ ਜਾਣਾ, ਮੈਂ ਚਾਹੁੰਦਾ ਜਿੱਥੇ ਤੂੰ ਜਾਣਾ। ਮੋਹਰ ਕਹਿੰਦੇ ਮੋਇਆ ਜਿੱਤ ਕਰ ਜਾਈਏ। ਸਾਰੇ ਪੜੋ ਜੀ, ਮੋਇਆ ਜਿੱਤ ਕਰ ਜਾਈਏ। ਮਰ ਕੇ ਜਿੱਥੇ ਜਾਣਾ ਜੀ, ਮੋਇਆ ਜਿੱਤ ਕਰ ਜਾਈਏ, ਮੋਇਆ ਜਿੱਤ ਕਰ ਜਾਈਏ। ਜੀਵਦਿਆਂ ਮਰ ਮਾਰ, ਜੀਵਦਿਆਂ ਮਰ, ਜਿਉਂਦੇ ਜੀ ਉਹਦੀ ਸਫਾਈ ਕਰੋ ਜਿੱਥੇ ਮਰ ਕੇ ਜਾਣਾ। ਹੁਕਮ ਦੇ ਦਿੱਤਾ। ਮਾਫ ਕਰਨਾ ਗੁਰੂ ਕੀ ਸੰਗਤ ਜੰਗਲ ਕਟਵਾ ਦਿੱਤਾ ਗਿਆ। ਰਾਜਾ ਫਿਰ ਮਹਾਂਪੁਰਸ਼ਾਂ ਦੇ ਚਰਨਾਂ 'ਚ ਗਿਆ। ਸੰਤੋ ਸਾਗਰ ਪਾਰ ਉਤਰੀਏ। ਆਖਿਆ ਜੀ ਹੁਣ ਕੀ ਹੁਕਮ ਹੈ? ਰਾਜੇ ਨੇ ਆਖਿਆ, ਰਾਜ ਨੂੰ ਮਹਾਤਮਾ ਨੇ ਆਖਿਆ ਇੰਜ ਕਰ, ਬੜਾ ਅਮੀਰ ਪੁਰਸ਼ ਇੱਥੋਂ ਚੱਕ ਕੇ ਉਸ ਧਰਤੀ ਤੇ ਮਾਰ ਜਿੱਥੇ ਜੰਗਲ ਦੀ ਸਫਾਈ ਕੀਤੀ ਹੈ। ਲੋਕਾਂ ਨੂੰ ਫ੍ਰੀ ਜ਼ਮੀਨਾਂ ਦਿੱਤੀਆਂ ਜਾਣ, ਜ਼ਮੀਂਦਾਰਾਂ ਨੂੰ ਸ਼ਹਿਰ ਵਸਾ ਦਿੱਤੇ ਜਾਣ, ਪਟੇ ਕੱਢ ਦਿੱਤੇ ਜਾਣ, ਉੱਥੇ ਮਹਿਲ ਮਾੜੀਆਂ ਪਵਾ ਦੇ। ਮਾਫ ਕਰਨਾ ਗੁਰੂ ਕੀ ਸੰਗਤ ਸ਼ਹਿਰ ਵਸਾ ਦੇਵੇ। ਜਦੋਂ ਮਾਫ ਕਰਨਾ ਗੁਰੂ ਕੀ ਸੰਗਤ, ਜਦੋਂ ਰਾਜੇ ਨੇ ਮਹਾਂਪੁਰਖਾਂ ਦਾ ਹੁਕਮ ਮੰਨਿਆ ਤੇ ਸਦਕੇ ਅਮੀਰਾਂ ਨੂੰ, ਬਿਜ਼ਨਸਮੈਨਾਂ ਨੂੰ ਗੁਰੂ ਕੀ ਸੰਗਤ ਹੁਕਮ ਕਰ ਦਿੱਤਾ, ਜਾਓ ਤੁਹਾਨੂੰ ਇੰਨੀ ਜ਼ਮੀਨ ਫਰੀ ਦਿੱਤੀ ਜਾਏਗੀ, ਆ ਪੈਸੇ ਚੱਕੋ ਮੇਰੇ ਕੋਲ ਲੈ ਜਾਓ। ਸ਼ਹਿਰਾਂ ਦੇ ਸ਼ਹਿਰ ਵਸਾ ਦਿੱਤੇ ਗਏ, ਸੜਕਾਂ ਬਣ ਗਈਆਂ, ਪਿੰਡ ਵਸਾਤੇ ਗਏ, ਜਿਵੇਂ ਉੱਥੇ ਖੇਤੀ ਪੱਤਾ ਹੋਣ ਲੱਗ ਗਿਆ ਜੀ। ਜਿੱਥੇ ਮਾਰੂ ਜਾਨਵਰ ਰਹਿੰਦੇ ਸਨ, ਇੱਧਰੋਂ ਕਹਿੰਦੇ ਨੇ 5 ਸਾਲ ਦਾ ਸਮਾਂ ਪੂਰਾ ਹੋ ਗਿਆ ਤੇ ਰਾਜੇ ਨੇ ਆਖਿਆ ਆਪਣੇ ਮਾਫ ਕਰਨਾ ਗੁਰੂ ਕੀ ਸੰਗਤ ਦੇਸ਼ ਦੇ ਵਾਸੀਆਂ ਨੂੰ ਵੀ ਮੈਨੂੰ ਵੀ ਦੇਸ਼ ਨਿਕਾਲਾ ਦਿਓ। ਉਹਨਾਂ ਆਖਿਆ ਰਾਜਨ ਜਿੱਥੇ ਦੇਸ਼ ਨਿਕਾਲਾ ਦੇਣਾ ਉੱਥੇ ਸੱਚਖੰਡ ਬਣ ਚੁੱਕਾ ਹੈ। ਖਾਲਸਾ ਜੀ ਦੇਸ਼ ਨਿਕਾਲਾ ਕਿੱਥੇ ਦੇਈਏ? ਮੁੱਕ ਦੀ ਗੱਲ ਕੀ ਪਰਜਾ ਨੇ ਆਖਿਆ ਮਹਾਰਾਜ ਤੁਸੀਂ ਧੰਨੋ, ਤੁਸੀਂ ਧੰਨੋ, ਜਿੱਥੇ ਹਜ਼ਾਰਾਂ ਬਦੋਸੇ ਜੀਵ ਜਾਂਦੇ ਸਨ, ਜਿੱਥੇ ਹਜ਼ਾਰਾਂ ਬਦੋਸੇ ਜਾਂਦੇ ਸਨ, ਜੰਗਲੀ ਜਾਨਵਰ ਖਾ ਜਾਂਦੇ ਸਨ, ਜਿਹੜੇ ਜੰਗਲ 'ਚ ਤੁਸੀਂ ਉਸ ਜੰਗਲ ਨੂੰ ਆਬਾਦ ਕਰ ਦਿੱਤਾ। ਮਹਾਰਾਜ ਹੁਣ ਇੰਜ ਕਰੋ, ਤੁਸੀਂ ਇੱਥੇ ਦਾ ਰਾਜ ਤੇ ਕਰ ਦਿਓ, ਉੱਥੇ ਦਾ ਰਾਜ ਵੀ ਸੰਭਾਲੋ। ਜਿਹੜੇ ਇੱਥੇ ਨਾਮ ਜਪਦੇ ਨੇ ਉਹਨਾਂ ਦਾ ਲੋਕ ਤੇ ਸਹੇਲਾ ਹੁੰਦਾ, ਪਰ ਲੋਕ ਵੀ ਸਹੇਲਾ ਹੋ ਜਾਂਦਾ। ਆਹ ਸਮੇਂ ਦੀ ਤਾਕਤ ਤੁਹਾਡੇ ਹੱਥ ਵਿੱਚ ਹੈ, ਇਹਨੂੰ ਹੱਥੋਂ ਨਾ ਗਵਾਓ। ਅੰਮ੍ਰਿਤ ਛਕੋ, ਅੰਮ੍ਰਿਤ ਵੇਲੇ ਜਾਗੋ, ਨਿਤਨੇਮ ਕਰੋ, ਵੱਧ ਤੋਂ ਵੱਧ ਸਮਾਂ ਸਿਮਰਨ ਚ ਲਾਓ। ਹੁਣ ਸਮਾਂ ਅੱਗੇ ਨਹੀਂ ਦਿੰਦਾ, ਇਹਨੇ ਸ਼ਬਦ ਪ੍ਰਵਾਨ, ਵੱਧ ਤੋਂ ਵੱਧ ਨਾਮ ਜਪਿਆ ਕਰੋ, ਭਜਨ ਕਰਿਆ ਕਰੋ, ਸਿਮਰਨ ਕਰਿਆ ਕਰੋ।
ਸਾਹਿਬ ਸਿਮਰਨ ਕਰਿਆ ਕਰੋ, ਕੰਮਾਂ ਦਾ ਫਿਕਰ ਨਾ ਕਰਿਆ ਕਰੋ, ਕੰਮ ਤੁਹਾਡੇ ਆਪੇ ਹੋ ਜਾਣੇ ਨੇ। ਕਹਦੇ ਵਾਰ ਮੇਰੇ ਤਾਂ ਹੋ ਹੀ ਜਾਂਦੇ ਨੇ, ਮੈਂ ਆਪ ਤਾਂ ਕੁਝ ਵੀ ਨਹੀਂ ਕਰਦਾ, ਮੇਰੇ ਤਾਂ ਹੋ ਹੀ ਜਾਂਦੇ ਭਾਈ, ਮੈਨੂੰ ਨਾਲੇ ਕੰਮ ਆਉਂਦਾ ਵੀ ਕੋਈ ਨਹੀਂ, ਕੋਈ ਕੰਮ ਨਹੀਂ ਆਉਂਦਾ। ਮਾਫ ਕਰਨਾ, ਭਾਈ ਨੰਦ ਲਾਲ ਨੂੰ ਦਸਵੇਂ ਪਾਤਸ਼ਾਹ ਨੇ ਆਖਿਆ ਕੁਝ ਮੰਗ ਲਾ। ਇੱਕ ਦਿਨ ਭਾਈ ਨੰਦ ਲਾਲ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੇ ਤੁੱਠਿਓ ਨਾ ਲੋਕੀ ਮੈਨੂੰ ਗਿਆਨੀ ਕਹਿਣਾ ਬੰਦ ਕਰ ਦੇਣ ਤੇ ਕਮਲਾ ਕਹਿ ਦੇਣਾ ਸ਼ੁਰੂ ਕਰ ਦੇ। ਮੈਨੂੰ ਲੋਕੀ ਗਿਆਨੀ ਕਹਿਣਾ ਬੰਦ ਕਰ ਦੇਣ ਤੇ ਮੈਨੂੰ ਲੋਕੀ ਨਾ ਕਮਲਾ ਕਹਿਣ ਲੱਗ ਜਾਣ, ਬੌਰਾ ਕਹਿਣ ਲੱਗ ਜਾਣ। ਲੋਕ ਕਹੇ ਕਬੀਰ ਬਰਾਨਾ, ਸਾਰੇ ਪੜ੍ਹ ਲਓ। ਲੋਕੀ ਆਖਦੇ ਬਰਾਨਾ, ਲੋਕੀ ਆਖਦੇ ਬੌਰਾ ਕਬੀਰ ਹੋ ਗਿਆ, ਲੋਕੀ ਆਖਦੇ ਬੌਰਾ ਕਬੀਰ ਹੋ ਗਿਆ, ਲੋਕੀ ਆਖਦੇ ਬੌਰਾ ਕਬੀਰ ਹੋ ਗਿਆ। ਲੋਕੀ ਆਖਦੇ ਕਬੀਰ ਬੌਰਾ ਹੋ ਗਿਆ, ਲੋਕੀ ਆਖਦੇ ਕਬੀਰ ਬੌਰਾ ਹੋ ਗਿਆ, ਲੋਕੀ ਆਖਦੇ कबीर बौरा हो गया, बौरा हो गया, कबीर बौरा हो गया, बौरा हो गया। लोकी आखदे कबीर बौरा, और लोकी आखदे कबीर बौरा हो गया, लोग कहे कबीर बराना, कबीर का मरम राम पै जाना। कबीर कहता जब रब की गल करदा, लोकी कहते दस जिवें अजकल कहते कच्चियां धारां पढ़दे, कहता लोकी कबीर कहते लोकी मैनूं कहंदे ने दस किहो जिहे गीत गांदा फिरदा, इहनूं पता नहीं। पंडित लोग कहते सी इहनूं की पता, ना इहनूं वेद आउंदे, ना सिमरत आउंदे, ना शास्त्र आउंदे। इस्लामी मत दे लोकी कहंदे ना इहनूं माफ़ करना इस्लामी मत दियां कोई किताबां ने, ना शरह दियां किताबां दा ज्ञान, ना इनू माफ़ करना कुरान का ज्ञान, ना किसी होर ग्रंथ का ज्ञान। कबीर जी कहते दसो मैंने लोकी कहता ना, लोग कहे एक गीत है, लोग कहे एक गीत है, लोग कहे एक ए तो परम विचार, लोग कहे एक गीत है, लोग कहे ए गीत है, ए तो परम लोग कहे ए गीत है, ए तो ब्रह्म विचार। जैसे काशी उपदेश मानस मरती, बारहन समा आग्या नहीं दिंदा। इन्ने शब्द प्रवान करो, समा वत वत गुरु चरणां च लाओ, समा दौड़िया जा रहा है।